ऑफ कोर्स इट्स अ बिकिनी बॉडी बिल्डिंग जे थानू कॉस्ट्यूम पाना पै रहा है तां ही तुसीं पोजिंग कर पाओगे। ਅੱਛਾ ਓਲੰਪੀਆ ਦੀ ਕੀ ਤਿਆਰੀ ਕੀ ਹੈ ਅਗਰ ਮਤਲਬ ਆਪਾਂ ਗੱਲ ਕੀਤੀ ਜਾਵੇ ਖਾਸ ਕਰ ਕੁੜੀਆਂ ਲਈ ਕੀ ਤਿਆਰੀ ਕੀ ਪ੍ਰੈਪ ਹੁੰਦੀ ਹੈ ਹੁਣ ਜਿਹੜੀ ਕੈਟਾਗਰੀ ਮੈਂ ਕਰ ਰਹੀ ਹਾਂ ਬਿਕਿਨੀ ਐਥਲੀਟ ਸੋ ਇਟ ਨੀਡਸ ਫਰਮ ਸ਼ੋਲਡਰ ਇਟ ਨੀਡ ਗਲੂਟਸ ਇਟ ਨੀਡ ਅ ਪ੍ਰੋਪਰ ਸਮਾਲ ਵੇ ਕੰਟਰੋਲਡ ਹੈ ਨਾ ਕਿ ਇੱਕ ਬੋਡੀ ਨੂੰ ਬਣਾਉਣਾ ਹੈ ਬਟ ਉਹ ਕੰਟਰੋਲ ਪੈਟਰਨ 'ਚ ਬਣਾਉਣਾ ਹੈ ਸਿਮੈਟਰੀ 'ਚ ਹੈ ਨਾ ਸੋ ਇਹ ਇੱਕ ਰੂਲਸ ਰੈਗੂਲੇਸ਼ਨ ਨੇ IFBB ਦੇ ਕ੍ਰਾਈਟੇਰੀਆ ਹਾਂ ਉਹਦੇ 'ਚ 4 ਕੰਪਲਸਰੀ ਪੋਜ਼ਸ ਹੁੰਦੇ ਐਵਰੀਥਿੰਗ ਇਜ਼ ਬਾਈ ਰੂਲਸ ਐਂਡ ਰੈਗੂਲੇਸ਼ਨ ਉਹਦੇ ਬਾਅਦ ਆਉਂਦੀ ਹੈ ਕਿ ਤੁਹਾਡਾ ਲਾਈਫ ਸਟਾਈਲ ਤੁਹਾਡਾ ਕਾਰਡੀਓ ਐਵਰੀਥਿੰਗ ਯੂ ਲਿਵ ਐਵਰੀ ਡੇ ਯੂ ਹੈਵ ਟੂ ਵਿਨ ਐਵਰੀ ਡੇ 3 ਮਹੀਨੇ ਹੋਏ ਸੀਗੇ ਮੈਂ ਫਲੈਕਸ ਕੀਤਾ ਮੇਰੇ ਕੋਲ ਮੇਰੇ ਤਾਂ ਬਾਈਸੈਪ ਆਉਣ ਲੱਗ ਗਿਆ ਕੁੜੀਆਂ ਆ ਰਹੀਆਂ ਇਸ ਪ੍ਰੋਫੈਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਮਤਲਬ ਖਾਸ ਕਰ ਆਪਾਂ ਪੰਜਾਬ ਦੀ ਗੱਲ ਬੜਾ ਬੁਰਾ ਹਾਲ ਹੈ ਉਹਦਾ ਕਾਰਨ ਕੀ ਐਵਰੀਥਿੰਗ ਫੋਮੋ ਲੱਗ ਜਾਂਦਾ ਉਹਨਾਂ ਨੂੰ ਪਾਰਟੀਆਂ ਕਰਨੀਆਂ ਚਿਲ ਕਰਨਾ ਹੈ ਮੈਂ ਇੱਕ ਕਿਤਾਬ ਪੜ੍ਹ ਰਹੀ ਹਾਂ ਜੇਲ ਡਾਇਰੀ ਆਫ ਭਗਤ ਸਿੰਘ ਰੀਡ ਇਟ ਜੋ ਤੁਹਾਨੂੰ ਦਿਖ ਰਿਹਾ ਨਾ ਅੱਜ ਦੇ ਟਾਈਮ 'ਚ 1929 'ਚ ਲਿਖਿਆ ਆਪਣੀ ਡਾਇਰੀ 'ਚ ਆਪ ਨਹੀਂ ਲਿਖਿਆ ਡਾਇਰੈਕਟ ਯੂ ਹੈਵ ਰਿਟਨ ਦ ਕੋਟਸ ਆਫ ਅਦਰ authors and you have mentioned a lot of things you will be shocked to read ਤੇ ਮੈਨੂੰ ਲੱਗਦਾ ਮੈਂ ਗਲਤ ਸਬਜੈਕਟ ਪੜ੍ਹਦੀ ਰਹੀ ਅੱਜ ਤੱਕ ਨਿਊਰੋ ਸਾਇੰਸ ਇਹ ਮੇਰਾ ਸਬਜੈਕਟ ਹੈ ਮੈਨੂੰ ਲੱਗਦਾ ਹੈ ਲਾਈਕ ਹੀ ਇਜ਼ ਦ ਵਨ ਵੀ ਸ਼ੁੱਡ ਰੀਡ ਭਗਤ ਸਿੰਘ ਦੀ ਸੋਚ ਹੈ ਪਰ ਜੇ ਮੈਂ ਸੋਚਦਾ ਕਿ ਬਾਨੀ ਜੇ ਕਿਦਾਂ ਨਹੀਂ ਹੋਏਗੀ ਨਾ ਤਾਂ ਤੁਹਾਡੇ ਵਰਗੀ ਇਟਸ ਲਾਈਕ ਠੀਕ ਹੈ ਮਿਲੇ ਤੁਸੀਂ ਕਦੇ ਮਿਲੇ ਕੰਪਲੀਮੈਂਟ ਇਨ ਮਾਈ ਲਾਈਫ ਆਈ ਰਿਮੈਂਬਰ ਹਾਂ ਹਾਏ ਹਾਏ ਇਤਨਾ ਸਕੂਨ ਪਹਿਲੀ ਵਾਰੀ ਤਾਂ ਬਹੁਤ ਦਰਦ ਹੋਈ ਚੀਟ ਕੀਤਾ ਇਹ ਉਹ ਸੈਕਿੰਡ ਟਾਈਮ ਇਟ ਵਾਸ ਲਾਈਕ ਕਿ ਤੁਹਾਡੇ ਨਾਲ ਜਦੋਂ ਚੀਜ਼ ਹੋ ਚੁੱਕੀ ਹੁੰਦੀ ਹੈ ਨਾ ਤੁਹਾਡੀ ਬਾਡੀ ਤੁਹਾਡਾ ਨਰਵਸ ਸਿਸਟਮ ਆਲਰੇਡੀ ਅਵੇਅਰ ਹੁੰਦਾ ਹੈ ਲਾਈਕ ਫॉर ਐਗਜ਼ਾਮਪਲ I think ਅੱਜ ਦੇ men they cannot handle a woman like me they are weak and they cannot handle emotions ki I'm tired man just take care of me where is that man no I don't see that kind of personality ਕਹਿੰਦੇ ਨਾ ਤੈਨੂੰ ਤੋੜਿਆ ਤਾਂ ਗਿਆ ਤੈਨੂੰ ਰੱਬ ਨਾਲ ਜੋੜਿਆ ਗਿਆ ਸੋ ਆਈ ਥਿੰਕ ਥੀਸ ਥਿੰਗਸ ਆਰ ਲਾਈਕ ਪਾਰਟ ਆਫ ਯਰ ਓਨ ਲਾਈਫ ਤਾਂ ਕਿ ਤੁਸੀਂ ਆਪਣੀ ਲਾਈਫ ਤੇ ਫੋਕਸ ਕਰੋ ਮੈਨੂੰ ਲੱਗਦਾ ਜੇ ਮੈਂ ਇਹ ਚੀਜ਼ ਤੋਂ ਨਹੀਂ ਜਾਂਦੀ ਮੈਂ ਡਿਪੈਂਡੈਂਟ ਸੀਗੀ ਬੰਦੇ ਤੇ ਲਾਈਫ ਮੇਰੇ ਸਾਰੇ ਲਾਈਫ ਗੋਲਸ ਉਹਦੇ ਨਾਲ ਰਿਵੋਲਵ ਕਰ ਰਹੇ ਸੀ ਕਿ ਉਹ ਇਹ ਕਰੇਗਾ ਮੈਂ ਕਰੂੰਗੀ ਬਟ ਇੱਕ ਉਹ ਪੋਜ਼ੈਸਿਵਨੈਸ ਉਹ ਇਨਸਿਕਿਉਰਿਟੀ ਕੈਦ ਕਰਨ ਵਾਲੀ ਮੇਰੇ ਹਿਸਾਬ ਨਾਲ ਚੱਲ ਤੇ ਯੂ نو ਆਲ ਥੀਸ ਪੰਜਾਬ so that I could take care of my brother. He's a special child. He represent India. He play for India. He got state award on this 26 January parade ground, right? That's big achievement for me. I'm proud of as a sister. But ਦੁਨੀਆ ਉਹਨੂੰ ਵੀ ਨਹੀਂ ਜਿੰਦੀ ਬਾਹਰ ਤੁਸੀਂ ਗਏ ਹੋ ਹਨਾ ਉੱਥੇ ਦੀ ਲਾਈਫ ਉੱਥੇ ਦੀ ਬੋਡੀ ਬਿਲਡਿੰਗ ਲਾਈਫ ਇੱਥੇ ਦੀ ਇੰਡੀਆ ਦੀ ਲਾਈਫ ਜੇ ਆਪਾਂ ਖਾਸ ਕਰ ਗੱਲ ਕੀਤੀ ਜਾਵੇ ਟਰਾਈ ਸਿਟੀ ਆਪਣੀ ਪੰਜਾਬ ਦੀ ਗੱਲ ਕੀਤੀ ਫਰਕ ਹੈਗਾ ਜ਼ਮੀਨ ਆਸਮਾਨ ਦਾ ਫਰਕ ਹੈ ਜਿਮ ਜਾਣ ਨੂੰ ਬਾਡੀ ਬਿਲਡਿੰਗ 'ਚ ਬਿਕੀਨੀ ਪਾਉਣ ਨੂੰ ਲੋਕੀ ਟੈਬੂ ਬਣਾ ਦਿੰਦੇ ਆ ਜਦੋਂ ਸ਼ਰਾਬ ਪੀ ਕੇ ਗਿਰਦੀਆਂ ਫਿਰਦੀਆਂ ਉਦੋਂ ਕੋਈ ਟੈਬੂ ਨਹੀਂ ਬਣ ਰਿਹਾ ਉਦੋਂ ਕੋਈ ਡਰਾਮਾ ਨਹੀਂ ਲੱਗ ਰਿਹਾ ਇਹਨਾਂ ਨੂੰ ਉਦੋਂ ਇਹਨਾਂ ਦੀ ਕੁੜੀਆਂ ਇਹਨਾਂ ਦੀ ਟੱਬਰ ਦੀ ਇੱਜ਼ਤ ਨਹੀਂ ਰੋਲ ਰਹੀਆਂ ਜਦੋਂ ਇਹ ਸਭ ਹੋ ਰਿਹਾ ਸੋ ਵਾਈ ਦੇ ਆਰ ਨਾਟ ਟਾਕਿੰਗ ਅਬਾਊਟ ਆਲ ਦਿਸ ਚਿੱਟਾ ਲਾ ਰਹੀਆਂ ਦੈਟਸ ਫਾਈਨ ਡਰੱਗਸ ਲੈ ਰਹੀਆਂ ਦੈਟਸ ਫਾਈਨ ਜੁਆਇੰਟ ਪੀ ਰਹੀਆਂ ਸਿਗਰਟ ਪੀ ਰਹੀਆਂ ਦੈਟਸ ਕੂਲ ਰਾਈਟ ਬਟ ਜਿਮ ਜਾਣਾ ਬਾਡੀ ਬਿਲਡਿੰਗ ਕਰਨਾ ਦੈਟਸ ਔਨ ਕਰੈਕਟਰ ਇੱਥੇ ਤਾਂ ਤੰਗ ਕਰ ਦਿੰਦੇ ਚਾਹੇ ਬਜ਼ੁਰਗ ਹੈ ਚਾਹੇ ਡੈਡ ਦੀ ਉਮਰ ਦੇ ਚਾਹੇ ਜਿੱਦਾਂ ਵੀ ਹੈ ਦੇ ਜਸਟ ਬੋਦਰ ਯੂ ਸੋ ਮਚ ਤੇ ਉੱਥੇ ਇਹ ਚੀਜ਼ ਨਹੀਂ ਸੀ ਆਲਦੋ ਮੈਂ ਆਜ਼ਾਦ ਦੇਸ਼ 'ਚ ਰਹਿੰਦੀ ਹਾਂ ਮੈਨੂੰ ਇਹ ਆਜ਼ਾਦੀ ਨਹੀਂ ਕਦੀ ਫੀਲ ਹੋਈ ਕੋਈ ਮੈਨੂੰ ਛੇੜ ਦੇਗਾ ਕੋਈ ਮੈਨੂੰ ਘੂਰ ਰਿਹਾ ਮੈਂ ਕਿੱਦਾਂ ਦੇ ਕੱਪੜੇ ਪਾਏ ਆ ਇੱਥੇ ਦੇ ਜਿਮ ਦੇ ਵਿੱਚ ਜਦੋਂ ਆਪਾਂ ਜਾਂਦੇ ਐਂਟਰ ਕਰਦੇ ਆ ਨਾ ਮਤਲਬ ਆਪਾਂ ਆਮ ਤੌਰ ਤੇ ਸੁਣਦੇ ਆ ਮੁੰਡਿਆਂ ਦੀ ਇਹ ਸੋਚਣੀ ਹੁੰਦੀ ਹੈ ਕਿ ਵੀ ਆਪਾਂ ਜਿਮ ਜਾਣਾ ਤੇ ਆਪਾਂ ਕਿਸੇ ਉੱਥੇ ਕੁੜੀ ਨਾਲ ਗੱਲਬਾਤ ਕਰਨੀ ਆ ਬੋਡੀ ਦਾ ਬਾਅਦ ਦੇ ਵਿੱਚੋਂ ਇਦਾਂ ਹੈ ਮਤਲਬ ਇੱਥੇ ਹੱਲੇ ਚੰਡੀਗੜ੍ਹ ਨੂੰ ਲੋੜ ਹੈਗੀ for exposure of course like ਇੱਥੇ ਪਤਾ ਕੀ ਹੈ ਇੱਥੇ people act modern but mental is same orthodox ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਪੋਸਟ ਚੈਨਲ ਮੈਂ ਆ ਸ਼ਸ਼ਾਂਕ ਕਲੇਰ ਅੱਜ ਦੇ ਜਿਹੜੇ ਸਾਡੇ ਨਾਲ ਗੈਸਟ ਨੇ ਉਹ ਬੜੇ ਖਾਸ ਨੇ ਕਿਉਂਕਿ ਬਤੌਰ ਡੈਂਟਲ ਤਾਂ ਨਹੀਂ ਹੈ ਡਾਕਟਰ ਵੀ ਨੇ ਤੇ ਨਾਲ ਦੀ ਨਾਲ ਬੋਡੀ ਬਿਲਡਰ ਵੀ ਨੇ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇੱਕ ਫੀਮੇਲ ਨੇ ਇੱਕ ਕੁੜੀ ਨੇ ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਨਦੀਪ ਕੌਰ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ
ਪਹਿਲਾਂ ਤਾਂ ਇੱਕ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਡੈਂਟਲ ਤੋਂ ਜਿਹੜਾ ਸਫ਼ਰ ਹੈ ਬੋਡੀ ਬਿਲਡਿੰਗ ਦਾ, ਇਹ ਸ਼ੁਰੂ ਕਿਵੇਂ ਹੋਇਆ? ਮਤਲਬ ਕਿਵੇਂ ਕੀਤਾ ਕਿ ਕੋਈ ਡੈਂਟਲ ਅਗਰ ਤੁਸੀਂ ਕਰ ਰਹੇ ਸੀਗੇ ਇੱਕ ਪ੍ਰੋਫੈਸ਼ਨ, ਤਾਂ ਫਿਰ ਕਿਵੇਂ ਸੋਚਿਆ ਕਿ ਪ੍ਰੋਫੈਸ਼ਨਲੀ ਮੈਂ ਇਸ ਬੋਡੀ ਬਿਲਡਰ ਦੇ ਵਿੱਚ ਆਉਣਾ? ਉਦੋਂ ਮੈਂ ਡੈਂਟਲ ਨਹੀਂ ਕਰ ਰਹੀ ਸੀ, ਮੈਂ ਸਟੂਡੈਂਟ ਸੀਗੀ। Okay. ਮੈਂ ਕਾਲਜ ਆਉਂਦੀ ਸੀ ਤੇ ਉਸ ਤੋਂ ਕਾਲਜ ਤੋਂ ਐਡਮਿਸ਼ਨ ਲੈਣ ਤੋਂ ਪਹਿਲਾਂ ਵੀ ਮੈਂ ਵਰਕਆਊਟ ਕਰਦੀ ਸੀ ਘਰੇ, YouTube ਦੀ ਵੀਡੀਓਜ਼ ਦੇਖ ਕੇ, ਬਿਨਾਂ ਵੇਟਸ ਦੇ, ਬਿਨਾਂ। ਸਾਨੂੰ ਉਦੋਂ ਨਹੀਂ ਪਤਾ ਸੀ ਕਿ ਜਿਮ ਕੁੜੀਆਂ ਲਈ ਵੀ ਹੁੰਦੇ ਆ, ਉਦੋਂ ਇੰਨਾ ਕੋਈ ਸੀਗਾ ਵੀ ਨਹੀਂ ਕਲਚਰ ਜਿਮ ਦਾ। ਤੇ ਨੀਂਦ ਨਹੀਂ ਆਉਂਦੀ ਸੀ, ਐਨਰਜੀ ਨਹੀਂ ਜ਼ਿਆਦਾ ਸੀ, ਜੰਕ ਫੂਡ ਬਹੁਤ ਪਸੰਦ ਸੀ ਕਾਲਜ ਤੇ ਵੇਟ ਗੇਨ ਹੋਣ ਲੱਗ ਗਿਆ ਸਡਨਲੀ ਇੱਕਦਮ। ਤੁਸੀਂ ਫ੍ਰੀ ਹੋ +2 ਤੋਂ ਬਾਅਦ ਐਂਡ ਦੈਨ ਸਡਨਲੀ ਕਾਲਜ ਆ ਰਹੇ ਹੋ। ਸੋ ਮੈਨੂੰ ਲੱਗਿਆ ਕਿ ਸ਼ਾਇਦ ਜਿਮ ਇਜ਼ ਮਾਈ ਪਲੇਸ। ਮੈਂ ਜਿਮ ਜਾਣਾ ਸ਼ੁਰੂ ਕੀਤਾ 2nd ਈਅਰ 'ਚ ਤੇ ਮੇਰਾ ਵੇਟ ਸੀਗਾ ਆਲਮੋਸਟ ਲਾਈਕ 65 kg ਤੇ ਮੈਂ ਬਹੁਤ ਜੰਕ ਫੂਡ ਖਾਂਦੀ ਸੀ। ਲਾਈਕ ਖਾਣਾ ਤੇ ਉਹੀ ਖਾਣਾ, ਜਦ ਨਹੀਂ ਖਾਣਾ ਤਾਂ ਨਹੀਂ ਖਾਣਾ। ਤੇ ਚੰਗਾ ਜਿਮ ਸ਼ੁਰੂ ਕੀਤਾ ਤੇ ਲਾਈਕ ਰੂਟੀਨ ਬਣ ਗਿਆ ਕਿ ਜਾਣਾ ਹੀ ਜਾਣਾ ਹੈ। ਜਿਵੇਂ ਉਸ ਟਾਈਮ ਤੇ 2016 'ਚ ਆਈ ਵਾਜ਼ ਜਸਟ ਇਨ 2nd ਈਅਰ ਤੇ ਉਦੋਂ ਇੰਨਾ ਜ਼ਿਆਦਾ ਲੋਡ ਪੜ੍ਹਾਈ ਦਾ ਵੀ ਨਹੀਂ ਸੀਗਾ ਤੇ ਕਿਸੇ ਵੀ ਚੀਜ਼ ਦਾ ਨਹੀਂ ਸੀ। ਬਟ ਉਹ ਜਿਹੜਾ ਉਦੋਂ ਤੋਂ ਬੈਲੈਂਸ ਸ਼ੁਰੂ ਹੋਇਆ ਨਾ, ਉਹ ਮੈਨੂੰ ਇੱਥੇ ਤੱਕ ਲਿਆਇਆ ਕਿ ਇਟਸ ਲਾਈਕ ਅ ਲਾਈਫ ਸਟਾਈਲ ਕਿ ਜਾਣਾ ਹੀ ਜਾਣਾ ਹੈ। ਲਾਈਕ ਜੋ ਚੀਜ਼ ਮੈਨੂੰ ਜਿਮ ਫੀਲ ਕਰਾਉਂਦਾ ਉਹ ਕੋਈ ਹੋਰ ਚੀਜ਼ ਮੈਨੂੰ ਫੀਲ ਨਹੀਂ ਕਰਾ ਸਕਦੀ। ਫਿਰ ਮੇਰਾ ਮੇਨ ਗੋਲ ਸੀ, ਪਹਿਲਾਂ ਤਾਂ ਵੇਟ ਜ਼ਿਆਦਾ ਸੀਗਾ, ਸੈਕਿੰਡ ਗੋਲ ਮੇਰਾ ਇਹ ਸੀਗਾ ਕਿ ਮੇਰੀ ਸਲੀਪ ਸਾਈਕਲ ਇੰਪਰੂਵ ਹੋਏ, ਪ੍ਰੋਗਰੈਸ ਹੋਏ। ਫਿਰ ਜਦੋਂ ਇਹ ਦੋ ਚੀਜ਼ਾਂ ਸਹੀ ਹੋਣ ਲੱਗ ਗਿਆ, ਮੈਂ ਇੱਕ ਦਿਨ 3 ਕੁ ਮਹੀਨੇ ਹੋਏ ਸੀਗੇ, ਮੈਂ ਫਲੈਕਸ ਕੀਤਾ, ਮੈਂ ਕਿਹਾ ਮਾਈ ਗॉड ਮੇਰੇ ਤਾਂ ਬਾਈਸੈਪ ਆਉਣ ਲੱਗ ਗਿਆ। ਤੇ ਉਸ ਤੋਂ ਬਾਅਦ ਫਿਰ ਮੈਂ ਹੋਰ ਮੋਟੀਵੇਟ ਹੋਈ। ਫਿਰ ਮੈਂ ਥੋੜਾ ਫੂਡ ਤੇ ਵੀ ਫੋਕਸ ਕੀਤਾ ਕਿ ਪ੍ਰੋਪਰ ਡਾਈਟ ਕਰਾਂਗੇ, ਲੀਨ ਹੋਵਾਂਗੇ। ਆਈ ਟਰਾਈ ਟੂ ਗੈਟ ਇਨਟੂ ਇਟ, ਥੋੜਾ ਨੌਲੇਜ ਲਈ ਆਪਣੇ ਆਪ ਤੇ। ਪੜ੍ਹ ਤਾਂ ਚਲੋ ਮੈਡੀਕਲ 'ਚ ਹੀ ਸੀਗੇ, ਆਲਰੇਡੀ ਡੈਂਟਲ ਦੀ ਪੜ੍ਹਾਈ ਚੱਲ ਰਹੀ ਸੀ ਤੇ ਕਾਫੀ ਲੋਕਾਂ ਨੂੰ ਲੱਗਦਾ ਹੈ ਕਿ ਆਪਾਂ ਡੈਂਟਲ 'ਚ ਸਾਰਾ ਕੁਛ ਨਹੀਂ ਪੜ੍ਹਦੇ, ਬਟ ਵੀ ਸਟੱਡੀ ਐਵਰੀਥਿੰਗ। ਤੇ ਐਕਸਕਲੂਸਿਵ ਫਾਈਨਲ ਈਅਰ 'ਚ ਹੁੰਦਾ। ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਲੱਗਿਆ ਕਿ ਦਿਸ ਥਿੰਗਸ ਆਰ ਰੀਅਲੀ ਟੇਕਿੰਗ ਮੀ ਟੂ ਨੈਕਸਟ ਲੈਵਲ, ਤੇ ਮੈਂ ਆਪਣੇ ਆਪ ਨਾਲ ਜ਼ਿਆਦਾ ਜੁੜਦੀ ਗਈ, ਮੈਂ ਲੋਕਾਂ ਤੋਂ ਦੂਰ ਹੁੰਦੀ ਗਈ। ਮੈਨੂੰ ਉਹ ਚੀਜ਼ ਇੰਨੀ ਇੰਪਾਵਰ ਕਰਨ ਲੱਗ ਗਈ ਨਾ। ਮੈਨੂੰ ਜਿਮ 'ਚ ਥੋੜ੍ਹੇ ਬਹੁਤ 2018 ਦੀ ਗੱਲ ਹੈ, ਮੈਨੂੰ ਇੱਕ ਦੋਸਤ ਮਿਲਿਆ, ਉਹਦੇ ਤੋਂ ਮੈਂ ਡਾਈਟ ਦੀ ਨੌਲੇਜ ਲਈ, ਰਾਈਸ, ਚਿਕਨ, ਐਵਰੀਥਿੰਗ। ਉਹ ਚੀਜ਼ ਮੇਰੇ 'ਤੇ ਐਡ ਔਨ ਹੋ ਗਈ। ਫਿਰ ਮੈਨੂੰ ਨਾ ਲਾਈਕ ਡੈਸਪਰੇਸ਼ਨ ਆ ਗਈ ਕਿ ਮੈਂ ਕੋਰਸ ਕਰਾਂ ਨਿਊਟ੍ਰੀਸ਼ਨ ਦਾ। ਫਿਰ ਉਹ ਮੇਰੀ ਹਜੇ ਗ੍ਰੈਜੂਏਸ਼ਨ ਦੀ ਡਿਗਰੀ ਮੇਰੇ ਹੱਥ 'ਚ ਨਹੀਂ ਆਈ ਸੀਗੀ, ਆਈ ਵਾਜ਼ ਫ੍ਰੀ ਤੇ ਮੈਂ ਇੰਟਰਨਸ਼ਿਪ ਦੇ ਟਾਈਮ 'ਤੇ ਆਪਣਾ ਸਰਟੀਫਿਕੇਟ ਲੈ ਲਿਆ ਸੀਗਾ। ਸੋ ਹੁਣ ਅੱਜ ਦੇ ਟਾਈਮ 'ਚ ਆਈ ਥਿੰਕ ਇਸ ਚੀਜ਼ ਨੂੰ 10 ਸਾਲ ਹੋ ਚੁੱਕਿਆ, ਮੈਂ ਜਿਮ ਜਾ ਰਹੀ ਹਾਂ ਤੇ ਆਈ ਕੈਨ ਨਾਟ ਲਿਵ ਵਿਦਆਊਟ ਇਟ, ਇਟਸ ਇਨ ਮਾਈ ਸਿਸਟਮ। ਮੇਰਾ ਇੱਕ ਸਵਾਲ ਹੈ, ਅਕਸਰ ਜਦੋਂ ਆਪਾਂ ਜਿਮ ਜੁਆਇਨ ਕਰਦੇ ਹਾਂ ਤੇ ਮੁੰਡਿਆਂ ਦਾ ਖਾਸ ਕਰ ਅਗਰ ਕੋਈ ਪੁੱਛਦਾ ਕਿ ਇਹ ਤੂੰ ਜਿਮ ਕਿਉਂ ਲੱਗਿਆ, ਬੰਦਾ ਕਹਿੰਦਾ ਯਾਰ ਮੇਰਾ ਦਿਲ ਟੁੱਟ ਗਿਆ ਹੋਣਾ, ਜਾਂ ਮੇਰੇ ਨਾਲ ਏਦਾਂ ਕਰ ਗਈ, ਕੁੜੀ ਮੈਨੂੰ ਕਰ ਗਈ, ਡਿਚ ਕਰ ਗਈ। ਕੀ ਮਨਦੀਪ ਕੌਰ ਦੇ ਨਾਲ ਜਾਂ ਮੈਂਡੀ ਦੇ ਨਾਲ ਵੀ ਹੋਇਆ ਏਦਾਂ, ਦਿਲ ਟੁੱਟਿਆ ਕਦੇ? Maybe that happened, but I think ਹੋਇਆ, ਬਟ ਮੈਂ ਆਲਰੇਡੀ ਜਿਮ ਜਾ ਰਹੀ ਸੀ ਤੇ 6 ਮਹੀਨੇ ਹੋਏ ਸੀਗੇ ਮੈਨੂੰ ਜਿਮ ਜਾਂਦੇ। ਇਹ ਚੀਜ਼ ਹੋਈ ਮੇਰੇ ਨਾਲ, ਬਟ ਜੇ ਮੈਂ ਜਿਮ ਪਹਿਲਾਂ ਐਕਸਾਈਟਮੈਂਟ ਨਾਲ ਜਾ ਰਹੀ ਸੀ, ਉਹ ਚੀਜ਼ ਨੇ ਮੈਨੂੰ ਹੀਲ ਕੀਤਾ। ਲਾਈਕ ਜਿਮ 'ਚ ਆਪਾਂ ਸੋ ਅਪੈਰੈਂਟਲੀ ਆਈ ਰਿਅਲਾਈਜ਼ ਕਿ ਚਾਹੇ ਮੈਂ ਰੋਵਾਂ, ਚਾਹੇ ਮੇਰਾ ਖੁਸ਼ੀ ਦਾ ਦਿਨ ਹੈ, like all the happiest moment, all the sorrow of my life, I was at gym. I choose iron over everything. ਨਹੀਂ, ਇੱਕ ਬੰਦੇ ਨੂੰ ਜਦੋਂ ਸਟ੍ਰੈਸ ਹੋ ਜਾਂਦਾ, ਤੁਸੀਂ ਕਹਿੰਦੇ ਕਿ ਤੁਸੀਂ ਉਦੋਂ ਜਿਮ ਜਾ ਰਹੇ ਸੀਗੇ, ਜਦੋਂ ਤੁਹਾਡਾ ਉਹ ਸਮਾਂ ਆਇਆ, ਫੇਜ਼ ਆਇਆ ਸੀਗਾ, ਉਦੋਂ ਫਿਰ ਉਹਨੂੰ ਕਿਵੇਂ ਟੈਕਲ ਕੀਤਾ? ਕਿਉਂਕਿ ਅਗਰ ਜਿਮ 'ਚ ਹੀ ਮਿਲਿਆ, ਮਤਲਬ ਤੁਹਾਡਾ ਜਿਮ 'ਚ ਕੀ ਜਿਮ 'ਚ ਤੁਹਾਡੀ ਮੁਲਾਕਾਤ ਹੋਈ ਸੀ ਕਿਵੇਂ? ਨਹੀਂ, that was in different atmosphere. ਇੱਕ ਸਾਲ ਮੈਂ ਖਾਲਸਾ ਕਾਲਜ ਵੀ ਲਾਇਆ ਸੀ, I met him there and it's not even important. He's not even important anymore. Like ਉਹਦੇ ਬਾਰੇ ਗੱਲ ਕਰਨਾ ਵੀ ਮੈਨੂੰ ਲੱਗਦਾ ਨਹੀਂ ਕੋਈ ਬਣਦੀ ਹੈ, ਬਟ ਠੀਕ ਹੈ। it was like ਠੀਕ ਹੈ, ਵਧੀਆ ਸੀਗੇ। 10 ਕੁ ਸਾਲ ਖਰਾਬ ਹੋ ਗਏ ਮੇਰੇ, 10 ਕਿ 16 ਹੀ ਹੋ ਗਏ ਆ ਆਲਮੋਸਟ। ਤੇ ਉਦੋਂ ਇਹ ਚੀਜ਼ਾਂ ਬਾਰੇ ਮੈਂ ਗੱਲ ਕਰ ਵੀ ਨਹੀਂ ਸਕਦੀ ਸੀ। ਹੁਣ ਮੈਨੂੰ ਹੱਸੀ ਆਉਂਦੀ ਹੈ ਗੱਲ ਕਰਕੇ, ਬਿਕੋਜ਼ ਵੀ ਵਰ ਕਿਡਸ ਬੈਕ ਇਨ ਦੋਜ਼ ਡੇਜ਼ ਐਂਡ ਤੇ ਤੁਸੀਂ ਕਿਸੇ ਨਾਲ ਪੂਰਾ ਫਿਊਚਰ ਪਲਾਨ ਕਰਕੇ ਚੱਲਦੇ ਹੋ ਤੇ ਤੁਹਾਡਾ ਤੁਸੀਂ ਮੈਮਰੀਜ਼, ਮੇਰੇ ਕੁਝ ਮੈਮਰੀਜ਼ ਬਣਾਈਆਂ ਹਾਂ, ਤੇ ਉਦੋਂ ਉਸ ਚੀਜ਼ ਨੇ ਮੈਨੂੰ ਧੱਕਾ ਦਿੱਤਾ ਸੀਗਾ। ਬਟ ਜਦੋਂ ਉਹ ਚੀਜ਼ ਦੁਬਾਰਾ ਹੋ ਜਾਂਦੀ ਹੈ ਨਾ, ਇੱਕ ਵਾਰੀ, ਪਹਿਲੀ ਵਾਰੀ ਤਾਂ ਬਹੁਤ ਦਰਦ ਹੋਈ, ਚੀਟ ਕੀਤਾ, ਇਹ ਵੋ। ਸੈਕਿੰਡ ਟਾਈਮ ਇਟ ਵਾਜ਼ ਲਾਈਕ ਕਿ ਤੁਹਾਡੇ ਨਾਲ ਜਦੋਂ ਚੀਜ਼ ਹੋ ਚੁੱਕੀ ਹੁੰਦੀ ਹੈ ਨਾ, ਤੁਹਾਡੀ ਬੋਡੀ, ਤੁਹਾਡਾ ਨਰਵਸ ਸਿਸਟਮ ਆਲਰੇਡੀ ਅਵੇਅਰ ਹੁੰਦਾ ਹੈ ਕਿ ਉਹ ਇਹ ਚੀਜ਼ ਕਰ ਰਿਹਾ ਹੋਣਾ। ਜੇ ਉਹਦਾ ਫੋਨ ਬਿਜ਼ੀ ਆ ਰਿਹਾ ਹੈ, ਹੀ ਇਜ਼ ਟਾਕਿੰਗ ਟੂ ਸਮਬਡੀ, ਲਾਈਕ ਯੂ ਕੈਨ ਨਾਟ ਬਿਲਡ ਦ ਸੇਮ ਥਿੰਗ। ਤੁਹਾਡਾ ਟਰਸਟ ਟੁੱਟ ਜਾਂਦਾ, ਤੁਸੀਂ ਉਹ ਚੀਜ਼ ਦੁਬਾਰਾ ਨਹੀਂ ਬਣਾ ਸਕਦੇ। ਜੋ ਅੱਜ ਦੇ ਟਾਈਮ ਵੀ ਉਹ ਦੁਬਾਰਾ ਆ ਜੇ, ਮੈਂ ਨਹੀਂ ਜੁੜ ਸਕਦੀ ਉਹਦੇ ਨਾਲ। ਸੋ ਮੈਨੂੰ ਲੱਗਦਾ ਜੇ ਜਿੱਥੇ ਚੀਜ਼ ਇੱਕ ਵਾਰੀ ਖਰਾਬ ਹੋ ਗਈ, ਉਹ ਦੁਬਾਰਾ ਨਹੀਂ ਬਣੇਗੀ ਉੱਦਾਂ ਦੀ। ਚਾਹੇ ਉਹ
ਹਫਤੇ ਦੀ ਗੱਲ ਹੈ ਚਾਹੇ ਮਹੀਨੇ ਦੀ ਗੱਲ ਹੈ ਚਾਹੇ ਸਾਲ ਤੋਂ ਸਾਲ ਹੈ, ਉਹ ਤੁਹਾਨੂੰ ਉਹ ਚੀਜ਼ ਦੁਬਾਰਾ ਉਹ ਚੀਜ਼ ਫੀਲ ਨਹੀਂ ਦੇ ਸਕਦੀ। ਬਿਲਕੁਲ, ਬਿਲਕੁਲ। ਤੇ ਮੈਂ ਵੀ ਉਹ ਇਨਸਾਨ ਨਹੀਂ ਰਹੀ, ਮੇਰੀ ਇਨੋਸੈਂਸ ਚਲੀ ਗਈ ਮੈਨੂੰ ਲੱਗਦਾ। ਮੈਨੂੰ ਲੋਕਾਂ ਦੀ ਚਲਾਕੀਆਂ ਪਤਾ ਲੱਗਣ ਲੱਗ ਗਈ। ਮੈਂ ਇੱਕਦਮ ਇੱਕ ਇਨੋਸੈਂਟ ਚਾਈਲਡਹੁੱਡ ਤੋਂ ਇੱਕਦਮ ਅਡਲਟ ਵੂਮਨ ਹੋ ਗਈ। ਮੇਰਾ ਮਾਈਂਡਸੈਟ ਚੇਂਜ ਹੋ ਗਿਆ। ਮੈਨੂੰ ਪਤਾ ਲੱਗਣ ਲੱਗ ਗਿਆ ਕਿ ਤੁਹਾਡੇ ਨਾਲ ਗਲਤ ਚੀਜ਼ਾਂ ਵੀ ਹੋ ਸਕਦੀਆਂ, ਕਿ ਲੋਕੀ ਤੁਹਾਡਾ ਫਾਇਦਾ ਵੀ ਚੱਕ ਸਕਦੇ ਆ, ਤੁਹਾਡਾ ਟਰਸਟ ਬ੍ਰੇਕ ਕਰ ਸਕਦੇ ਆ, ਚੀਟ ਕਰ ਸਕਦੇ ਆ, ਤੁਹਾਡੀ ਪਿੱਠ ਪਿੱਛੇ ਕਿੰਨਾ ਕੁਝ ਬੋਲ ਸਕਦੇ ਆ just to make their own image better. And that's, I think that was like God ਕਹਿੰਦੇ ਨੇ ਤੈਨੂੰ ਤੋੜਿਆ ਤਾਂ ਗਿਆ, ਤੈਨੂੰ ਰੱਬ ਨਾਲ ਜੋੜਿਆ ਗਿਆ। So I think these things are like part of your own life, ਤਾਂ ਕਿ ਤੁਸੀਂ ਆਪਣੀ ਲਾਈਫ ਤੇ ਫੋਕਸ ਕਰੋ। ਮੈਨੂੰ ਲੱਗਦਾ ਜੇ ਮੈਂ ਇਹ ਚੀਜ਼ ਤੋਂ ਨਹੀਂ ਜਾਂਦੀ, ਮੈਂ ਡਿਪੈਂਡੈਂਟ ਸੀਗੀ ਬੰਦੇ ਤੇ। ਮੇਰੇ ਸਾਰੇ ਲਾਈਫ ਗੋਲਸ ਉਹਦੇ ਨਾਲ ਰਿਵੋਲਵ ਕਰ ਰਹੇ ਸੀ ਕਿ ਉਹ ਇਹ ਕਰੇਗਾ ਮੈਂ ਇਹ ਕਰੂੰਗੀ। ਬਟ ਜਿੱਦਣ ਹੋ ਗਿਆ I was like ਮੇਰੀ ਡਿਗਰੀ ਹੋ ਗਈ, I'm a free bird। ਅੱਜ ਦੇ ਟਾਈਮ 'ਚ ਮੈਂ ਝੋਲਾ ਚੱਕ ਕੇ ਜਿੱਥੇ ਮਰਜ਼ੀ ਜਾ ਸਕਦੀ ਹਾਂ, ਲਾਈਕ ਆਈਦਰ ਡਿਫਰੈਂਟ ਸਟੇਟ ਔਰ ਡਿਫਰੈਂਟ ਕੰਟਰੀ। ਤੇ ਯਾ ਆਈ ਥਿੰਕ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਤੇ ਮੈਨੂੰ ਉਹੀ ਚੀਜ਼ ਨੇ ਹੀਲ ਕੀਤਾ ਜਿੱਥੇ ਮੈਂ ਕਹਿੰਦੇ ਨਹੀਂ ਹੈ ਕਿ ਮੇਕ ਸ਼ੋਰ ਯੂ ਲਾਫ ਐਟ ਦੋਜ਼ ਪਲੇਸਿਸ ਵੇਅਰ ਯੂ ਕਰਾਈਡ ਵਾਂਸ, ਐਂਡ ਆਈ ਹੈਵ ਬੀਨ ਥਰੂ ਆਲ ਥੀਸ ਫੇਸਿਸ ਵੇਅਰ ਆਈ ਕਰਾਈਡ ਐਂਡ ਆਈ ਐਮ ਲਾਫਿੰਗ ਦੇਅਰ। ਤੁਹਾਨੂੰ ਪਤਾ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ, ਜਦੋਂ ਉਸ ਇਨਸਾਨ ਦੇ ਬਾਰੇ ਗੱਲ ਕਰਦੇ ਨਾ, ਇੱਕ ਆਵਾਜ਼ ਦੇ ਵਿੱਚ ਇੱਕ ਥੋੜੀ ਜਿਹੀ ਨਵੀਂ ਇੱਕ ਟੋਨ ਆਉਂਦੀ ਹੈ ਨਾ, ਹਲਕੀ ਜੀ। ਮੈਨੂੰ ਮਹਿਸੂਸ ਹੋ ਰਹੀ ਹੈ, ਸ਼ਾਇਦ ਤੁਹਾਨੂੰ ਮੈਨੂੰ ਲੱਗ ਰਿਹਾ ਹੈ। ਓਕੇ, ਨਹੀਂ ਉਹ ਤਾਂ ਅੱਛੀ ਗੱਲ ਹੈ, ਬਟ ਮੈਨੂੰ ਸਾਹ ਚੜ ਰਿਹਾ ਬੋਲਦੇ ਬੋਲਦੇ। ਕਾਫੀ ਨਹੀਂ, ਮੇਰਾ ਨੈਪ ਮਿਸ ਹੋ ਗਿਆ ਅੱਜ। ਅੱਛਾ, ਇੱਕ ਚੀਜ਼ ਹੋਰ ਹੈ। ਹਾਂ, ਅਗਰ ਪਰ ਇੱਕ ਬੰਦਾ ਕਹਿੰਦਾ ਕਿ ਯਾਰ ਕਿਸੇ ਦਾ ਹੋਣਾ ਤਾਂ ਲਾਈਫ ਦੇ ਵਿੱਚ ਜ਼ਰੂਰੀ ਹੈ। ਤੁਸੀਂ ਤਾਂ ਜਿਮ ਪੂਰੇ ਤਰੀਕੇ ਨਾਲ ਇਹਦੇ ਨਾਲ ਜੁੜ ਚੁੱਕੇ ਹੋ ਨਾ, ਤੇ ਹੁਣ ਲੱਗਦਾ ਤੁਹਾਨੂੰ ਕਿ ਇੱਕ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ? ਮੈਂ ਕੋਸ਼ਿਸ਼ ਕੀਤੀ, ਮੈਨੂੰ ਕੋਈ ਮਿਲਿਆ, ਮੈਨੂੰ ਜਿੱਥੇ ਲੱਗਿਆ ਕਿ ਹਾਂ ਇਨਸਾਨ ਮੇਰੇ ਲਈ ਸਹੀ ਹੈ, ਬਟ ਉਹ ਲੋਕ ਲਾਈਕ ਫੋਰ ਐਗਜ਼ਾਮਪਲ I think ਅੱਜ ਦੇ men they cannot handle a woman like me. They are weak. And they cannot handle emotions. ਕਿਵੇਂ ਸੋਚਦੇ ਹੋ? ਮਤਲਬ ਮੈਂਟੈਲਿਟੀ ਦੇ ਤੌਰ ਤੇ ਸੋਚਦੇ ਹੋ ਜਾਂ ਹੈਂਡਲ ਨਹੀਂ ਕਰ ਸਕਦੇ? ਜਾਂ ਨਹੀਂ ਮੈਨੂੰ ਲੱਗਦਾ ਕਿ sorry about the yard word, and I'm saying like they show they are cool. ਮੇਰੇ friends ਬਹੁਤ chill ਨੇ, like I don't know they are chill because they are my friends, but ਇੱਕ ਉਹ possessiveness, ਉਹ insecurity, ਕੈਦ ਕਰਨ ਵਾਲੀ, ਮੇਰੇ ਹਿਸਾਬ ਨਾਲ ਚੱਲ, ਤੇ you know all these ਪੰਜਾਬੀ community ਹੋਣੀ ਚਾਹੀਦੀ ਹੈ। I respect that, ਬਟ ਤੁਸੀਂ ਮੈਨੂੰ ਲੇਬਲ ਨਹੀਂ ਕਰ ਸਕਦੇ ਕਿਸੇ ਚੀਜ਼ ਲਈ ਕਿ ਤੂੰ ਐਵੇਂ ਦੀ ਹੈ, ਤੂੰ ਉਵੇਂ ਦੀ ਹੈ, ਤੇਰੇ ਟੈਟੂ ਹੈ, ਤੂੰ ਇਹੋ ਜਿਹੀ ਹੋਏਂਗੀ, you know all these। ਮਤਲਬ ਜਜਮੈਂਟ ਨਹੀਂ ਕਰਨੀ ਚਾਹੀਦੀ। ਹਾਂ, ਮਤਲਬ ਲਾਈਕ ਉਹਨੂੰ ਮਤਲਬ ਮੈਂ ਉਹ ਮੇਰੀ ਪੂਕੀ ਮੈਂਟੈਲਿਟੀ ਹੈ ਅਬਾਊਟ ਦੈਟ, ਤੇ ਮੈਂ ਜਿੱਦਾਂ ਦੇ ਵੀ ਹਾਂ ਖਿੜ ਜਾਣਾ ਚਾਹੀਦਾ ਮੈਨੂੰ ਦੇਖ ਕੇ। ਹੀ ਸ਼ੁੱਡ ਬੀ ਐਕਸਾਈਟਿਡ ਅਬਾਊਟ ਹੈਵਿੰਗ ਮੀ ਇਨ ਹਿਜ਼ ਲਾਈਫ। I didn't see any human like that। ਮਤਲਬ ਹੁਣ ਤੱਕ ਉਦਾਂ ਦਾ ਕੋਈ ਨਹੀਂ ਮਿਲਿਆ ਮੈਨੂੰ। ਸਾਰੇ ਸੋਚ ਕੇ ਆਉਂਦੇ ਕਿ ਕੁੜੀ ਡੈਂਟਿਸਟ ਹੈ, ਕੁੜੀ ਏਦਾਂ, ਕੁੜੀ ਉਦਾਂ, ਲਾਈਕ they are just seeing the person what I'm bringing on the table, but what he's bringing for me chaos, nah, I don't want that। ਮੇਰੀ ਲਾਈਫ ਬਹੁਤ ਸਰਵਾਈਵਲ ਮੋਡ ਤੇ ਰਹੀ ਹੈ, to be honest। I have a phase where my dad had a major accident। ਆਪਣੀ ਪੂਰੀ ਫੈਮਿਲੀ ਦਾ ਮੈਂ financial fall ਦੇਖਿਆ। ਮੇਰੀ mom working ਹੋ ਗਈ ਇੱਕਦਮ, and then she took care of everyone, and then my brother is a special child। ਮੇਰੇ around no male strength ਦਿਖੀ ਨਹੀਂ ਹਜੇ ਤੱਕ ਮੈਨੂੰ ਫੀਮੇਲ ਸਟਰੈਂਥ ਜ਼ਿਆਦਾ ਦੇਖੀ ਹੈ, ਚਾਹੇ ਮੇਰੀ ਨਾਨੀ ਹੈ, ਚਾਹੇ ਮੇਰੀ mom ਹੈ, ਤੇ ਫਿਰ ਮੇਰੇ 'ਚ ਵੀ ਬਹੁਤ ਜ਼ਿਆਦਾ। ਮੈਂ ਕਿਹਦੇ ਕੋਲ ਜਾ ਕੇ ਆਪਣੀ ਸਟਰੋਂਗ ਵੂਮਨ ਪਰਸਨੈਲਿਟੀ ਲੂਜ਼ ਕਰਾਂ? ਬਿਲਕੁਲ। ਕਿ ਮੈਂ ਕਿਹਦੇ ਕੋਲ ਜਾ ਕੇ ਟੁੱਟਾਂ? You know, the comfort I want, ki I'm tired man, just take care of me। Where is that man? No, I don't see that kind of personality। ਮਤਲਬ ਉਦਾਂ ਦਾ ਇਨਸਾਨ। ਹਾਂ, ਤੇ ਹੁਣ ਮੈਂ ਕਈ ਵਾਰੀ ਇਹ ਚੀਜ਼ਾਂ ਮੈਨੂੰ ਪਿਟੀ ਵੀ ਫੀਲ ਕਰਾ ਦਿੰਦੀਆਂ ਕਈ ਵਾਰੀ ਕਿ ਯਾਰ ਕੀ ਹੈ ਏਦਾਂ, ਬਟ ਹੁਣ ਮੈਨੂੰ ਉਹ ਚੀਜ਼ ਮੈਨੂੰ ਸਟਰੈਂਥ ਲੱਗਦੀ ਹੈ ਕਿ God gave me this opportunity in my life so that I could take care of my brother। He's a special child, he represent India, he play for India, he got state award on this 26 January parade ground, right? That's big achievement for me। I'm proud of as a sister, but ਦੁਨੀਆ ਉਹਨੂੰ ਵੀ ਨਹੀਂ ਜਿੰਨ ਦਿੰਦੀ। ਉਹਨੂੰ ਇਕੱਲੇ ਨੂੰ ਕਿਤੇ ਤੋੜ ਦਾਂਗੇ, ਉਹਦੀ 100 ਸ਼ਿਕਾਇਤਾਂ ਲਾਣਗੇ। ਮੈਂ ਕਿਹਾ ਮੰਮਾ you know what, like people will always blame you ਕਿ ਇਹ ਬੰਦਾ ਇਹੋ ਜਿਹਾ, ਇਹ ਫਿਰ ਵੀ ਇੰਨਾ ਵਧੀਆ ਕਰ ਰਿਹਾ। ਮੈਂ ਕਿਹਾ ਨਾ, ਜੇ ਨਸ਼ੇੜੀ ਸ਼ਰਾਬੀ ਹੁੰਦਾ ਉਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਕਿ ਚੱਲ ਨਸ਼ੇੜੀ ਹੈ, ਲੈ ਇਹ ਤਾਂ ਰੋਜ਼ ਦਾ ਹੀ ਕੰਮ ਹੈ। ਬਟ ਜੇ ਆਪਾਂ ਮਿਹਨਤ ਕਰ ਰਹੇ, ਆਪਾਂ ਕਿਤੇ ਪਹੁੰਚ ਰਹੇ, ਉਹਦੇ ਬਾਰੇ ਲੋਕ ਇੰਨਾ ਬੋਲਣਗੇ। ਮੈਨੂੰ ਯਾਦ ਹੈ there was a time like people used to be sarcastic about my choosing my career,
मैं क्या ना मैं हो जी फैमिली च आ रही हूँ डॉक्टर बनना वाज सच अ ड्रीम बिल्कुल I'm first doctor in my family and they used to laugh at me my own relatives my own cousins how my own ਪੜੋਸੀ whatsoever neighbors ਡਾਕਟਰ ਸਾਹਿਬ ਆ ਗਏ ਮੈਂ ਟਿਊਸ਼ਨ ਪੜ੍ਹ ਕੇ ਆਉਂਦੀ ਸੀ ਨਾ ਮੈਨੂੰ ਕਮੈਂਟ ਕਰਦੀ ਸੀ ਡਾਕਟਰ ਸਾਹਿਬ ਆ ਗਏ ਹੁਣ ਮੈਂ ਹੈਗੀ ਆ ਹੁਣ ਬੋਲੋ ਹਾਂ ਬਿਲਕੁਲ they're just quiet ਕਿਤੇ ਨਾ ਕਿਤੇ ਜਦੋਂ ਬੰਦਾ ਅੱਗੇ ਵੱਧਦਾ ਉਹਨੂੰ ਜ਼ਿਆਦਾ ਚੇਸ ਕੀਤਾ ਜਾਂਦਾ ਹੈ ਰੈਦਰ ਦੈਨ ਕਿ ਜਿਹੜਾ ਕੋਈ ਬੰਦਾ ਹੈ ਤੇ ਮੈਂ ਉਦੋਂ ਘੁੰਮਦਾ ਨਾ ਫਿਰਦਾ। ਇਫੈਕਟ ਨਹੀਂ ਹੋਈ ਮੈਂ ਕਦੀ ਇਸ ਚੀਜ਼ ਤੋਂ ਲੈ ਕੇ ਕਦੀ ਇਫੈਕਟ ਨਹੀਂ ਹੋਈ ਡਾਕਟਰ ਸਾਹਿਬ ਆ ਗਏ ਹੁਣ ਬੋਲੋ ਨਾ ਹੁਣ ਤਾਂ ਸੱਚੀ ਆ ਗਏ ਐਗਜ਼ੈਕਟਲੀ seriously. like I was just in 10th standard I started going my coaching and somebody is commenting me who is my father figure who is neighbor who have a daughter like me no that's not the way appreciated कि चल बच्चे तू medical ले आया I'm so proud of you and you know people really appreciate overseas ਗੋਰਿਆਂ ਦੀ ਗੱਲ ਕਰੀਏ ਨਾ ਉਹ ਹਰ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦੇ ਮੈਂ ਜਿੱਦਾਂ ਦੀ ਦੇਖਦੀ ਹਾਂ ਐਪਰੀਸ਼ੀਏਟ ਕਰਦਾ ਤੇ ਬਾਹਰ ਤੁਸੀਂ ਗਏ ਹੋ ਹਨਾ ਉੱਥੇ ਦੀ ਲਾਈਫ ਉੱਥੇ ਦੀ ਬੋਡੀ ਬਿਲਡਿੰਗ ਲਾਈਫ ਇੱਥੇ ਦੀ ਇੰਡੀਆ ਦੀ ਲਾਈਫ ਜੇ ਆਪਾਂ ਖਾਸ ਕਰ ਗੱਲ ਕੀਤੀ ਜਾਵੇ ਟਰਾਈ ਸਿਟੀ ਆਪਣੀ ਪੰਜਾਬ ਦੀ ਗੱਲ ਕੀਤੀ ਫਰਕ ਹੈਗਾ ਜ਼ਮੀਨ ਆਸਮਾਨ ਦਾ ਫਰਕ ਹੈ ਇੱਥੇ ਸਵੇਰੇ ਜੇ ਕੀ ਮੈਂ ਅੱਛਾ ਫਰਕ ਮੈਨੂੰ ਉਹ ਫਰਕ ਦੱਸਿਓ ਜੋ ਕਿ ਆਪਣੇ ਪੰਜਾਬੀ ਲੋਕ ਨਾ ਸੌਖੇ ਤਰੀਕੇ ਨਾਲ ਸਮਝਣ ਕੀ ਫਰਕ ਕੀ ਕਿਉਂਕਿ ਮੈਂ ਟੌਪਿਕ ਤੋਂ ਵੇ ਤਾਂ ਨਹੀਂ ਗਈ ਕਿਤੇ ਵੀ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਉਹ ਆਪਾਂ ਜਿਹੜਾ ਇੱਕ ਲੈ ਫੜੀ ਹੋਈ ਹੈ ਨਾ ਅਸੀਂ ਉਹਦੇ ਤੇ ਰਵਾਂਗੇ ਅੱਗੇ ਪਿੱਛੇ ਗੱਲਾਂ ਹੋ ਸਕਦੀਆਂ ਨੇ ਪਰ ਮੈਨੂੰ ਇਹ ਦੱਸੋ ਉੱਥੇ ਦੇ ਇੱਥੇ ਦੇ ਕੀ ਫਰਕ ਹੈ ਉੱਥੇ ਦੇ ਮੁੰਡਿਆਂ 'ਚ ਕੀ ਇੱਥੇ ਦੇ ਮੁੰਡਿਆਂ 'ਚ ਕੀ ਫਰਕ ਹੈ ਤੇ ਕੁੜੀਆਂ ਦੇ ਵਿੱਚ ਫॉर एग्जांपल ਮੁੰਡਿਆਂ ਦੀ ਗੱਲ ਕਰਦੇ ਹਾਂ ਇੱਥੇ ਮੈਂ ਜਾ ਰਹੀ ਹਾਂ ਸਪੋਜ਼ ਮੈਂ ਹੁਣੇ ਜੋ ਆਊਟਫਿਟ ਪਾਇਆ ਮੈਂ ਉਬਰ 'ਚ ਬੈਠ ਕੇ ਆਈ ਹਾਂ ਫॉर एग्जांपल ਤੇ ਚਲੋ ਵਧੀਆ ਸੀ ਉਬਰ ਵਾਲਾ ਨਹੀਂ ਘੂਰਿਆ ਬਟ ਦੇ ਸਟੇਅਰ ਸੈਕੰਡ ਥਿੰਗ ਜੇ ਤੁਸੀਂ ਰੋਡ ਤੇ ਚੱਲ ਰਹੇ ਹੋ ਤੁਹਾਨੂੰ ਘੂਰਨਗੇ ਜੇ ਤੁਸੀਂ ਮਾਰਕੀਟ ਜਾ ਰਹੇ ਹੋ ਤੁਹਾਨੂੰ ਦੋ ਮੁੰਡੇ ਚੇਸ ਕਰਨਗੇ ਗੱਡੀ ਮਗਰ ਲਾ ਲੈਣਗੇ ਚਲੋ ਨਹੀਂ ਵੀ ਮਗਰ ਲਾਈ ਕੁਛ ਨਾ ਕੁਛ ਕਮੈਂਟ ਕਰ ਦੇਣਗੇ ਨਜਾਇਜ਼ ਹੀ ਲੇਬਲ ਕਰ ਦੇਣਗੇ ਕੁਛ ਨਾ ਕੁਛ ਨਾ ਜਾਣਨਾ ਪਛਾਣ ਤੇ ਉੱਥੇ ਇਹ ਚੀਜ਼ ਨਹੀਂ ਸੀਗੀ ਉੱਥੇ ਮੈਂ ਨੇਰੇ 'ਚ ਜਾ ਰਹੀ ਹਾਂ ਸਾਜਰੇ ਜਾ ਰਹੀ ਹਾਂ अर्ਲੀ ਮਾਰਨਿੰਗ ਵਾਲੇ ਨੇਰੇ 'ਚ ਜਾ ਰਹੀ ਹਾਂ ਜਦੋਂ ਮਰਜ਼ੀ ਜਾ ਰਹੀ ਹਾਂ ਪੀਪਲ ਯੂਜ਼ਡ ਟੂ ਵਿਸ਼ ਮੀ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ ਐਵਰੀਵੇਅਰ ਤੇ ਇੱਥੇ ਤਾਂ ਤੰਗ ਕਰ ਦਿੰਦੇ ਚਾਹੇ ਬਜ਼ੁਰਗ ਹੈ ਚਾਹੇ ਡੈਡ ਦੀ ਉਮਰ ਦੇ ਚਾਹੇ ਜਿੱਦਾਂ ਵੀ ਹੈ ਦੇ ਜਸਟ ਬੋਦਰ ਯੂ ਸੋ ਮਚ ਤੇ ਉੱਥੇ ਇਹ ਚੀਜ਼ ਨਹੀਂ ਸੀਗੀ ਮੈਂ ਭਾਜੀ ਨੂੰ ਕਿਹਾ ਮੈਂ ਕਿ ਓ ਆਈ ਲਵ ਦਿਸ এনवायरमेंट ਮੈਂ ਕਿ ਮੈਨੂੰ ਇੰਨੀ ਆਜ਼ਾਦੀ ਜ਼ਿੰਦਗੀ 'ਚ ਕਿਤੇ ਨਹੀਂ ਫੀਲ ਹੋਈ ਆਲਦੋ ਮੈਂ ਆਜ਼ਾਦ ਦੇਸ਼ 'ਚ ਰਹਿੰਦੀ ਹਾਂ ਮੈਨੂੰ ਇਹ ਆਜ਼ਾਦੀ ਨਹੀਂ ਕਦੀ ਫੀਲ ਹੋਈ ਕੋਈ ਮੈਨੂੰ ਛੇੜ ਦੇਗਾ ਕੋਈ ਮੈਨੂੰ ਘੂਰ ਰਿਹਾ ਮੈਂ ਕਿੱਦਾਂ ਦੇ ਕੱਪੜੇ ਪਾਏ ਆ ਨਾ ਤੇ ਦੂਸਰੀ ਗੱਲ ਜਿਮ 'ਚ ਵੀ ਉੱਥੇ ਐਟਮੋਸਫੇਅਰ ਇਹੋ ਜਿਹਾ ਸੀ ਪੀਪਲ ਐਪਰੀਸ਼ੀਏਟ ਯੂ ਫੀਮੇਲ ਮੇਲ ਐਵਰੀਬਡੀ ਦੇ ਸਟਿਲ ਔਨ ਮਾਈ ਇੰਸਟਾਗ੍ਰਾਮ ਦੇ ਆਰ ਕਨੈਕਟਡ ਦੇ ਵਰ ਫਰਮ ਡਿਫਰੈਂਟ ਨੇਸ਼ਨ ਉਹਨਾਂ ਨੇ ਵਧੀਆ ਐਪਰੀਸ਼ੀਏਟ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਕਿ ਤੁਸੀਂ ਬਾਡੀ ਬਿਲਡਰ ਲੱਗਦੇ ਹੋ ਤੁਹਾਡੀ ਬਾਡੀ ਕਿੰਨੀ ਵਧੀਆ ਐਂਡ ਐਵਰੀਥਿੰਗ ਯੂ ਸੋ ਨਾਈਸ ਐਂਡ ਐਵਰੀਥਿੰਗ ਆਈ ਟੋਲਡ them I was so proud to tell them I came from India ਤੇ ਜਿਮ ਦੇ ਜਦੋਂ ਆਪਾਂ ਜਿਮ ਜਾਂਦੇ ਆ ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰੀਏ ਹਨਾ ਇੱਥੇ ਦੇ ਜਿਮ ਦੇ ਵਿੱਚ ਜਦੋਂ ਆਪਾਂ ਜਾਂਦੇ ਐਂਟਰ ਕਰਦੇ ਆ ਨਾ ਮਤਲਬ ਆਪਾਂ ਆਮ ਤੌਰ ਤੇ ਸੁਣਦੇ ਆ ਮੁੰਡਿਆਂ ਦੀ ਇਹ ਸੋਚਣੀ ਹੁੰਦੀ ਹੈ ਕਿ ਵੀ ਆਪਾਂ ਜਿਮ ਜਾਣਾ ਤੇ ਆਪਾਂ ਕਿਸੇ ਉੱਥੇ ਕੁੜੀ ਨਾਲ ਗੱਲਬਾਤ ਕਰਨੀ ਆ ਬੋਡੀ ਦਾ ਬਾਅਦ ਦੇ ਵਿੱਚੋਂ ਏਦਾਂ ਹੈ ਮਤਲਬ ਨਹੀਂ ਇਹੋ ਜਿਹਾ ਉੱਥੇ ਕੁਝ ਨਹੀਂ ਹੈ ਪੀਪਲ ਤੇ ਇੱਥੇ ਜਦੋਂ ਜਿਮ ਜਾਂਦੇ ਹੋ ਇੱਕ ਹੋਰ ਪੁਆਇੰਟ ਮੈਂ ਕਵਾਂਗੀ have my very old friend living in New York and I couldn't meet him ਮੈਂ ਜਦੋਂ ਅਮਰੀਕਾ ਗਈ ਨਾ ਮੈਨੂੰ ਲੱਗਦਾ ਸੀ ਸਾਰੇ ਚੰਡੀਗੜ੍ਹ ਵਾਂਗੂ ਨੇੜੇ ਨੇੜੇ ਰਹਿੰਦੇ ਹੈ ਬਟ ਉੱਥੇ everybody lives so far and I couldn't meet him ਤੇ ਉਹਨੂੰ ਮੈਂ ਕਾਲ ਕੀਤੀ ਮੈਂ ਕਿ ਮੈਂ ਕਿ ਇੱਥੇ ਤਾਂ ਯਾਰ कहता एक गल कहा मैं कहा मैं नहीं बोला उन्होंने बोला कह रहा लग रहा है ना प्रोडक्टिव सब अपने जैसे तेरे को लिटरली if here I am just 2% of people every single person in whichever part I was living there was same सारे मॉर्निंग च रनिंग करते हैं शाम ਨੂੰ ਕਰਦੇ ਆ ਵਧੀਆ ਕਲੀਨ ਈਟਿੰਗ ਕਰਦੇ ਆ ਕਾਫੀ ਪੀਂਦੇ ਆ ਲਾਈਕ whatsoever habits I have created in my life in last whatsoever year ਕੱਲੇ ਇਹ ਨਹੀਂ ਕਿ ਲੋਕਾਂ ਨਾਲ ਲਾਈਕ ਸੋਲੋ ਰਨਿੰਗ ਐਵਰੀਥਿੰਗ they are so beautiful the female I'm talking about and they are so fit ਉਹਨਾਂ ਨੇ ਕਾਫੀ ਪੀਣੀ ਉਹਨਾਂ ਨੇ ਰਨਿੰਗ ਤੇ ਜਾਣਾ ਵਧੀਆ ਤਿਆਰ ਸ਼ਰ ਹੋ ਕੇ no guy they drive those GMC trucks and everything you know such a personality and then they have muscles it's such a cool inspiring thing ਤੇ ਇਹ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਿਆ and everybody does that over there ਤੇ ਉਹ ਚੀਜ਼ਾਂ ਮੈਨੂੰ ਲੱਗਿਆ ਕਿ ਇੱਥੇ ਨਹੀਂ ਹੋ ਸਕਦੀ ਉਹ ਇੱਥੇ ਮੈਨੂੰ ਯਾਦ ਹੈ ਅੱਜ ਤੋਂ ਕਿੰਨੇ ਸਾਲ ਪਹਿਲਾਂ ਜਿਮ ਜਾਣਾ ਮੈਂ ਜਦੋਂ ਸ਼ੁਰੂ ਕੀਤਾ ਕਿਆ ਜਿਮ ਜਾਏਗੀ ਬੋਡੀ ਬਣਾਏਗੀ ਲੜਕਾ ਬਣੇਗੀ ਤੂੰ ਮੇਰੇ ਆਪਣੇ ਫਰੈਂਡਸ ਨੇ ਉਦੋਂ ਕਿਆ ਹੁਣ ਉਹ ਫਰੈਂਡਸ ਨਹੀਂ ਰਹੇ ਉਹ ਛੱਡ ਤੇ ਪਿੱਛੇ
ਕਿਉਂਕਿ ਅੱਜ ਵੀ ਮੈਂ ਪੋਸਟ ਪਾਈ, ਇੱਕ ਸਟੋਰੀ ਪਾਈ ਹੈ, ਲਾਈਕ ਯੂ ਨੋ ਵੈਨ ਯੂ some friendship has to leave behind when you are evolving in your life, because some people do not evolve with you but they pull you back. ਸੋ ਜਿਹੜੇ ਪਿੱਛੇ ਰਹਿ ਗਏ ਉਹ ਰਹਿ ਗਏ, ਕਿਉਂਕਿ ਉਹ ਉੱਥੇ ਹੀ ਬਿਲੋਂਗ ਕਰਦੇ ਸੀ, ਉਹ ਫੇਸ ਸੀਗਾ। ਹੁਣ ਜਦੋਂ ਆਪਾਂ ਕਿਤੇ ਜਾ ਰਹੇ ਹਾਂ ਸਾਨੂੰ ਨਵੇਂ ਲੋਕ ਮਿਲਣਗੇ ਆਪਣੇ ਵਰਗੇ, ਤੇ ਜਦੋਂ ਤੁਹਾਨੂੰ ਆਪਣੇ ਵਰਗੇ ਲੋਕ ਨਹੀਂ ਮਿਲਦੇ ਤੁਸੀਂ ਬੈਟਰ ਹੈ ਇਕੱਲੇ ਹੀ ਰਹੋ। ਅੱਛਾ, ਇੱਥੇ ਤੁਸੀਂ ਜਿਮ 'ਚ ਜਾਂਦੇ ਹੋ, ਕਮੈਂਟ ਹੁੰਦੇ ਆ ਤੁਹਾਡੇ? ਕਿਉਂਕਿ ਤੁਹਾਡੀ ਫੇਸਬੁੱਕ ਤੇ ਅਸੀਂ ਤੁਹਾਡੀ ਰੀਲਸ ਦੇਖਦੇ ਆ ਨਾ, ਤੁਸੀਂ ਅਗਰ ਤੁਸੀਂ ਬੋਡੀ ਬਣਾਈ ਹੈ ਤਾਂ ਓਬਵੀਅਸਲੀ ਗੱਲ ਹੈ ਫਲੈਕਸ ਕਰਨਾ ਬਣਦਾ, ਕਿਉਂਕਿ ਇੰਨੀ ਮਿਹਨਤ ਕੀਤੀ ਹੈ ਤਾਂ ਉਹ ਕੋਈ ਨਾ ਦਿਖੇ ਤਾਂ ਉਹਦਾ ਕੋਈ ਫਾਇਦਾ ਨਹੀਂ। ਤੇ ਮਤਲਬ ਇੱਥੇ ਕੀ ਰਿਐਕਸ਼ਨ ਹੁੰਦਾ? ਮਤਲਬ 2019 was the time when I came into bodybuilding. Before that I was just going to gym, और मेरे आसपास ਇਹੋ ਜਿਹੇ ਲੋਕ ਸੀ ਨਾ, ਫੋਟੋ ਨਹੀਂ ਡਾਲਣੀ ਨਜ਼ਰ ਲੱਗ ਜਾਏਗੀ, ਮਤਲਬ ਆਪ ਹੀ ਫੋਟੋ ਨਹੀਂ ਪਾਉਂਦੇ ਸੀ ਆਪਾਂ। ਹਜੇ ਵੀ ਆਪਾਂ ਕਈ ਵਾਰੀ ਯਕੀਨ ਕਰਦੇ ਹਾਂ ਕਿ ਨਹੀਂ ਪਾਣੀ ਫੋਟੋ, ਵਧੀਆ ਬੋਡੀ ਲੱਗ ਰਹੀ ਹੈ। ਤੇ ਹੁਣ ਵੀ ਮੈਂ ਆਪਣੇ ਆਪ ਨੂੰ ਪਤਾ ਕਿੱਦਾਂ ਦੀ ਦੇਖਦੀ ਹਾਂ, ਆਪਣੇ ਆਪ ਨੂੰ ਮਿਰਰ 'ਚ ਜਦੋਂ ਦੇਖਦੀ ਹਾਂ, the girl old version of me who is fat chubby, I see myself that way in mirror. ਬਟ ਕਿਉਂਕਿ ਜਿਸ ਦਿਨ ਮੈਂ ਆਪਣੇ ਆਪ ਨੂੰ ਐਕਚੁਅਲ ਰਿਫਲੈਕਸ਼ਨ ਦੇਖਣ ਲੱਗ ਗਈ, ਮੈਂ ਕੰਮ ਕਰਨਾ ਬੰਦ ਕਰ ਦਾਂਗੀ ਉਸ ਚੀਜ਼ ਤੇ ਮੈਂ ਆਪਣੇ ਆਪ ਨੂੰ imperfect ਦੇਖਦੀ ਹਾਂ, because that's how you keep going in your life, that you're learning, you have to do that again. ਕਮੈਂਟ ਦੀ ਗੱਲ ਕਰਦੇ, ਨੈਗੇਟਿਵ ਕਮੈਂਟ ਉਦੋਂ ਆਉਂਦੇ ਸੀਗੇ 2019 'ਚ, ਜਦੋਂ ਮੈਂ ਨਵੀਂ ਆਈ। ਮੈਂ ਆਪਣੇ ਆਪ ਨੂੰ ਵੀ ਪਰਖਦੀ ਸੀ, am I ready for this? Would you be able to take this hate, negativity with yourself? Like, yeah, let's fight with the system. And the day I decided is the day I evolved, and now I don't care. मेरी problem थोड़ी है जिद्दां वो मेरे बारे सोचते हैं। There was this statement I learned somewhere, we have two perception in our life, and one like with other person, like ਜਿੱਦਾਂ ਉਹ ਮੇਰੇ ਬਾਰੇ ਸੋਚਦਾ, ਜਿੱਦਾਂ ਮੈਂ ਆਪਣੇ ਬਾਰੇ ਸੋਚਦੀ ਹਾਂ, ਫਿਰ ਆਪਾਂ ਆਪਣੇ ਆਪ ਨੂੰ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਦੇ ਹਿਸਾਬ ਨਾਲ। No, we don't have to do that. ਉਹਦੀ ਪ੍ਰੋਬਲਮ ਆ, ਉਹ ਸਾਨੂੰ ਕਿੱਦਾਂ ਦੇਖਦਾ ਆਪਣੇ ਬਾਰੇ। ਤੇ ਲੋਕੀ ਮੈਨੂਪੂਲੇਟ ਕਰਨ ਦੀ ਕੋਸ਼ਿਸ਼, ਨਹੀਂ ਤੂੰ ਇਹ ਕਰ, ਔਰ ਕੰਸਟਰਕਟਿਵ ਕ੍ਰਿਟਿਸਿਜ਼ਮ ਉਹਨਾਂ ਤੋਂ ਆ ਰਿਹਾ ਜੋ ਜ਼ਿੰਦਗੀ 'ਚ ਕੁਝ ਕੰਸਟਰਕਟ ਨਹੀਂ ਕਰ ਰਹੇ। ਵੇਲੇ ਲੋਕ ਤੁਹਾਨੂੰ ਸਲਾਹ ਦੇਣਗੇ, ਬਰੋ ਤੂੰ ਆਹ ਕੰਮ ਕਰ, ਕਿਉਂ ਕਰਾਂ ਮੈਂ ਤੇਰੇ ਹਿਸਾਬ ਨਾਲ, ਕਿਉਂ ਚੱਲਾਂ। ਅੱਛਾ, ਆਪਾਂ ਜਾਂਦੇ ਜਿਹੜੇ ਵੱਡੇ ਜਿਮਸ ਹੁੰਦੇ ਨੇ ਅੱਜ ਕੱਲ੍ਹ, ਉਹ ਮਤਲਬ ਜਿਮ ਦੇ ਵਿੱਚ ਨਾ ਇੱਕ ਉਹ ਬਣ ਗਿਆ, ਇੱਕ ਲੋਕਾਂ ਦਾ ਆਪਸ ਦੇ ਵਿੱਚ ਸਿਨੈਰੀਓ ਜਿਹਾ ਕ੍ਰੀਏਟ ਕਰ ਲਿਆ, ਉਹ ਕੀ ਹੈ ਕਿ ਵੱਡੇ ਜਿਮ ਸੋਰਸਿਸ ਬਣਨਗੇ ਜਾਂ ਸਾਡੇ ਵਧੀਆ ਲੋਕਾਂ ਦੇ ਨਾਲ। ਅੱਛਾ, ਮੁੰਡਿਆਂ ਦੀ ਤਾਂ ਹੈਗੀ ਹੈ ਕਿ ਆਪਾਂ ਜਾਵਾਂਗੇ ਜਾਂ ਵਧੀਆ ਕਿਸੇ ਕੁੜੀ ਨਾਲ ਗੱਲ ਕਰਾਂਗੇ, ਸਾਡੇ ਕੰਟੈਕਟ। ਕੁੜੀਆਂ ਦੇ ਵਿੱਚ ਵੀ ਏਦਾਂ ਹੈਗਾ? I don't know, maybe some girls choose to go at that peak hour ਜਦੋਂ rush ਹੁੰਦਾ to go have some new boyfriend or something, I don't know. But yeah, ਕਈ ਕੁੜੀਆਂ ਕਹਿੰਦੀਆਂ ਵਾਈਬ ਨਹੀਂ ਆ ਰਹੀ, ਵਾਈਬ ਮੈਨੂੰ ਲੱਗਦਾ ਹੀ ਹੁੰਦੀ ਹੈ ਸ਼ਾਇਦ, ਵਾਈਬ ਨਹੀਂ ਆ ਰਹੀ ਯਾਰ यहाँ पे। But I'm the one who goes to places ਜਿਹੜੀਆਂ ਖਾਲੀ ਰਹਿਣ, ਜਿੱਥੋਂ ਕੋਈ ਨਾ ਆਉਂਦਾ ਹੋਵੇ, ਮੱਖੀ ਨਾ ਉੜਦੀ ਹੋਵੇ। I'm like, okay, I need my own। ਜੇ ਮੈਨੂੰ ਲੱਗਿਆ ਕਿ ਇੱਥੇ ਰਸ਼ ਹੈ, suppose for example I go to some cafe every day, ਜੇ ਉੱਥੇ ਅੰਦਰ ਆਲਰੇਡੀ ਲੋਕ ਬੈਠੇ ਹੈ, ਇਹ ਨਹੀਂ ਕਿ ਮੇਰੇ ਵਾਲੇ ਟੇਬਲ ਤੇ ਜਿੱਥੇ ਮੈਂ ਬਹਿਣਾ, ਮੇਰੀ ਆਦਤ ਹੈ ਮੈਂ ਉਹੀ ਟੇਬਲ ਤੇ ਬਹਿਣਾ ਜਾ ਕੇ, ਕਿ ਹੋਰ ਵੀ ਲੋਕ ਬੈਠੇ ਨਾ, ਮੈਂ ਨਹੀਂ ਜਾਊਂਗੀ, ਮੈਂ ਕਿਸ ਤੋਂ ਚੰਗਾ ਤਾਂ ਮੈਂ ਘਰੇ ਜਾ ਕੇ I'll just cook something and eat. So that's how I choose. And I think people purposely, come on, woman is made to, people actually forgot। ਅੱਜ ਕੱਲ੍ਹ ਮੈਂ ਕੀ ਦੇਖ ਰਹੀ ਹਾਂ ਕਿ ਮੁੰਡੇ ਚਾਹੁੰਦੇ ਆ ਕਿ ਉਹਨਾਂ ਨੂੰ ਆਪਾਂ ਚੇਜ਼ ਕਰੀਏ ਐਜ਼ ਅ ਵੂਮਨ, ਤੇ ਕੁੜੀਆਂ ਚੇਜ਼ ਕਰ ਰਹੀਆਂ ਤੇ ਮੁੰਡੇ ਅਟਰੈਕਟ ਕਰ ਰਹੇ ਅੱਜ ਕੱਲ੍ਹ। ਬਲਕਿ opposite ਹੈ nature. Woman is created to attract, man has to chase. And I'm living on this statement ਕਿ ਜੇ ਸੱਚੀ ਮੇਰੇ ਲਈ ਕੋਈ ਬਣਿਆ, ਆਪਣੇ ਆਪ ਆ ਜਾਊਗਾ। ਕਿ ਇਹ ਜੇ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਹੈ ਨਾ, ਜੇ ਉਹ ਸੋਲਮੇਟ ਆ, ਉਹ ਕਿਤੇ ਵੀ ਆ ਜਾਊਗਾ। ਰੱਬ ਨੇ ਜੋ ਲਿਖਿਆ ਉਹ ਆ ਹੀ ਜਾਊਗਾ। ਇਹ ਥੋੜੀ ਮੈਂ ਬੈਠ ਕੇ I'll use this stupid apps, dating apps and all, ਮੈਂ ਨਹੀਂ ਅੱਜ ਤੱਕ ਡਾਊਨਲੋਡ ਕੀਤੀ, ਮੇਰੇ ਫੋਨ 'ਚ ਕੋਈ ਡੇਟਿੰਗ ਐਪ ਨਹੀਂ ਡਾਊਨ। ਮੈਂ ਡੈਸਪਰੇਟ ਥੋੜੀ ਹਾਂ। I'm good looking woman, I have skills, I can make gold roti, I can go gym, I can cook home food, I can do laundry। ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਆਪ 'ਚ ਨਾ ਅਮਰੀਕਾ ਜਾ ਕੇ ਸਿੱਖ ਕੇ ਆਈ ਹਾਂ ਕਿ ਮੈਨੂੰ ਲਾਂਡਰੀ ਵੀ ਆਉਂਦੀ ਹੈ। ਸੋ yeah, I think ਜਦ ਮੇਰੇ ਕੋਲ ਇੰਨੀ ਸਕਿੱਲਸ ਹੈ, ਮੈਨੂੰ ਆਪਣੇ ਬਾਰੇ ਪਤਾ ਹੈ, ਮੈਂ 12 on 10 ਆ, ਮੈਂ ਕਿਉਂ ਇਹ ਡੇਟਿੰਗ ਐਪ ਜਾਵਾਂ ਜਾਂ ਜਿਮ ਜਾਵਾਂ। ਸੋ ਆਈ ਥਿੰਕ ਉਹ ਕੁੜੀਆਂ ਆਪਣੇ ਆਪ 'ਚ ਹੀ ਇਨਸਿਕਿਉਰ ਹੈ, ਦੈਟਸ ਵਾਈ ਦੇ ਆਰ ਟਰਾਈਂਗ ਟੂ ਡੂ ਆਲ ਦਿਸ। ਤੇ ਮੈਂਡੀ ਨੂੰ ਕੀ ਚਾਹੀਦਾ, ਮਤਲਬ ਉਹਨਾਂ ਦਾ ਅਗਰ ਜੇ ਆਉਣ ਵਾਲਾ ਕੋਈ ਸੋਲਮੇਟ ਮਿਲਦਾ? ਹਜੇ ਮੈਨੂੰ ਓਲੰਪੀਆ ਪਹੁੰਚਣ ਦੇ, ਉਸ ਤੋਂ ਬਾਅਦ ਆਈ ਜਾਵੇ। ਉਹ ਉਹਦੇ ਤੇ ਵੀ ਆਵਾਂਗੇ ਓਲੰਪੀਆ ਤੇ। ਮਤਲਬ ਕਿਵੇਂ, ਮਤਲਬ ਉਹ ਵੀ ਬੋਡੀ ਬਿਲਡਰ ਹੋਣਾ ਚਾਹੀਦਾ ਜਾਂ ਦਿਮਾਗ ਹੋਣਾ ਚਾਹੀਦਾ ਉਹਦਾ? ਅੱਛਾ, ਨਹੀਂ ਸੀਰੀਅਸਲੀ ਦਿਮਾਗ ਤਾਂ ਹੋਣਾ ਚਾਹੀਦਾ ਹੀ ਹੈ। ਮਤਲਬ ਕਿਵੇਂ ਦਾ ਮਤਲਬ ਚਾਹੁੰਦੇ ਆ? ਮੈਂਡੀ ਦੀ ਕੀ ਸੋਚ ਹੈ? ਮਤਲਬ ਅਗਰ ਆਪਾਂ ਗੱਲ ਕਰਦੇ ਹਾਂ, ਕਿਉਂਕਿ ਹਰ ਇੱਕ ਮੁੰਡੇ ਦਾ, ਹਰ ਇੱਕ ਕੁੜੀ ਦਾ ਹੁੰਦਾ ਕਿ ਵੀ ਆਪਾਂ ਨੂੰ ਏਦਾਂ ਦਾ ਮਟੀਰੀਅਲ ਚਾਹੀਦਾ।
he have to be my partner, companion, not like father, uncle, ani karo, nahi kara, nahi pana, nahi karna. Add on to my life, not become my negative. ਪਿੱਛੇ ਨਾ ਖਿੱਚੇ, ਮੇਰੀ ਪਾਵਰ ਬਣੇ. ਹੁਣ ਮੇਰੇ I say this statement a lot that our mamas has given us wings but all these men want to chop them. Right? ਫੈਕਟ ਹੈ ਨਾ ਕਿ ਮਾਵਾਂ ਨੇ ਪਰ ਦਿੱਤਾ ਹੈ ਕਿ ਆਜ਼ਾਦ, ਕਿਉਂਕਿ ਮਾਵਾਂ ਕੀ ਕਰਦੀਆਂ, ਮਾਵਾਂ ਚਾਹੁੰਦੀਆਂ ਕਿ ਸਾਡੀ ਕੁੜੀਆਂ ਨੂੰ ਉਹ ਮੌਕੇ ਮਿਲਣ ਜਿਹੜੇ ਸਾਨੂੰ ਨਹੀਂ ਮਿਲੇ, ਤੇ ਮੁੰਡੇ ਕੀ ਕਰਦੇ ਆ ਕਿ ਉਹੀ ਪਰ ਕੱਟਣ ਨੂੰ ਫਿਰਦੇ ਆ ਕਿ ਤੈਨੂੰ ਕੈਦ ਕਰਾਂਗੇ. ਫਿਰ ਜੇ ਕੁੜੀ ਸਾਡੇ ਵਰਗੀ ਪਿਆਰ ਵੀ ਕਰਦੀ, ਉਹਨਾਂ ਨੂੰ ਲੱਗਦਾ ਇਹਨਾਂ ਦਾ ਕੋਈ ਮੋਟਿਵ ਹੈ, ਰਾਈਟ, ਕੋਈ ਇਹਨੂੰ ਮਤਲਬ ਹੈ ਮੇਰੇ ਤੋਂ, ਤਾਂ ਨਾਟਕ ਕਰ ਰਹੀ ਆ ਪਿਆਰ ਦਾ. ਤੇ ਹੁਣ ਕਈ ਕੁੜੀਆਂ ਇਮੋਸ਼ਨ, ਹੁਣ ਮੈਂ ਲਾਈਕ ਆਮ ਅ ਲਵਰ, ਲਾਈਕ I know what a man wants because ਮੈਂ ਆਪਣੇ ਡੈਡ ਦੇ ਇਮੋਸ਼ਨਸ ਦੇਖਿਆ. ਜਿਹੜੇ ਬੰਦੇ ਬਹੁਤ ਹਾਰਸ਼ ਹੁੰਦੇ ਨੇ ਨਾ, ਉਹ ਬਹੁਤ ਮੁੱਕੇ ਹੁੰਦੇ ਅੰਦਰੋਂ, ਇਮੋਸ਼ਨਲ ਹੁੰਦੇ ਆ. ਹੁਣ ਮੈਂ ਵੀ ਐਵੇਂ ਆ, ਪੱਥਰ ਵਰਗੀ ਆ ਮੈਂ ਗੁੱਸੇ ਚ, ਲਾਈਕ ਆਮ ਲਾਈਕ I can do anything in aggression but that's my emotions. ਜਿਹੜਾ ਬੰਦਾ ਗੁੱਸਾ ਨਹੀਂ ਦਿਖਾ ਰਿਹਾ ਨਾ, ਉਹ ਬਹੁਤ ਖਤਰਨਾਕ ਹੈ. ਉਹ ਫੇਕ ਹੈ. ਉਹ ਕਹਿ ਰਿਹਾ I'm calm. That person is not calm. That's acting something else. So for me, who's aggressive is actually emotional. So male emotions are, they don't cry. ਲੇਕਿਨ ਅੱਜ ਦੇ ਟਾਈਮ ਦੇ ਵਿੱਚ ਨਾ ਫੇਸ ਤੇ ਬੰਦੇ ਬਹੁਤ ਜਾਂਦੇ ਆ. ਤੁਹਾਨੂੰ ਤੁਸੀਂ ਵੀ ਇਦਾਂ ਹੀ ਸੋਚਦੇ ਹੋ ਕਿ ਆਪਾਂ ਨੂੰ ਅਗਰ ਕਿਸੇ ਨੂੰ ਫੇਸ ਨੂੰ ਜੱਜ ਕਰ ਲਿਆ ਕਿ ਵੀ ਉਹ ਬੰਦਾ ਇਦਾਂ ਦਾ ਤਾਂ ਉਹ ਇਦਾਂ ਦਾ ਹੀ ਹੋਏਗਾ? ਨਹੀਂ, ਗੱਲ ਕਰਕੇ that's called perception. No, I try to spend time with that person. ਉਹਦੇ ਨਾਲ ਗੱਲ ਕਰਕੇ ਫੋਨ ਤੇ, ਜਿਵੇਂ ਮੇਰਾ ਕੋਈ ਕਲਾਇੰਟ, ਹੁਣ ਮੇਰਾ ਆਨਲਾਈਨ ਕੰਮ ਹੈ ਸਾਰਾ, ਹਨਾ, ਤੇ ਮੇਰਾ ਦੂਸਰਾ ਕੰਮ ਵੀ ਕਲੀਨਿਕਲ, ਉਹਦੇ ਤੇ ਵੀ ਆਪਾਂ ਇਮੋਸ਼ਨ ਤੇ ਗੱਲ ਕਰਦੇ ਹਾਂ. ਜਦੋਂ ਸਾਨੂੰ ਬੰਦੇ ਦੀ ਮੈਂਟਲ ਹੈਲਥ ਹੀ ਨਹੀਂ ਪਤਾ, ਆਪਾਂ ਉਸ ਬੰਦੇ ਨੂੰ ਕੀ ਪ੍ਰੋਵਾਈਡ ਕਰ ਸਕਦੇ ਹਾਂ? ਕੁਝ ਵੀ ਨਹੀਂ ਕਰ ਸਕਦੇ. ਸੋ ਇਫ he or she is she mostly, he also, yeah, some sort of, if their mental health is not fine, ਉਹਨਾਂ ਦੇ hormones messed up ਹੋਣਗੇ. So that's how I learned about male emotion. That's how I started sitting with my dad. ਠੀਕ ਹੈ. ਤੇ ਮੈਨੂੰ ਯਾਦ ਹੈ ਆਪਾਂ ਦੋਨੋਂ ਈਗੋਇਸਟਿਕ ਇੰਨੇ ਸੀਗੇ ਨਾ, ਇੱਕ ਟਾਈਮ ਤੇ ਆਪਾਂ 2-3 ਸਾਲ ਗੱਲ ਵੀ ਨਹੀਂ ਕੀਤੀ. Imagine we live in the same house and we were so mad at each other, we were not talking to each other. ਤੇ there was a time when my own friend told me, ਤੂੰ ਘਰ ਛੱਡ ਦੇ, leave this house because you won't grow. And even if I will leave that house, then also I won't grow, because if I am not connecting with my sun and moon, sun is father, moon is mom. If I am not connected well with my parents, I will never ever grow in my life. ਬਿਲਕੁਲ. ਫਿਰ ਤੁਸੀਂ ਕਿਤੇ ਵੀ ਚਲੇ ਜਾਓ. ਕੰਮ ਕੀਤਾ. ਹਾਂ, ਮੈਂ ਆਪਣੇ ਪੇਰੈਂਟਸ ਨਾਲ ਆਪਣਾ ਕਨੈਕਸ਼ਨ, ਮੇਰੀ ਮੰਮੀ ਨਾਲ ਤਾਂ ਮੇਰਾ ਚਲੋ ਸ਼ੁਰੂ ਤੋਂ ਇਦਾਂ ਰਿਹਾ, ਆਪਾਂ ਭੈਣਾਂ ਵਾਂਗੂ ਲੜਦੀਆਂ ਜਾਂ ਬੈਸਟ ਫਰੈਂਡ ਵਾਂਗੂ, ਬਟ we'll just 5 minutes chill. ਤੇ ਪਾਪਾ ਥੋੜੇ ਪਾਪਾ ਫਿਗਰ, ਯੂ ਨੋ, ਪਾਪਾ ਲੋਕ ਤਾਂ ਖਤਰਨਾਕ ਹੋਤੇ हैं anyway. ਠੀਕ ਹੈ. ਫਿਰ ਉਸ ਤੋਂ ਬਾਅਦ I started sitting with him. ਹੁਣ ਵੀ ਮੇਰਾ ਰੂਟੀਨ ਹੈ 8 ਵਜੇ ਮੈਂ ਉਹਨਾਂ ਨਾਲ ਬਹਿਣਾ ਹੀ ਬਹਿਣਾ, ਚਾਹੇ 5 ਮਿੰਟ ਬਾਅਦ. Like if he's drunk then I won't sit because I'm not on the same mental state, whatever he's mental stressed or whatever. But ਮੈਂ ਉਹਨਾਂ ਨਾਲ ਟਾਈਮ ਸਪੈਂਡ ਕੀਤਾ, ਮੈਨੂੰ ਉਹਨਾਂ ਬਾਰੇ ਪਤਾ ਲੱਗਿਆ. Especially after COVID, my connection with my parents was better because ਉਸ ਤੋਂ ਪਹਿਲਾਂ ਆਪਾਂ ਡੇ ਕੇਅਰ ਗਏ ਆ, ਕਾਲਜ ਗਏ ਆ, ਉਹ ਕੰਮ ਤੇ ਜਾਂਦੇ ਸੀ, ਆਫਿਸ ਜਾਂਦੇ ਸੀ. ਹੁਣ I realized that he was not aggressive. ਮੰਮੀ ਫਾਦਰ ਨਹੀਂ ਲੜਦੇ, ਮੰਮੀਆਂ ਲੜਦੀਆਂ. That's how I learned. And ਸਾਰੀ ਜ਼ਿੰਦਗੀ ਮੰਮੀਆਂ ਪਾਪਾ ਲੋਕਾਂ ਨੂੰ ਕਹਿੰਦੇ ਆ ਤੇਰੇ ਪਾਪਾ ਨੇ ਐ ਕੀਤਾ, ਉਹ ਕੀਤਾ. But the thing is, no, women are made to complain about everything. Parents, man has been created to control the system and never complain. So that's how I learned my like all my male friends and everybody, ਕਿ ਮੈਂ ਆਪਣੇ ਫਾਦਰ ਨਾਲ ਟਾਈਮ ਸਪੈਂਡ ਕਰਕੇ, ਗੱਲਾਂ ਕਰਕੇ, ਉਹਨਾਂ ਤੋਂ ਗੱਲਾਂ ਕਢਾ ਕੇ, ਮੈਂ ਕਿਹਾ ਹੋਰ ਤੁਹਾਡੀ ਵਾਈਫ ਕਦੀ ਖੁਸ਼ ਕਿਉਂ ਨਹੀਂ ਹੁੰਦੀ? ਕਹਿੰਦੇ ਕਦੀ, ਬਿਕੋਜ਼ I used to buy things for my mother and she never used to get impressed. And that's like some women are like that. The whole feminine, 100% feminine energy is like this. ਉਹਨਾਂ ਨੂੰ ਖੁਸ਼ ਕਰਨਾ ਬਹੁਤ ਮੁਸ਼ਕਿਲ ਹੈ. ਬਾਹਰ ਦੇ ਲੋਕੀ ਨਹੀਂ ਸਮਝ ਸਕਦੇ ਨਾ, ਜਿੰਨਾ ਘਰ ਦੇ ਸਮਝ ਸਕਦੇ, ਚਾਹੇ ਆਪਾਂ ਜਿੱਥੇ ਮਰਜ਼ੀ ਘੁੰਮੇ ਆਈਏ. ਹਾਂ, ਤੇ ਆਪਣੇ ਪੇਰੈਂਟਸ ਨਾਲ ਮੈਂ ਆਪਣੀ ਮੰਮੀ ਦੇ ਇਮੋਸ਼ਨਸ ਸਮਝੇ, ਪਾਪਾ ਨਾਲ ਬਹਿ ਕੇ, ਮੰਮੀ ਦੀ ਕੰਪਲੇਂਟਸ ਤੋਂ ਮੈਂ ਪਾਪਾ ਦਾ ਸਮਝਾ. ਸੋ ਇਹਨਾਂ ਦੋਨਾਂ ਨੂੰ ਮੈਂ ਇੰਨਾ ਸਟੱਡੀ ਕੀਤਾ ਨਾ ਕਿ ਦੋਨਾਂ ਦੇ ਟਰਾਮਾਸ ਅਲੱਗ-ਅਲੱਗ ਸੀਗੇ, ਦੋਨਾਂ ਦਾ ਗਰੋਨ ਅਪ ਅਲੱਗ-ਅਲੱਗ ਸੀਗੀ. ਮੈਂ ਰਿਐਕਸ਼ਨ ਹੀ ਨਹੀਂ ਦਿੰਦੀ ਜੋ ਬੋਲਦੇ ਆ. ਤੇ ਇੱਕ ਹੋਰ ਚੀਜ਼ ਮੈਂ ਇਹਨਾਂ ਤੋਂ ਸਿੱਖੀ ਹੈ ਕਿ I am the first born in the family. So eventually you get the whole responsibility after your parents. They are not. They are youngest, both the side, my father and mom.
ਤੇ ਉਹ ਚਿਲ ਪਿਲ ਉਹਨਾਂ ਨੂੰ ਬਹੁਤ ਐਕਸਟਰਾ ਕੇਅਰ ਮਿਲਿਆ, ਮੈਂ ਥੋੜਾ ਸਰਵਾਈਵਲ, ਮੈਂ ਆਪਣੇ ਆਪ ਹੀ ਸਾਰਾ ਕੁਝ ਲਾਈਕ ਆਮ ਗੋਨਾ ਡੂ ਦਿਸ ਦਾ। ਸੋ ਯੂ ਨੋ ਵੈਨ ਯੂ ਆਰ ਫਸਟ ਬੋਰਨ ਇਨ ਦ ਫੈਮਿਲੀ ਯੂ ਆਰ ਟੂ ਸਟਰੋਂਗ ਆਲਰੇਡੀ। ਤੇ ਉਹ ਚੀਜ਼ ਮੈਨੂੰ ਇਹ ਸਾਰੇ ਘਰ ਦੇ ਮਾਹੌਲ 'ਚੋਂ ਮੈਂ ਪੂਰੀ ਦੁਨੀਆ ਸਮਝ ਲਈ, ਮੈਨੂੰ ਲੱਗਦਾ। ਹੁਣ ਮੈਂ ਜਦੋਂ ਵੀ ਕਿਸੇ ਨਵੇਂ ਬੰਦੇ ਨਾਲ ਗੱਲ ਕਰਦੀ ਹਾਂ ਮੈਂ ਉਹਦੇ ਇਮੋਸ਼ਨ ਸਮਝ ਆਉਂਦੀ ਹਾਂ, like why he's like that, he lost his mom, whatever, so it's easy to understand। but ਜਿਹੜੇ ਮੇਲ ਨੂੰ ਆਪਾਂ ਉਹ ਕਰ ਲੈਂਦੇ ਨਾ ਵਲਨਰੇਬਿਲਿਟੀ, ਉਹ ਦਿਖਾਉਣ ਤੋਂ ਵਜੋਂ ਭੱਜ ਜਾਂਦੇ ਆ ਅਕਸਰ ਹੁੰਦਾ ਕਿ ਕੁੜੀ ਇੰਨਾ ਕਿਵੇਂ ਜਾਣਦੀ ਮੇਰੇ ਬਾਰੇ, and then they just run away from that situation। ਮੈਂ ਅੱਜ ਤੱਕ ਜਿਹਦੇ ਨਾਲ ਵੀ ਇੱਕ ਅੱਧੀ ਵਾਰੀ ਵੀ ਗੱਲ ਕੀਤੀ ਨਾ, they just ran away and I don't feel bad because he's running from his own emotion। ਯੈਸ and that's the reason, that's what I'm saying ਕਿ ਮੈਨੂੰ ਇਹੋ ਜਿਹਾ ਬੰਦਾ ਨਹੀਂ ਚਾਹੀਦਾ ਜਿਹੜਾ ਭੱਜ ਜਾਂਦਾ ਸਿਚੁਏਸ਼ਨ ਤੋਂ। no, you stand with the woman at that time and I don't think men have this kind of strength mentally। ਬੋਡੀ ਬਿਲਡਰ 'ਚ ਹੈ ਨਹੀਂ, ਮੈਂ ਨਹੀਂ ਕਹਿੰਦੀ ਕਿਸੇ ਬੋਡੀ ਬਿਲਡਰ 'ਚ ਇਹੋ ਜਿਹੀ ਮੈਂਟਲ ਸਟਰੈਂਥ ਹੈਗੀ ਆ। ਉਹ ਨਹੀਂ ਭੱਜਦੇ ਆ ਚੀਜ਼ਾਂ ਤੋਂ। ਇਮੋਸ਼ਨਲ ਇੰਨੇ ਜ਼ਿਆਦਾ ਹੈ ਬਟ ਦੇ ਡੋਂਟ ਟਾਕ ਅਬਾਊਟ ਇਟ, ਕਿਉਂਕਿ ਨਹੀਂ ਅਕਸਰ ਮੁੰਡਿਆਂ 'ਚ ਤਾਂ ਹੁੰਦਾ ਹੀ ਇਹ ਚੀਜ਼ ਨਾ ਬਹੁਤ ਜ਼ਿਆਦਾ, ਸਾਰਿਆਂ 'ਚ ਹੀ ਹੈ ਮੈਨੂੰ ਲੱਗਦਾ। ਸਾਰਿਆਂ 'ਚ ਹੀ ਹੈ। ਮਤਲਬ ਅਗਰ ਮੈਂ ਆਪਦੀ ਗੱਲ ਵੀ ਕਰਾਂ ਤੇ ਮੈਂ ਸੋਚਦਾ ਯਾਰ ਕਿ ਵੀ ਕਿਹਨੂੰ ਕੀ ਦੱਸਾਂਗੇ ਕਿ ਮਤਲਬ ਕੀ ਕੋਈ ਸਮਝ ਲਏਗਾ ਇਸ ਚੀਜ਼ ਨੂੰ। ਬਟ ਆਈ ਥਿੰਕ ਮੈਂ ਪਤਾ ਕਿੱਦਾਂ ਦੀ ਆ, ਲਾਈਕ ਆਪਣੀ ਗੱਲ ਕਰਦੇ ਹਾਂ ਹੁਣ, ਜਿਵੇਂ ਮੈਨੂੰ ਕੋਈ ਚੀਜ਼ ਬੋਦਰ ਕਰ ਰਹੀ ਹੈ ਨਾ, ਜੇ ਮੈਂ ਕੈਬ ਵਾਲੇ ਨਾਲ ਵੀ ਬੈਠੀ ਹਾਂ, ਕੈਬ ਡਰਾਈਵਰ ਨਾਲ, ਲਾਈਕ ਆਈ ਸਟਾਰਟ ਟਾਕਿੰਗ ਟੂ ਦੈਟ ਪਰਸਨ। ਜੇ ਮੈਨੂੰ ਸੇਫ ਲੱਗ ਰਿਹਾ ਗੱਲ ਕਰਨਾ, ਸਿਆਣਾ ਬੰਦਾ ਲੱਗ ਰਿਹਾ ਬੇਸਿਕਲੀ, ਸੋ ਮੇਰੇ ਨਾਲ ਇਹ ਚੀਜ਼ ਕਿਉਂ ਹੈ ਕਿ ਮੈਂ ਆਪਣੇ ਦਿਮਾਗ 'ਚੋਂ ਗੱਲ ਕੱਢਦੀ ਹਾਂ ਤੇ ਮੇਰੇ ਸਿਸਟਮ 'ਚੋਂ ਗੱਲ ਬਾਹਰ ਚੱਲ ਗਈ, ਫਿਰ ਮੈਨੂੰ ਕੋਈ ਸਟ੍ਰੈਸ ਹੀ ਨਹੀਂ। ਉਹਦੀ ਸਟ੍ਰੈਸ ਹੈ, ਉਹ ਸੋਚੀ ਜਾਏ ਸਾਰਾ ਦਿਨ, ਆਈ ਡੋਂਟ ਕੇਅਰ, ਉਹਦੀ ਸਟ੍ਰੈਸ ਹੈ। ਹੁਣ ਉਹ ਜਿੱਦਾਂ ਮਰਜ਼ੀ ਲੈ ਕੇ ਜਾਏ ਕਿ ਕੁੜੀ ਹੋਈ ਨੋ ਓਵਰ ਸ਼ੇਅਰ ਕਰ ਗਈ ਵਟਸਐਵਰ, ਬਟ ਮੇਰਾ ਮੈਂਟਲ ਲੈਵਲ ਇਸ ਚੀਜ਼ ਲਈ ਇੱਦਾਂ ਹੈ ਕਿ ਕਦੀ ਕੋਈ ਚੀਜ਼ ਨਾ ਅੰਦਰ ਹੋਲਡ ਹੀ ਨਾ ਕਰੋ। ਹੁਣ ਕਾਫੀ ਕਪਲਸ 'ਚ ਲਾਈਕ ਆਈ ਹੈਵ ਸੀਨ ਲੜਾਈਆਂ ਮੇਲ ਫੀਮੇਲ, ਉਹ ਇੱਕ ਛੋਟੀ ਜਿਹੀ ਚੀਜ਼ ਨੂੰ ਇੰਨਾ ਈਗੋ ਅੰਦਰ ਹੀ ਅੰਦਰ ਬਿਲਡ ਕਰਕੇ ਅਗੇਂਸਟ ਅੱਗ ਬਣਾ ਕੇ ਲੜਦੇ ਰਹਿਣਗੇ, ਪੁੱਲ ਕਰ ਦੇਣਗੇ, ਡਾਵੋਰਸ ਲੈ ਲੈਣਗੇ। ਸੋਚੋ, ਸੋ ਯੂ ਜਸਟ ਸੌਰਟ ਇਟ ਆਊਟ, ਕੀਪ ਯੋਰ ਈਗੋ ਅਸਾਈਡ ਕਿ ਆਮ ਸੌਰੀ। ਮੈਂ ਹੁਣ ਕਈ ਵਾਰੀ ਮੇਰੇ ਕਈ ਜਿਮ 'ਚ ਨਾ ਲਾਈਕ ਕੋਈ ਸਿਆਣੀ ਆਂਟੀ ਹੈ ਜਾਂ ਕੁਝ ਵੀ ਹੈ, ਉਹਨਾਂ ਨੂੰ ਮੈਂ ਕੁਝ ਵੀ ਕਹਿ ਦਾਂਗੀ ਨਾ, ਮੈਂ ਇੰਨੀ ਜ਼ਿਆਦਾ ਮੈਂ ਐਟ ਦ ਐਂਡ ਚਾਹੇ ਉਹ ਗਲਤ ਵੀ ਆ, ਮੈਂ ਕਹਿ ਦਾਂ ਕਿ ਆਮ ਸੌਰੀ ਆਂਟੀ, ਲਾਈਕ ਇਟ ਵਾਜ਼ ਮਾਈ ਫਾਲਟ, ਲਾਈਕ ਦੇ ਆਰ ਐਲਡਰ ਟੂ ਮੀ, ਰਾਈਟ, and it's not gonna cost me anything if I'm apologizing, it just make them feel better। ਜੇ ਉਹ ਗਲਤ ਵੀ ਨਹੀਂ ਸੀ, ਜੇ ਸੀਗੇ ਮੇਰੇ ਵੱਲੋਂ ਲੋਡ ਲੈ ਗਿਆ, she won't look at me, stare me like with hate or something, I'll just say sorry। ਅਗਲਾ ਸਵਾਲ ਵੀ ਇਹ ਆਉਣ ਵਾਲਾ ਹੈ, ਜਦੋਂ ਹੁਣ ਜਿਮ 'ਚ ਆਪਾਂ ਜਾ ਰਹੇ ਨਾ, ਇੰਨੇ ਸਾਰੇ ਜਿਮ ਫ੍ਰੀਕਸ ਹੋ ਗਏ, ਏਜ ਦਾ ਕੋਈ ਮੈਟਰ ਨਹੀਂ ਹੈ ਨਾ, ਸਾਰੇ ਅਦਾਇਰੇ ਦੇ ਲੋਕ ਜਿਮ ਜਾ ਰਹੇ, ਸਾਰੀ ਏਜ ਦੇ ਨਾ, ਛੋਟੇ ਹੋਣ ਬਜ਼ੁਰਗ ਹੋਣ। ਤੁਹਾਨੂੰ ਲੱਗਦਾ ਇਹਦੇ ਕਰਕੇ ਜਿਹੜਾ ਜਿਮ ਕਰਕੇ ਤੁਹਾਨੂੰ ਲੱਗਦਾ ਕਈਆਂ ਦੇ ਘਰ ਖਰਾਬ ਹੋ ਰਹੇ, ਕਿਉਂਕਿ ਕਈਆਂ ਨੇ ਜੋ ਉਹ ਚੀਜ਼ ਦੇਖੀ ਨਹੀਂ ਹੈ, ਉਹ ਸਡਨਲੀ ਉਹਨਾਂ ਨੂੰ ਚੀਜ਼ ਮਿਲ ਜਾਏ। ਨਹੀਂ ਸੀਰੀਅਸਲੀ, ਇਹ ਦੇਖੋ ਇਹ ਫੈਕਟ ਹੈ ਕਿ ਨਹੀਂ, ਹੈ ਕਿ ਨਹੀਂ ਹੈ ਸੀਰੀਅਸਲੀ। ਇਸੇ ਹਰ ਤਰ੍ਹਾਂ ਦੇ ਲੋਕ ਹਰ ਜਗ੍ਹਾ ਆ, ਵੀ ਕਾਂਟ ਗੋ ਡੀਪ। ਨਹੀਂ ਜਿਮ ਦੀ ਗੱਲ ਆਪਾਂ ਪਤਾ ਕਿਉਂ ਕਰ ਰਹੇ ਹਾਂ, ਨਹੀਂ ਜਿਮ ਦੀ ਆਪਾਂ ਪਤਾ ਕਿਉਂ ਗੱਲ ਕਰ ਰਹੇ, ਕਿਉਂਕਿ ਉੱਥੇ ਜਾ ਕੇ ਬੰਦਾ ਇੱਕ ਦੂਸਰੇ ਨੂੰ ਜਾਣਨਾ ਸ਼ੁਰੂ ਕਰ ਦਿੰਦਾ। ਆਪਾਂ ਜਿਮ ਨੂੰ ਅੱਗੇ ਲੈ ਕੇ ਜਾਣਾ ਕਿ ਆਪਾਂ ਜਿਮ ਨੂੰ ਪਿੱਛੇ ਲੈ ਕੇ ਜਾਣਾ? ਜਿਮ ਸਾਡਾ ਅੱਗੇ ਜਾ ਰਿਹਾ, ਠੀਕ ਹੈ। ਹੁਣ ਜਿਵੇਂ ਤੁਸੀਂ ਇੱਕ ਮੈਂਟੈਲਿਟੀ ਬਣਾ ਲਈ ਕਿ ਮੈਂ ਬੋਡੀ ਬਿਲਡਿੰਗ ਕਰਨੀ ਹੈ, ਮੈਂ ਬੋਡੀ ਬਣਾਉਣੀ, ਤੁਹਾਡਾ ਫੋਕਸ ਉਹਦੇ ਤੇ ਹੈ। ਦੂਸਰਾ ਕੋਈ ਵੀ ਬੋਲ ਰਿਹਾ ਡਜ਼ਨਟ ਮੈਟਰ, ਲੇਕਿਨ ਕਈਆਂ ਨੂੰ ਆਜ਼ਾਦੀ ਵਾਸਤੇ ਇਸ ਚੀਜ਼ ਦਾ ਸਹਾਰਾ ਲੈਣਾ ਪੈ ਰਿਹਾ, ਤੇ ਉਹ ਚੀਜ਼ ਠੀਕ ਹੈ। Maybe, I don't know, but the thing is like my mindset about male, female, old age, whatsoever is ਹੱਡੀਆਂ ਖੁਰ ਰਹੀਆਂ ਇੱਕ ਉਮਰ 'ਚ ਆ ਕੇ। ਜਿਮ ਜਾਓ, ਮਸਲ ਬਿਲਡਿੰਗ ਕਰੋ, ਤੁਹਾਨੂੰ ਐਟ ਦ ਐਂਡ ਗੋਡੇ ਥੋੜੀ ਕਿਸਾਨੇ ਪੈਣਗੇ ਆ, ਤੁਸੀਂ ਗੋਡੇ ਚੇਂਜ ਕਰਾਉਂਦੇ ਰਹੋ। ਇਸ ਤੋਂ ਚੰਗਾ ਕਿ ਤੁਸੀਂ 40-50 ਦੀ ਉਮਰ 'ਚ ਜਿਮ ਜਾਓ, ਮਸਲ ਬਿਲਡਿੰਗ ਕਰੋ। 30-60-50 ਉੱਥੇ ਮੈਂ ਲਾਈਕ ਓਲਡ ਏਜ ਪੀਪਲ ਆਈ ਹੈਵ ਸੀਨ ਇਨ ਅਮਰੀਕਾ, ਦੇ ਹੈਡ ਗੁੱਡ ਮਸਲ ਮਾਸ, ਦੇ ਆਰ ਲਿਵਿੰਗ ਰੀਅਲੀ ਗੁੱਡ ਲਾਈਫ, ਦੇਅਰ ਫੂਡ is on point, ਮਤਲਬ ਵਧੀਆ। 50 ਤੋਂ ਉੱਪਰ ਵੀ ਲੋਕੀ ਭੱਜੇ ਫਿਰ ਆ, ਲਾਈਕ ਦੇ ਆਰ ਸੋ ਗੁੱਡ ਐਟ ਇਟ। ਇੱਥੇ ਤਾਂ ਸਾਰੇ ਜਵਾਬ ਦੇ ਦਿੰਦੇ ਆ ਕਿ ਹਾਏ ਮੇਰੀ ਉਮਰ ਇੰਨੀ ਹੋ ਗਈ। ਪੰਜਾਬ ਦੇ ਜਿਮ 'ਚ ਗਏ ਹੋ? ਨੈਵਰ, ਅਜੇ ਤੱਕ ਤਾਂ ਕਦੀ ਮੌਕਾ ਨਹੀਂ ਮਿਲਿਆ। ਮੈਂ ਪੰਜਾਬ ਰਹੀ ਹਾਂ, ਜਾ ਕੇ 1-2 ਵਾਰੀ, 10 ਕੁ ਦਿਨ ਵੀ ਰਹੀ ਹਾਂ। ਇੱਕ ਵਾਰੀ ਕਿਸੇ ਦੇ ਵਿਆਹ ਤੇ ਗਏ ਸੀਗੇ, ਬਟ ਮੈਂ ਨਹੀਂ ਜਾ ਪਾਈ ਜਿਮ। ਪਤਾ ਨਹੀਂ ਹੌਸਲਾ ਜਾਂ ਨਹੀਂ ਆਇਆ ਇਕੱਲੇ ਜਾਣ ਦਾ। ਤੇ ਨਹੀਂ ਹੌਸਲਾ ਕਿਉਂ ਨਹੀਂ ਆਇਆ? ਜਿਮ ਤਾਂ ਸਾਰੇ ਇੱਕੋ ਹੀ ਨੇ। ਸੀ ਮੇਰੇ ਲਈ ਕੰਫਰਟ ਜ਼ੋਨ ਇਜ਼ ਇੰਪੋਰਟੈਂਟ ਹੈ ਨਾ। ਹੁਣ ਜਿੱਦਾਂ ਦੇ ਜਿਮ ਮੈਂ ਜਾ ਰਹੀ ਹਾਂ, ਮਸ਼ੀਨਸ ਆਰ ਟਾਪ ਨੌਚ, ਲਾਈਕ ਵਟ ਐਵਰ ਜਿਮ ਆਰ ਦੇਅਰ,
Sub Zero Fitness in Chandigarh. ਉਹ ਜਿਹੜੀਆਂ ਮਸ਼ੀਨਾਂ ਇੱਥੇ ਪਈਆਂ ਉਹ ਪਾਵਰ ਹਾਊਸ ਜਿਮ ਇਨ ਨਿਊਯਾਰਕ ਵਾਸ देयर ਰਾਈਟ ਦੈਟਸ ਅ ਬਿਗ ਅਚੀਵਮੈਂਟ ਫॉर ਮੀ ਕਿ ਮੈਂ ਬਾਡੀ ਬਿਲਡਰ ਬਣਨਾ ਚਾਹੁੰਦੀ ਹਾਂ ਤੇ ਮੈਂ ਇਹੋ ਜਿਹੇ ਜਿਮ ਜਾ ਕੇ ਆਈ ਹਾਂ ਜਿੱਥੇ ਸਾਰੇ ਬਾਡੀ ਬਿਲਡਰ ਮੈਂ ਆਈ ਵਾਸ ਫੀਲਿੰਗ ਅ ਸਮਾਲ ਬੇਬੀ देयर ਬਿਕਾਜ਼ ਐਵਰੀਬਾਡੀ ਵਾਸ ਸੋ ਸੀਨੀਅਰ ਸਾਰੇ ਓਲੰਪੀਅਨ ਸੀਗੇ ਤੇ ਇੱਕਦਮ ਮੈਂ ਉੱਥੇ ਹਨਾ ਆਈ ਵਾਸ ਲਾਈਕ ਇਨ ਅਮਿਊਜ਼ਮੈਂਟ ਪਾਰਕ ਮੈਂ ਵਿੱਕੀ ਭਾਜੀ ਨਾਲ ਗਈ ਸੀ ਤੇ ਕਹਿੰਦੇ ਤੈਨੂੰ ਐਂ ਲੱਗਣਾ ਤੂੰ ਅਮਿਊਜ਼ਮੈਂਟ ਮੈਂ ਕਿਹਾ ਮੈਂ ਘਰੇ ਨਹੀਂ ਜਾਣਾ ਅੱਜ ਲਾਈਕ ਆਈ ਵਾਸ ਸੋ ਐਕਸਾਈਟਿਡ बट द सैड पार्ट वॉज कि ਆਪਾਂ लास्ट नाइट इतनी गंदी चीट मिल करके आए सी जंक फूड खा के आए सी बट वट आई रियलाइज कि मैं इन्नी फॉर्चुनेट फील किया कि वट एवर मशीन्स आई हैव इन चंडीगढ़ was there too है ना लाइक कितनी ਵੱਡੀ ਅਚੀਵਮੈਂਟ ਹੈ ਸਾਡੇ ਲਈ ਤੁਸੀਂ ਉਹਨਾਂ ਨਾਲ ਰਹੇ ਹੋ ਕਿਵੇਂ ਦਾ ਸੁਭਾਅ ਹੈ ਉਹਨਾਂ ਦਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਵਿੱਕੀ ਭਾਜੀ ਓ ਮਾਈ ਗॉड ਹੀ ਇਜ਼ ਲਾਈਕ ਹੀ ਇਜ਼ OG ਹੀ ਇਜ਼ ਲਾਈਕ ਲਵ ਹੀ ਇਜ਼ ਸੋ ਹੰਬਲ ਹੀ ਇਜ਼ ਸੋ ਉਹਨਾਂ ਨਾਲ ਬੈਠੋਗੇ ਨਾ ਤੁਹਾਨੂੰ ਇੰਨੀਆਂ ਸਿਆਣੀਆਂ ਗੱਲਾਂ ਦਿਖਾਣਗੇ ਨਾ ਤੁਸੀਂ ਕਿਸੇ ਚੀਜ਼ 'ਚ ਸਟਕ ਹੋ ਨਾ ਲਾਈਫ 'ਚ ਉਹਨਾਂ ਕੋਲ ਤੁਹਾਡੇ ਸੋਲੂਸ਼ਨ ਪਿਆ ਲੱਗੂਗਾ ਤੇ ਉਹਨਾਂ ਦੀ ਫੈਮਿਲੀ ਲਾਈਕ ਮੈਨੂੰ ਇੱਦਾਂ ਲੱਗਿਆ ਹੋਮ ਅਵੇ ਆਫ ਹੋਮ ਇਜ਼ ਦੇਅਰ ਹੈ ਨਾ ਉਹਨਾਂ ਦੀ ਫੈਮਿਲੀ ਨਾਲ ਮੈਂ ਟਾਈਮ ਸਪੈਂਡ ਕੀਤਾ ਉਹਨਾਂ ਦੀ ਮਾਮ ਨੇ ਵੀ ਮੈਨੂੰ ਉਹਨਾਂ ਦੀ ਸਟੋਰੀਜ਼ ਦੱਸੀਆਂ ਤੇ ਉਹਨਾਂ ਦੀ ਮਾਮ ਨੇ ਲਾਈਕ ਦਿਸ ਮਾਈਂਡਸੈਟ ਸ਼ੀ ਟੋਲਡ ਮੀ ਕਿ ਜਦੋਂ ਵਿੱਕੀ ਭਾਜੀ ਨੇ ਬਾਡੀ ਬਿਲਡਿੰਗ ਸ਼ੁਰੂ ਕੀਤੀ ਤੇ ਉਹਨਾਂ ਨੂੰ ਇੱਕ ਮਾਈਂਡਸੈਟ ਸੀਗਾ ਕਿ ਹੀ ਵਿਲ take people out of drugs and put them in gym and ਕੀ ਸੋਚ ਹੈ ਨਾ ਲਾਈਕ and it's reflecting on their social media ਤੇ ਹੋਰ ਵੀ ਲਾਈਕ ਉਹਨਾਂ ਨੇ ਕਿੰਨੇ ਲੋਕਾਂ ਨੂੰ ਗੁਰਬਾਣੀ ਵਾਲੇ ਪਾਸੇ ਕੀਤਾ you know these people are not humans they are God gifted ਇਹਨਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ ਇਹਨਾਂ ਨੂੰ ਰੀਚ ਆਊਟ ਕਰਨਾ ਬਹੁਤ ਮੁਸ਼ਕਿਲ ਹੈ and once you reach out and you will get to know ਹੈ ਨਾ ਤੇ ਕਿੰਨੇ ਲੋਕ ਉਹਨਾਂ ਨੂੰ ਇਸ ਲਈ ਜੁੜੇ ਕਿਉਂਕਿ ਉਹਨਾਂ ਦਾ ਸੁਭਾਅ ਵੀ ਇੰਨਾ ਵਧੀਆ ਤਾਂ ਕਰਕੇ ਵੀ ਲੋਕ ਜੁੜਦੇ ਹਾਂ ਉਹਨਾਂ ਨੂੰ ਪ੍ਰੋਬੇਬਲੀ ਕਾਫੀ ਲੋਕ ਸੋਸ਼ਲ ਕਲਾਈਮਬਿੰਗ ਲਈ ਵੀ ਆਉਂਦੇ ਉਹਨਾਂ ਕੋਲ ਬਟ ਉਹ ਫੇਰ ਵੀ ਉਹਨਾਂ ਚੀਜ਼ ਲਈ ਕਦੀ ਹੀ ਇਜ਼ ਨੈਵਰ ਨੈਗੇਟਿਵ ਅਬਾਊਟ ਐਨੀਵਨ ਹੀ ਆਲਵੇਜ਼ ਬੀਨ ਪੋਜ਼ਿਟਿਵ ਚੰਗਾ ਮਾੜਾ ਜੋ ਵੀ ਹੈ ਲਾਈਕ ਹੀ ਇਜ਼ ਆਲਵੇਜ਼ ਗ੍ਰੇਟਫੁਲ ਫॉर ਐਵਰੀਥਿੰਗ ਤੇ ਉਹੀ ਚੀਜ਼ਾਂ ਮੈਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਮੈਨੂੰ ਯਾਦ ਹੈ NPC ਸੀਗਾ ਚੰਡੀਗੜ੍ਹ 2019 ਚ ਮੈਂ ਇਕੱਲੀ ਕੁੜੀ ਖੜੀ ਸੀਗੀ ਗੈਸਟ ਆਫ ਆਨਰ ਤੇ ਸਾਰੇ ਖੜੇ ਸੀਗੇ ਬਾਡੀ ਬਿਲਡਰ ਸੀਨੀਅਰ ਇਕੱਲੀ ਕੁੜੀ ਮੈਂ ਹਨਾ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੇ ਕੋਲ ਹਜੇ ਵੀ ਫੋਟੋ ਪਈ ਹੋਣੀ ਕਿਤੇ ਤੇ ਉਦੋਂ ਮੈਨੂੰ ਭਾਜੀ ਮਿਲੇ ਸੀਗੇ ਫਸਟ ਟਾਈਮ ਤੇ ਉਸ ਤੋਂ ਪਹਿਲਾਂ ਲਾਈਕ ਵੀ ਵਰ ਕਨੈਕਟਡ ਔਨ ਇੰਸਟਾਗ੍ਰਾਮ ਤੇ ਉਹ ਦਿਨ ਅੱਜ ਦਾ ਦਿਨ ਹੈ ਮੈਨੂੰ ਕੋਈ ਟਰਬਲ ਆਉਂਦਾ ਨਾਲ ਜਸਟ ਕਾਲ ਹਿਮ ਜਦੋਂ ਮੇਰੇ ਬੈਕ ਇੰਜਰੀ ਹੋਈ ਕਹਿੰਦੇ ਜੇ ਵਰਕਆਊਟ ਨਾਲ ਹੋਈ ਹੈ ਨਾ ਇੰਜਰੀ ਤੇ ਵਰਕਆਊਟ ਨਾਲ ਹੀ ਠੀਕ ਹੋਣੀ ਆ ਇਹੋ ਜਿਹੀਆਂ ਗੱਲਾਂ ਕੁਛ ਨਾ ਕੁਛ ਇੱਕ ਜਵਾਬ ਦੇਣਾ ਉਹਨਾਂ ਨੇ ਆਮ ਲਾਈਕ ਨਾਰਮਲ ਅਬਾਊਟ ਮੈਂ ਕਿਹਾ ਯਾਰ ਇੰਨੀ ਤਾਂ ਵੱਡੀ ਸਿਚੁਏਸ਼ਨ ਇਸ ਜਿੰਨਾ ਆਪਾਂ ਬਣਾ ਦਿੰਦੇ ਆ ਸੋ ਯਾ ਜਦੋਂ ਤੁਸੀਂ ਕੰਪੀਟੀਸ਼ਨ ਕਰਦੇ ਹੋ ਹਨਾ ਓਲੰਪੀਆ ਤੇ ਵੀ ਆਪਾਂ ਜਾਵਾਂਗੇ ਉਹਦੀ ਤਿਆਰੀ ਬਾਰੇ ਇੱਕ ਜਦੋਂ ਆਪਾਂ ਇੱਕ ਬਤੌਰ ਕੁੜੀ ਜਦੋਂ ਸਟੇਜ ਤੇ ਚੜ੍ਹਦੀ ਹੈ ਇੱਕ ਉਹਦੀ ਡਰੈਸ ਹੁੰਦੀ ਹੈ ਬਿਕਨੀ ਹੈ ਨਾ ਜਦੋਂ ਪਾਉਂਦੇ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਫਸਟ ਟਾਈਮ ਗਏ ਸੀਗੇ ਘਰਦਿਆਂ ਦਾ ਤਾਂ ਚਲੋ ਉਹਨਾਂ ਨੇ ਭੇਜਿਆ ਹੀ ਤੁਹਾਨੂੰ ਹੈ ਲੋਕਾਂ ਦੀ ਖਾਸ ਕਰ ਮੁੰਡਿਆਂ ਦੀ ਆਪਾਂ ਗੱਲ ਕਰੀਏ ਕਿਉਂਕਿ ਜਿਹੜੇ ਕੰਪੀਟੀਸ਼ਨ ਨੂੰ ਦੇਖਣ ਆਏ ਆ ਉਹ ਉਹੀ ਦੇਖਣ ਆਏ ਆ ਜੋ ਬਾਡੀ ਬਿਲਡਰ ਹੋਏਗਾ ਜਾਂ ਉਹਨਾਂ ਦੀ ਫੈਮਿਲੀ ਦੇ ਤਾਂ ਉਹਨਾਂ ਨੂੰ ਪਤਾ ਹੋਏਗਾ ਉਹ ਪ੍ਰਿਪੇਅਰ ਹੋਣਗੇ ਵੀ ਉੱਥੇ ਕੀ ਹੋਏਗਾ ਪਰ ਤੁਹਾਨੂੰ ਲੱਗਦਾ ਕਿ ਵੀ ਜਦੋਂ ਤੁਸੀਂ ਉਹ ਕੰਪੀਟੀਸ਼ਨ ਤੋਂ ਬਾਅਦ ਥੋੜੀ ਫੋਟੋਜ਼ ਤੁਸੀਂ ਪਾਉਂਦੇ ਹੋਣੇ ਤੇ ਤੁਸੀਂ ਜਿਮ 'ਚ ਜਾਂਦੇ ਹੋਣੇ ਕਿਤੇ ਬਾਹਰ ਜਾਂਦੇ ਹੋ ਉਸ ਚੀਜ਼ ਨਾਲ ਤੁਸੀਂ ਦੇਖਿਆ ਕਿ ਲੋਕੀ ਰਿਲੇਟ ਕਰਦੇ ਆ ਉਸ ਚੀਜ਼ ਨੂੰ ਪਤਾ ਨਹੀਂ ਮੈਂ ਕਦੀ ਸੋਚਿਆ ਨਹੀਂ ਸੀਗਾ ਕਿਉਂਕਿ ਮੇਰੀ ਮੈਂਟੈਲਿਟੀ ਹੈ ਕਿ ਜਦੋਂ ਆਪਾਂ ਦੀ ਗੱਲ ਤਾਂ ਕੀ ਕਰੀਏ ਜਦੋਂ ਮੈਂ ਸੋਚਣ ਲੱਗ ਗਈ ਨਾ ਮੈਂ ਕੁਝ ਕਰ ਨਹੀਂ ਪਾਉਂਗੀ ਦਿਸ ਇਜ਼ ਮਾਈ ਮੈਂਟੈਲਿਟੀ ਕਿ ਲਾਈਕ ਮੈਂ ਤਾਂ ਕਦੀ ਸੋਚਿਆ ਨਹੀਂ ਤੂੰ ਕਦੋਂ ਸੋਚਣ ਲੱਗੀ ਮੈਂਡੀ ਲਈ ਕਰਦੇ ਸੀਗੇ ਕੁਝ ਕਰਦੇ ਲਈ ਆਈ ਥਿੰਕ ਮੈਨੂੰ ਏਦਾਂ ਲੱਗਦਾ ਕਿ ਜਦੋਂ ਸਾਨੂੰ ਆਪਣੇ ਆਪ ਤੇ ਥੋੜਾ ਜਿਹਾ ਹੁੰਦਾ ਨਾ ਕਿ ਹੈਜ਼ਿਟੇਸ਼ਨ ਹੁੰਦੀ ਆ ਤੇ ਜਦੋਂ ਲੱਗਦਾ ਕਿ ਘਰਦਿਆਂ ਨੂੰ ਇੱਕ ਵਾਰੀ ਪੁੱਛ ਲੈਣਾ ਚਾਹੀਦਾ ਰਦਰ ਦੈਨ ਆਪਣਾ ਮਾਈਂਡ ਖੁਦ ਬਣਾ ਲਿਆ ਕਿ ਨਹੀਂ ਮੰਨਣਗੇ ਸਮਥਿੰਗ ਮੈਂ ਕਿਹਾ ਸੀ ਮਮ ਐਵਰੀਥਿੰਗ ਵਾਜ਼ ਈਜ਼ੀ ਡਾਈਟਿੰਗ ਵਾਜ਼ ਈਜ਼ੀ ਕਿਉਂਕਿ ਉਹ ਮੈਂ ਆਲਰੇਡੀ ਕਰ ਰਹੀ ਸੀ ਜਿਮ ਜਾਣਾ ਈਜ਼ੀ ਸੀਗਾ ਮੈਂ ਕਿਹਾ ਦ ਕਾਸਟਿਊਮ ਇਜ਼ ਲਾਈਕ ਬਿਕੀਨੀ ਐਂਡ ਆਈ ਨੈਵਰ ਵੋਰ ਸਮਥਿੰਗ ਲਾਈਕ ਦੈਟ ਤੇ ਮੇਰੀ ਮੰਮੀ ਨੇ ਇੱਕੋ ਹੀ ਜਵਾਬ ਦਿੱਤਾ ਸੀਗਾ ਕਿ ਇਟਸ ਅ ਡਿਮਾਂਡ ਆਫ ਅ ਸਪੋਰਟਸ ਇਟਸ ਅ ਕਾਸਟਿਊਮ ਹੁਣ ਕਿੰਨੀ ਕੁੜੀਆਂ ਰਨਿੰਗ ਤੇ ਜਾਂਦੀਆਂ ਮੈਰਾਥਨ ਐਂਡ ਆਲ ਰਨਰ ਨੇ ਐਥਲੀਟਸ ਨੇ ਦੇ ਆਲਸੋ ਵੇਅਰ ਦ ਥਿੰਗਸ ਯੂ ਨੋ ਵੇਅਰ ਦੇ ਹੈਵ ਟੂ wear shorts and sports bra to run right ਤੇ ਫਿਰ ਜਦੋਂ costume of course it's a bikini body building ਜੇ ਤੁਹਾਨੂੰ costume ਪਾਣਾ ਪੈ ਰਿਹਾ ਤਾਂ ਹੀ ਤੁਸੀਂ posing ਕਰ ਪਾਓਗੇ ਤੇ ਮੇਰੀ ਮੰਮਾ ਨੇ ਕਿਹਾ ਕਿ ਚਲ ਠੀਕ ਹੈ like it's a thing ਤੇ for my comfort she came with me ਮੇਰੇ ਨਾਲ ਗਏ ਉਹ ਮੇਰੇ competition ਤੇ ਉਹਨਾਂ ਨੇ environment ਦੇਖਿਆ ਮੇਰੇ ਨਾਲ ਜਾ ਕੇ ਨਹੀਂ ਇਕੱਲੇ ਜਾ ਕੇ
ਮੁੰਡਿਆਂ ਲਈ Okay. ਕੁੜੀਆਂ ਬੈਕ ਸਟੇਜ ਟੈਨਿੰਗ ਲੱਗਦੀ है जिथे बल्कि मेरे मम्मा कहते मुंडे बल्कि शर्माई जा रहे हैं आंटी प्लीज आप चले जाओ यहाँ से हमें हाँ। शर्म आ रही है क्योंकि मुंडे तो ओपन ਚ ਲਾਉਂਦੇ ਆ ਟੈਨਿੰਗ ਟੂਨਿੰਗ ਆਪਾਂ ਥੋੜਾ ਗ੍ਰੀਨ ਰੂਮ ਵਗੈਰਾ ਜਾ ਕੇ ਲਾਉਂਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਲਾਈਕ ਮੇਰੇ ਮੰਮਾ ਨੇ ਕੰਪੀਟੀਸ਼ਨ ਉਹਦੇ ਚ ਬੈ ਕੇ ਵੀ ਦੇਖਿਆ ਹਨਾ ਆਡੀਅנס ਚ ਤੇ ਉਦੋਂ ਤਾਂ ਬਹੁਤ ਘੱਟ ਕੁੜੀਆਂ ਸੀਗੀਆਂ ਲਾਈਕ ਆਈ ਥਿੰਕ ਬਹੁਤ ਹੀ ਲਾਈਕ ਮੇਰੇ ਨਾਰਥ ਤੋਂ ਤਾਂ ਮੈਂ ਹੀ ਸੀਗੀ ਹਨਾ ਆਈ ਵਾਸ ਦ ਫਰਸਟ ਵਨ ਤੇ ਵਾਟ ਆਈ ਰਿਅਲਾਈਜ਼ ਲਾਈਕ ਦਿੱਲੀ ਬੰਬੇ ਜਾਓ ਥੋੜੇ ਲੋਕੀ ਐਡਵਾਂਸ ਨੇ ਤੇ ਕੰਪੀਟੀਸ਼ਨ ਉੱਥੇ ਹੀ ਹੋਇਆ ਦਿੱਲੀ ਪਹਿਲਾ ਹੋਇਆ ਸੀਗਾ ਦੈਟ ਵਾਸ ਮਾਈ ਨੈਸ਼ਨਲ ਐਂਡ ਰੀਜਨਲ ਤੇ ਦੂਸਰਾ ਫਿਰ ਬੰਬੇ ਸੀਗਾ ਸੋ ਦੋਨੋਂ ਜਗ੍ਹਾ ਇਦਾਂ ਸੀਗੀਆਂ ਤੇ ਮੇਰੇ ਮਮ ਨੇ ਫਿਰ ਗ੍ਰੀਨ ਫਲੈਗ ਦੇਤਾ ਕਿ ਇਟਸ ਗੁੱਡ ਕਿ ਉੱਥੇ ਤੈਨੂੰ ਕਿਸੇ ਨੇ ਇਹੋ ਜਿਹੀ ਨਜ਼ਰ ਨਾਲ ਨਹੀਂ ਦੇਖਿਆ ਇੱਥੇ ਹਲੇ ਚੰਡੀਗੜ੍ਹ ਨੂੰ ਲੋੜ ਹੈਗੀ for Develop- exposure नहीं। of course like ਇੱਥੇ ਪਤਾ ਕੀ ਹੈ ਇੱਥੇ people act modern but mental is same orthodox they will act modern they will dress up nicely they will go in good fancy restaurant wear nice cars wear nice clothes and go in nice cars but the thing is ਉਸ ਤੋਂ ਬਾਅਦ mentality ਉਹੀ ਹੈ ਉਹਨਾਂ ਦੀ ਜੇ ਗੱਲਾਂ ਸੁਣੋ ਨਾ it's so bad like ਇੰਨੀਆਂ ਗੰਦੇ ਤਰੀਕੇ ਨਾਲ ਗੱਲਾਂ ਕਰਦੀਆਂ like you know so I think it's not the ਹੁਣ problem ਪਤਾ ਕੀ ਹੈ like some families are born and raised here their partners coming from different ਜਿਵੇਂ ਉਹਨਾਂ ਦੀ ਘਰ ਵਾਲੀਆਂ ਕਿਸੇ ਹੋਰ ਪਿੰਡੋਂ ਵਿਆਹ ਲਿਆਏ or something ਫਿਰ ਉਹ ਚਲੋ ਫਿਟ ਇਨ ਤਾਂ ਹੋ ਗਿਆ ਬਟ ਉਹ ਮੈਂਟਲ ਥੋੜੀ ਚੇਂਜ ਕਰ ਲੋਗੇ ਹੁਣ ਉਹ ਮੈਂਟੈਲਿਟੀ ਨੂੰ ਚੇਂਜ ਹੁਣ ਮੱਝ ਨੂੰ ਜੇ ਉਹਦੇ ਟੋਬੇ ਚੋਂ ਕੱਢ ਕੇ ਉਹਨੂੰ ਬਾਹਰ ਗਾਰਡਨ ਚ ਲਾ ਲੋਗੇ ਉਹ ਤਾਂ ਮੱਝ ਹੀ ਰਹੇਗੀ ਨਾ ਉਹਨੇ ਤਾਂ ਉਹੀ ਕਰਨੀ ਹਰਕਤਾਂ ਘਾਹ ਖਿਲਾਰਨਾ ਇਹ ਸੋ ਇਟਸ ਦ ਸੇਮ ਥਿੰਗ ਐਗਜ਼ਾਮਪਲ ਕ੍ਰੇਜ਼ੀ ਨਹੀਂ ਐਗਜ਼ਾਮਪਲ ਬਹੁਤ ਕ੍ਰੇਜ਼ੀ ਦਿੱਤਾ ਪਰ ਫਿਰ ਵੀ ਅੱਛਾ ਜਿਹੜੇ ਸ਼ਾਰਟਕਟ ਕਈ ਕਲਾਇੰਟਸ ਆਉਂਦੇ ਕੁੜੀਆਂ ਮੁੰਡੇ ਸ਼ਾਰਟਕਟ ਤਰੀਕੇ ਨਾਲ ਵੀ ਅਸੀਂ ਛੇਤੀ ਆਉਂਦੇ ਨੇ ਬਟ ਆਈ ਥਿੰਕ ਮਨਾ ਕਰ ਦਿੰਦੇ ਨਹੀਂ ਸਰਟਨ ਗੋਲਸ ਵੈਰੀ ਪ੍ਰੈਕਟੀਕਲ ਅਪਰੋਚ ਸਰਟਨ ਗੋਲਸ ਆ ਹੁਣ ਜਿਵੇਂ ਸਪੋਜ਼ ਮੇਰੇ ਮਸਲ ਆਲਰੇਡੀ ਬਣੇ ਆ ਤੇ ਮੈਂ ਉਹਨਾਂ ਨੂੰ ਕਹੂੰਗੀ ਕਿ ਲਾਈਕ ਓਕੇ ਯੂ ਵਾਂਟ ਟੂ ਡੂ ਫੈਟ ਲਾਸ ਵੀ ਕੈਨ ਡੂ 3 ਮੰਥਸ ਹੁਣ ਅਪੈਰੈਂਟਲੀ few clients were there ਜਿਨ੍ਹਾਂ ਨੇ ਸਿਰਫ ਫੈਟ ਲਾਸ ਕਰਨਾ ਸੀ ਮਸਲਸ ਹੈਗੇ ਸੀਗੇ ਹੁਣ ਜਿਨ੍ਹਾਂ ਦੇ ਮਸਲ ਵੀ ਨਹੀਂ ਹੈਗੇ ਫੈਟ ਲਾਸ ਵੀ ਕਰਨਾ ਉਹਨਾਂ ਨੂੰ ਮੈਂ ਪ੍ਰੈਕਟੀਕਲੀ ਕਹਿੰਦੀ ਇਟਸ ਨਾਟ ਪੋਸੀਬਲ ਬਿਫੋਰ ਅ ਈਅਰ and you have to surrender yourself to me for 1 year blind trust ਕਰੋਗੇ ਤਾਂ ਕਈ ਬੈਸ ਕਰਦੇ ਆ ਟਰਸਟ ਨਹੀਂ ਬਿਲਡ ਕਰਦੇ ਮੇਰੇ ਨਾਲ ਫਿਰ ਮੈਂ ਉਹ ਜਿਹੇ ਕਲਾਇੰਟ ਐਨਰੋਲ ਨਹੀਂ ਕਰਦੀ ਓਕੇ so even if you take shortcut if you talk about PEDs it's not made for shortcut like normal people it's made for people who are into elite level for me for people like me who are into bodybuilding who are competing first approach is for using PEDs for recovery ਕਿਉਂਕਿ ਆਪਾਂ ਆਪਣੇ ਆਪ ਨੂੰ ਤੋੜ ਫੋੜ ਹੀ ਨਹੀਂ ਕਰਦੇ ਆ ਕਿ ਸਾਨੂੰ ਰਿਕਵਰੀ ਚ ਪ੍ਰੋਬਲਮ ਆਉਂਦੀ ਹੈ ਦੇਖੋ ਖਾਣਾ ਇੰਨਾ ਘੱਟ ਹੁੰਦਾ ਕੈਲਰੀਜ਼ 1000 ਤੋਂ ਵੀ ਥੱਲੇ ਚਲੀ ਜਾਂਦੀਆਂ ਕਈ ਵਾਰੀ you know how much is 1000 calories it's like one burger and fries that's it 1000 calories 1000 ਕੈਲਰੀਜ਼ ਉਹਦੇ ਚ ਹਾਂ ਤੇ ਜੇ ਪੂਰੇ ਦਿਨ ਚ ਆਪਾਂ 1000 ਕੈਲਰੀਜ਼ ਖਾ ਰਹੇ ਆ ਮੇਰੇ ਵਰਗਾ ਚਿਕਨ ਐਗਸ ਡਿਵਾਈਡ ਕਰਕੇ whatsoever ਉਹਦੇ ਚ ਵੀ ਆਪਾਂ એનર્ਜੀ ਕਈ ਕਿਤੇ ਲੜਾਈ ਹੋ ਗਈ ਕੁਝ ਹੋ ਗਿਆ ਵੇਸਟ ਹੋ ਗਈ that's why I choose not to fight ਅੱਛਾ right ਲੜਾਈ ਤੋਂ ਗੱਲ ਆ ਤੁਹਾਨੂੰ ਕਹਿੰਦੇ ਆ ਕਿ ਕਿਵੇਂ ਬੋਡੀ ਸੋਹਣੀ ਬਣਾਈ ਆ ਤਾਂ ਮੁੰਡਿਆਂ ਨੂੰ ਕੁੱਟ ਦੇਣਾ ਹਾਂ ਲਾਈਕ ਜਾਣ ਕੇ ਲਾਈਕ ਤੁਸੀਂ ਤਾਂ ਬਾਡੀ ਬਿਲਡਰ ਤੁਸੀਂ ਤਾਂ ਕਿਸੇ ਨੂੰ ਲਾਈਕ ਮੈਂ ਬਾਡੀ ਕੁੱਟਣ ਮਾਰਨ ਨੂੰ ਥੋੜੀ ਬਣਾਈ ਹੈ ਕਮ ਔਨ ਇਟਸ ਲਾਈਕ I'm sculpting something for stage like Olympia I know I have confidence in me ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਤੇ ਮੈਂ ਪਹੁੰਚਾਂਗੀ ਅੱਛਾ ਓਲੰਪੀਆ ਦੀ ਕੀ ਤਿਆਰੀ ਕੀ ਹੈ ਅਗਰ ਮਤਲਬ ਆਪਾਂ ਗੱਲ ਕੀਤੀ ਜਾਵੇ ਖਾਸ ਕਰ ਕੁੜੀਆਂ ਲਈ ਕੀ ਤਿਆਰੀ ਕੀ ਪ੍ਰੈਪ ਹੁੰਦੀ ਉਹਦੇ ਹੁਣ ਜਿਹੜੀ ਕੈਟਾਗਰੀ ਮੈਂ ਕਰ ਰਹੀ ਹਾਂ ਬਿਕੀਨੀ ਐਥਲੀਟ ਸੋ ਇਟ ਨੀਡਸ ਸਮ ਸ਼ੋਲਡਰ ਇਟ ਨੀਡ ਗਲੂਟਸ ਇਟ ਨੀਡ ਅ ਪ੍ਰੋਪਰ ਸਮਾਲ ਵੇਸਟ ਕੰਟਰੋਲਡ ਹੈ ਨਾ ਕਿ ਇੱਕ ਬਾਡੀ ਨੂੰ ਬਣਾਉਣਾ ਹੈ ਬਟ ਉਹ ਕੰਟਰੋਲ ਪੈਟਰਨ ਚ ਬਣਾਉਣਾ ਹੈ ਸਿਮੈਟਰੀ ਚ ਨਾ ਸੋ ਇਹ ਇੱਕ ਰੂਲਸ ਰੈਗੂਲੇਸ਼ਨ ਨੇ IFBB ਦੇ ਕ੍ਰਾਈਟੇਰੀਆ ਹਾਂ ਉਹਦੇ ਚ 4 ਕੰਪਲਸਰੀ ਪੋਜ਼ਸ ਵੀ ਹੁੰਦੇ ਐਵਰੀਥਿੰਗ ਇਜ਼ ਬਾਈ ਰੂਲਸ ਐਂਡ ਰੈਗੂਲੇਸ਼ਨ ਉਹਦੇ ਬਾਅਦ ਆਉਂਦੀ ਹੈ ਕਿ ਤੁਹਾਡਾ ਲਾਈਫ ਸਟਾਈਲ ਤੁਹਾਡਾ ਕਾਰਡੀਓ ਐਵਰੀਥਿੰਗ ਯੂ ਲਿਵ ਐਵਰੀ ਡੇ ਯੂ ਹੈਵ ਟੂ ਵਿਨ ਐਵਰੀ ਡੇ ਤੁਹਾਨੂੰ ਇੱਕ ਸਟਰਕਚਰ ਨੂੰ ਬਣਾ ਕੇ ਇੱਕ ਸਰਟਨ ਗੋਲਸ ਫॉर एग्जांपल ओलंपिया ਜਾਣ ਲਈ ਇੱਕ ਬਾਡੀ ਚਾਹੀਦੀ ਹੈ I'm feeling I'm halfway to it but ਹਜੇ ਵੀ ਮੈਂ 10 ਸਾਲ ਤੱਕ ਇੱਥੇ ਪਹੁੰਚੇ ਹਜੇ ਵੀ I'm not close enough my goal is to reach there I won't even say I want to win because I know I'm nowhere yet I will be but ਹਜੇ ਮੈਂ ਕੰਮ ਕਰ ਰਹੀ ਹਾਂ ਤੇ ਉਸ ਚੀਜ਼ ਲਈ ਸਾਨੂੰ ਇੱਕ ਰੂਟੀਨ ਚਾਹੀਦਾ
lifestyle routine. You do cardio in the morning, you have 4 meals a day, consistency ਚਾਹੀਦੀ ਹੈ. ਬਿਲਕੁਲ ਮੀਲ ਦਾ ਟਾਈਮ ਸੇਮ ਹੁੰਦਾ ਐਵਰੀ ਡੇ, ਲਾਈਕ ਆਪਾਂ ਇਸ ਟਾਈਮ ਇਹ ਮੀਲ ਖਾਣੀ ਹੈ, ਬੈਡ ਟਾਈਮ ਫਿਕਸ ਹੋਣਾ ਚਾਹੀਦਾ, 8 ਆਵਰ ਸਲੀਪ ਹੋਣੀ ਚਾਹੀਦੀ ਹੈ. You give everything to it, no distraction, nothing. It's a lifestyle. Bodybuilding is a lifestyle, 24/7 sports. It's not ਕਿ ਤੁਸੀਂ 5-6 ਮਹੀਨੇ ਪਹਿਲਾਂ ਸ਼ੁਰੂ ਕਰ ਲਿਆ ਜਾਂ 3 ਦਿਨ ਪਹਿਲਾਂ ਸ਼ੁਰੂ ਕਰਕੇ ਤੁਸੀਂ ਚੌਥੇ ਦਿਨ ਖੜੇ ਹੋ. It's not like other sports. It's a whole life thing. ਤੁਹਾਨੂੰ ਆਪਣੀ ਪੂਰੀ ਜ਼ਿੰਦਗੀ ਦੇਣੀ ਪੈਂਦੀ ਹੈ ਉਹਨੂੰ. ਸੋ ਓਲੰਪੀਆ ਕੋਈ ਕੁੜੀ ਅੱਜ ਤੱਕ ਨਹੀਂ ਗਈ ਹੈ ਇੰਡੀਆ ਤੋਂ, ਤੇ ਆਫ ਕੋਰਸ ਇਟਸ ਡਿਫਿਕਲਟ ਰਾਈਟ. ਤੇ ਦੂਸਰੀ ਗੱਲ, ਬੜੇ ਲੋਕੀ ਕਹਿ ਦਿੰਦੇ ਸਮਾਨ ਲਾ ਕੇ ਪਹੁੰਚ ਜਾਓਗੇ, ਲਗਾਓ ਸਮਾਨ, ਪਹੁੰਚ ਜਾਓ. ਕੋਈ ਨਹੀਂ ਪਹੁੰਚਾ ਹਜੇ ਤੱਕ, ਕਿਉਂ ਨਹੀਂ ਪਹੁੰਚਾ? ਵਟਸ ਦ ਥਿੰਗ ਵਿਦ ਦੇ ਆਰ ਲੈਗਿੰਗ ਇਨ, ਕੋਈ ਨਹੀਂ ਗੱਲ ਕਰ ਰਿਹਾ ਇਸ ਬਾਰੇ. ਸੋ ਇਸ ਚੀਜ਼ ਲਈ ਫਿਰ ਉਸ ਤੋਂ ਬਾਅਦ ਆਉਂਦਾ ਪ੍ਰੋ ਕਾਰਡ, ਫਸਟ ਥਿੰਗ ਫਸਟ ਰਾਈਟ. ਪਹਿਲਾਂ ਤੁਸੀਂ ਨੈਸ਼ਨਲ ਕਰਦੇ ਹੋ, ਰੀਜਨਲ ਸ਼ੋਅ ਚੱਲ ਰਹੇ ਹੋਣੇ NPC ਸੀਰੀਜ਼ ਦੇ, ਫਿਰ ਤੁਸੀਂ ਸ਼ੇਡੂ ਕਲਾਸਿਕ ਤੇ ਪ੍ਰੋ ਕਾਰਡ, ਜਾਂ ਫਿਰ ਹੋਰ ਵੀ ਜਗ੍ਹਾ ਆਲ ਓਵਰ ਦ ਵਰਲਡ ਯੂ ਗੈਟ ਅ ਪ੍ਰੋ ਕਾਰਡ. And then you do the pro show. ਜੇ ਤੁਸੀਂ pro show ਜਿੱਤੋਗੇ, like you compete with all the pros in the world, and then after winning pro, then you go to Olympia stage. ਇਹ ਸਾਰਾ protocol ਹੈ. ਤੇ ਓਲੰਪੀਆ ਨੂੰ ਇੰਨਾ ਮਜ਼ਾਕ ਬਣਾਇਆ ਨਾ, ਓਲੰਪੀਆ ਚ ਥਰੂ ਆਊਟ ਦਾ ਵਰਲਡ ਬੈਸਟ ਐਥਲੀਟਸ ਆਉਂਦੇ. ਜੇ ਤੁਸੀਂ ਟੌਪ 10 ਵੀ ਆ ਗਏ ਨਾ, ਇਟਸ ਬਿਗੇਸਟ ਅਚੀਵਮੈਂਟ ਇਨ ਦਾ ਹੋਲ ਵਰਲਡ. ਤੇ ਸਾਡੇ ਵਰਗੇ ਹਜੇ ਪਹੁੰਚੇ ਹੀ ਨਹੀਂ ਹੈ. ਹੁਣੇ ਲਾਸਟ ਈਅਰ ਸੰਮੀਤ ਗਿੱਲ ਵਾਸ ਦੇयर ਰਾਈਟ, ਮਨੋਜ ਪਾਟਿਲ ਵਾਸ ਦੇयर. that makes me happy because ਮੈਨੂੰ ਲੱਗਦਾ ਜੇ ਉਹ ਪਹੁੰਚ ਗਏ, ਉਹਨਾਂ ਦਾ ਦੌਰ ਆ ਗਿਆ, ਉਹਨਾਂ ਦਾ ਟਾਈਮ ਆ ਗਿਆ, ਮੇਰਾ ਵੀ ਦੂਰ ਨਹੀਂ ਹੈ. ਮੈਂ ਇਹ ਸੋਚਦੀ ਹਾਂ, ਮੇਰੀ ਅੱਖਾਂ ਇਹ ਚੀਜ਼ ਉਹਨਾਂ ਤੇ ਰੱਖਦੀਆਂ. ਹੁਣੇ there is one more athlete, ਅਮਿਤ ਆਗਰੇ. ਚਲੋ ਅਨਫੋਰਚੂਨੇਟਲੀ he had Olympia qualification, ਉਹਨਾਂ ਕੋਲ ਵੀਜ਼ਾ ਨਹੀਂ ਸੀਗਾ, but right now he's nailing it, he's unstoppable right now. ਉਹਨਾਂ ਨੇ ਪਿਛਲੇ 3 ਸ਼ੋਅ ਕੀਤੇ, 4th, 3rd, 2nd, and I'm wishing first for him, like bring the Olympia, right? And he have the potential to be in Olympia. Top 10 easy, top 5 easy I would say, but ਮੈਂ ਲਾਲਚ ਨਹੀਂ ਕਰਨਾ ਚਾਹੁੰਦੀ. ਜੇ ਮੈਨੂੰ ਲੱਗਦਾ ਕਿ ਜੇ ਉਹਨਾਂ ਨੂੰ ਐਕਸਪੋਜ਼ਰ ਮਿਲ ਗਿਆ ਨਾ, ਲਾਈਕ ਪੀਪਲ ਡੋਂਟ ਸੀ ਇਟ ਦੈਟ ਵੇ. ਆਪਣੇ ਬੰਦੇ ਕ੍ਰਿਟਿਸਾਈਜ਼ ਕਰਦੇ ਬੈਠ ਕੇ ਇੰਸਟਾਗ੍ਰਾਮ ਤੇ. ਜੇ ਤੁਸੀਂ ਬਹਿ ਕੇ ਦੇਖੋ ਕਿ ਇਹਨਾਂ ਨੂੰ ਸਪੋਰਟ ਕਰਨ ਦੀ ਬਜਾਏ ਇਹਨਾਂ ਤੋਂ ਚੜ੍ਹਦੇ ਆ, ਇਹਨਾਂ ਨੂੰ ਗਲਤ ਬੋਲਦੇ ਆ ਕਿ ਕੈਪੇਬਲ ਨਹੀਂ ਸੀ ਇਹਨਾਂ ਨਾਲ, ਇਹਨਾਂ ਨੇ ਸਿਫਾਰਿਸ਼ ਲਾਈ ਹੈ, ਇਹਨਾਂ ਨੇ ਆ ਕੀਤਾ ਹੈ, ਇੱਦਾਂ ਦੀਆਂ ਗੱਲਾਂ ਕਰਦੇ ਆ. ਨਾ ਸਿਫਾਰਿਸ਼ ਤੋਂ ਮੇਰੇ ਜ਼ਿਹਨ 'ਚ ਗੱਲ ਹੈ, ਆਪਾਂ ਬਹੁਤ ਸਾਰੀ ਨਾ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਹਾਂ ਜਿਹਦੇ ਵਿੱਚ ਕਈ ਬੋਡੀ ਬਿਲਡਰਸ ਨੇ ਮਤਲਬ ਉਹ ਸਟੇਜ ਤੇ ਹੀ ਹੰਗਾਮਾ ਕਰ ਦਿੰਦੇ ਕਿ ਇਹ ਫੇਅਰ ਨਹੀਂ ਹੈਗਾ, ਵੀ ਇਹ ਮੈਂ ਇਸ ਕੈਟਾਗਰੀ ਦੇ ਵਿੱਚ ਸੀਗਾ ਤੇ ਮੈਨੂੰ ਉਹ ਚੀਜ਼ ਦੀ ਕ੍ਰੈਡਿਟ ਕੀਤਾ ਨਹੀਂ. ਇੱਦਾਂ ਹੁੰਦਾ ਰਿਐਲਿਟੀ ਦੇ ਵਿੱਚ? ਤੁਸੀਂ ਇਹਨੇ ਸ਼ੋਜ਼ ਕੀਤੇ ਆ? I think some people cannot take the criticism. And second thing, you should respect the judges' decision, because the game I am in, the bodybuilding is that. मैं ज़्यादा इंग्लिश तो नहीं बोल रही, मेरा ना मुंह चढ़े हुआ है ना. नहीं ठीक है, it's okay. I think कई लोग की criticism ਲੈ ਨਹੀਂ ਸਕਦੇ. ਦੂਸਰੀ ਗੱਲ, bodybuilding ਇਹੋ ਜਿਹੀ ਸਪੋਰਟਸ ਹੈ ਨਾ, ਜੇ ਤੁਸੀਂ 5 ਮਿੰਟ ਪਹਿਲਾਂ ਵੀ ਕੋਈ ਚੀਜ਼ ਇਹੋ ਜਿਹੀ ਖਾ ਲਈ ਜਾਂ ਪਾਣੀ ਪੀ ਲਿਆ, ਤੁਹਾਡਾ ਸਟਰਕਚਰ ਮਿੰਟ 'ਚ ਚੇਂਜ ਹੋ ਜਾਂਦਾ. ਸਿਫਾਰਿਸ਼ ਹੈਗੀ ਇਹਦੇ ਵਿੱਚ? ਅਪਰੋਚ ਲੱਗਦੀ ਹੈ? ਮੇਰੀ ਤਾਂ ਲੱਗੀ ਨਹੀਂ ਅਜੇ ਤੱਕ. ਨਹੀਂ ਵੈਸੇ ਪੁੱਛਦਾ, ਤੁਸੀਂ ਇੰਨੇ ਖੇਡੇ ਕੰਪੀਟੀਸ਼ਨ? ਮੈਨੂੰ ਨਹੀਂ ਲੱਗਦਾ ਆਈ ਥਿੰਕ, ਕਿਉਂਕਿ ਦੇਖੋ ਜਿਹੜੇ ਪਹੁੰਚੇ ਉਹਨਾਂ ਦੀ ਗੱਲਬਾਤ ਤਾਂ ਹੈ. ਸੁਨਮੀਤ ਗਿੱਲ ਹੋ ਗਿਆ, ਅਮਿਤ ਆਗਰੇ, ਮਨੋਜ ਪਾਟਿਲ, all these guys they look absolutely outstanding. ਇਹਨਾਂ ਤੋਂ ਉੱਤੇ ਕੋਈ ਫਿਜ਼ੀਕ ਹੈ ਨਹੀਂ ਕਿਸੇ ਦੀ ਇੰਡੀਅਨ. ਤੇ ਜੇ ਲੱਗਦੀ ਵੀ ਹੈ ਤੇ ਫਿਜ਼ੀਕ ਦੀ ਤਾਂ ਗੱਲ ਆਈ ਜਾਂਦੀ ਹੈ ਨਾ, ਬੰਦਾ ਦਿਖ ਹੀ ਜਾਂਦਾ. ਤੇ ਉਸ ਤੋਂ ਬਾਅਦ ਜੇ ਆਪਾਂ ਥੋੜਾ ਉੱਪਰ ਵਾਲੇ ਲੈਵਲ ਤੇ ਜਾਈਏ ਤੇ ਇਹ ਲੋਕੀ ਐਕਚੁਅਲੀ ਚ ਆਊਟਸਟੈਂਡਿੰਗ ਹੈ ਨਾ, ਤੋਂ ਉੱਪਰ ਕੋਈ ਕਿਸੇ ਦੀ ਫਿਜ਼ੀਕ ਹੈ ਨਹੀਂ ਇੰਡੀਆ 'ਚ ਇਸ ਵਕਤ. ਤੇ ਆਫ ਕੋਰਸ ਇਹਨਾਂ ਤੋਂ ਬਾਅਦ ਆਏਗੀ, ਕਿਉਂਕਿ ਇਹ ਦਿਖਾ ਰਹੇ ਆ ਨਾ ਕੀ ਚੀਜ਼. ਪਤਾ ਡਿਫਿਕਲਟ ਪਾਰਟ ਕੀ ਹੈ? ਲੋਕਾਂ ਦਾ ਹੇਟ ਕਰਨਾ, ਇਹਨਾਂ ਨੂੰ ਜੈਲਸ ਕਰਨਾ ਤੇ ਕ੍ਰਿਟਿਸਾਈਜ਼ ਕਰਨਾ. ਬਟ ਦ ਥਿੰਗ ਇਜ਼, ਇਹ ਉਦੋਂ ਉੱਠੇ ਆ ਜਦੋਂ ਇਹਨਾਂ ਦੇ ਅੱਗੇ ਕੋਈ ਰੋਲ ਮਾਡਲ ਨਹੀਂ ਸੀਗਾ. ਬਿਲਕੁਲ, ਇਹਨਾਂ ਦੇ ਅੱਗੇ ਕੋਈ ਰਾਹ ਦਿਖਾਉਣ ਵਾਲਾ ਨਹੀਂ ਸੀਗਾ. ਇਹਨਾਂ ਨੂੰ ਲੱਗਦਾ, ਹੁਣ ਦੇਖੋ ਸੀਬਮ ਹੈ, ਕ੍ਰਿਸ ਬਮਸਟੈਡ, ਆਈ ਡੋਂਟ ਨੋ ਪੀਪਲ ਨੋ ਅਬਾਊਟ ਹਿਮ, ਹੀ ਇਜ਼ ਵਨ ਆਫ ਦ ਬੈਸਟ ਐਥਲੀਟ ਇਨ ਬੋਡੀ ਬਿਲਡਿੰਗ. ਹੀ ਟੁਕ 6 times ਓਲੰਪੀਆ ਟਾਈਟਲ. ਉਹਨੇ ਇਹੋ ਜਿਹੀ ਬੋਡੀ ਬਣਾਈ ਨਾ, ਉਹਨੇ ਕਿਸੇ ਨੂੰ ਟਾਈਟਲ ਲੈ ਨਹੀਂ ਦਿੱਤਾ. ਤੇ 6 ਵਾਰੀ ਲਗਾਤਾਰ, ਐਂਡ ਦੈਨ ਹੀ ਟੁਕ ਦ ਰਿਟਾਇਰਮੈਂਟ ਐਟ ਦ ਏਜ ਆਫ 27. ਆਪਾਂ ਕੋਚਦੇ, ਆਪਾਂ ਕੀ ਕਰ ਰਹੇ ਸੀ? ਆਪਾਂ ਇੰਨੇ ਲੇਟ ਕਿਉਂ ਹੋ ਗਏ? ਆਪਾਂ ਕਿੱਥੇ ਸੀ, ਹਨਾ? ਆਪਾਂ ਉਸ ਚੀਜ਼ ਨੂੰ ਕੰਪੇਅਰ ਕਰ ਰਹੇ ਹਾਂ ਕਿ ਬੈਸਟ ਨੂੰ ਦੇਖ ਰਹੇ ਹਾਂ. ਲੋਕੀ ਕੀ ਕਹਿ ਰਹੇ ਆ ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਆ ਕਰ ਰਹੇ ਹੋ. ਸਾਨੂੰ ਏਦਾਂ ਲੱਗਦਾ ਕਿ ਆਪਾਂ ਪਹਿਲਾਂ ਕਿਉਂ ਨਹੀਂ ਰਿਅਲਾਈਜ਼ ਕੀਤੀਆਂ ਚੀਜ਼ਾਂ? ਆਪਾਂ ਇੰਨਾ ਫਿਗਰ ਆਊਟ ਕਰਨ 'ਚ ਇੰਨਾ ਲੇਟ ਪਿੱਛੇ ਕਿੱਥੇ ਰਹਿ ਗਏ, ਹਨਾ?
ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਸਾਨੂੰ ਚਲੋ ਠੀਕ ਹੈ ਜਿੱਦਾਂ ਦੇ ਮਰਜ਼ੀ ਆਪਾਂ ਵੀ ਕੁਡਨ ਅਫੋਰਡ ਚਿਕਨ ਪ੍ਰੋਟੀਨ ਇਹ ਸਭ ਕੁਝ ਸਾਡੇ ਦਿਮਾਗ 'ਚ ਨਹੀਂ ਸੀਗਾ ਹਨਾ ਆਪਾਂ ਚੁੱਪਚਾਪ ਜਿਮ ਗਏ ਸਾਨੂੰ ਲੱਗਦਾ ਸੀ ਜਿਮ ਜਾ ਕੇ ਬਾਡੀ ਬਣਦੀ ਆ ਫਿਰ ਨਿਊਟ੍ਰੀਸ਼ਨ ਪੜ੍ਹ ਲਿਆ ਡਾਈਟ ਕਰ ਲਈ ਹੁਣ ਥੋੜਾ ਅਕਲ ਆਇਆ ਹਜੇ ਵੀ ਕਈ ਵਾਰੀ ਮੈਂ ਵਰਕਆਊਟ ਲਾਉਂਦੀ ਕਿ ਯਾਰ ਇਹ ਮੈਨੂੰ ਹਜੇ ਤੱਕ ਨਹੀਂ ਆਉਂਦਾ ਸੀ 10 ਸਾਲ ਹੋ ਗਏ ਐਵਰੀ ਡੇ ਯੂ ਲਰਨ ਸਮਥਿੰਗ ਨਿਊ ਕੁੜੀਆਂ ਆ ਰਹੀਆਂ ਇਸ profession ਦੇ ਵਿੱਚ ਤੁਹਾਡੇ ਸਾਹਮਣੇ ਮਤਲਬ ਖਾਸ ਕਰ ਆਪਾਂ ਪੰਜਾਬ ਦੀ ਗੱਲ ਬੜਾ ਬੁਰਾ ਹਾਲ ਹੈ ਮੈਨੂੰ ਕਈ ਵਾਰੀ ਲੱਗਦਾ they want to do it but they cannot live without the social life they have ਉਹਦਾ ਕਾਰਨ and ਕੀ everything FOMO ਲੱਗ ਜਾਂਦਾ ਉਹਨਾਂ ਨੂੰ ਪਾਰਟੀਆਂ ਕਰਨੀਆਂ ਚਿਲ ਕਰਨਾ ਪਤਾ ਨਹੀਂ ਚਲੋ ਠੀਕ ਹੈ ਤੁਹਾਨੂੰ ਇੱਕ ਫਰੀडम ਮਿਲ ਗਈ ਇਕੁਐਲਿਟੀ ਮਿਲ ਗਈ ਹੈ ਤੁਹਾਨੂੰ ਮੇਲ ਫੀਮੇਲ ਨੂੰ ਇਕੁਐਲਿਟੀ ਮਿਲ ਗਈ that doesn't mean that you start drinking and doing something nuisance ਮੈਨੂੰ ਲੱਗਦਾ ਹੈ ਕਿ ਹੁਣ ਜਿਮ ਜਾਣ ਨੂੰ ਬਾਡੀ ਬਿਲਡਿੰਗ ਚ ਬਿਕੀਨੀ ਪਾਉਣ ਨੂੰ ਲੋਕੀ ਟੈਬੂ ਬਣਾ ਦਿੰਦੇ ਆ ਜਦੋਂ ਇਹ ਸ਼ਰਾਬ ਪੀ ਕੇ ਗਿਰਦੀਆਂ ਫਿਰਦੀਆਂ ਉਦੋਂ ਕੋਈ ਟੈਬੂ ਨਹੀਂ ਬਣ ਰਿਹਾ ਉਦੋਂ ਕੋਈ ਡਰਾਮਾ ਨਹੀਂ ਲੱਗ ਰਿਹਾ ਇਹਨਾਂ ਨੂੰ ਉਦੋਂ ਇਹਨਾਂ ਦੀ ਕੁੜੀਆਂ ਇਹਨਾਂ ਦੀ ਟੱਬਰ ਦੀ ਇੱਜ਼ਤ ਨਹੀਂ ਰੋਲ ਰਹੀਆਂ ਜਦੋਂ ਇਹ ਸਭ ਹੋ ਰਿਹਾ ਸੋ ਵਾਈ ਦੇ ਆਰ ਨਾਟ ਟਾਕਿੰਗ ਅਬਾਊਟ ਆਲ ਦਿਸ ਚਿੱਟਾ ਲਾ ਰਹੀਆਂ ਦੈਟਸ ਫਾਈਨ ਡਰੱਗਸ ਲੈ ਰਹੀਆਂ ਦੈਟਸ ਫਾਈਨ ਜੁਆਇੰਟ ਪੀ ਰਹੀਆਂ ਸਿਗਰਟ ਪੀ ਰਹੀਆਂ ਦੈਟਸ ਕੂਲ ਰਾਈਟ ਬਟ ਜਿਮ ਜਾਣਾ ਬਾਡੀ ਬਿਲਡਿੰਗ ਕਰਨਾ ਦੈਟਸ ਔਨ ਕਰੈਕਟਰ ਰਾਈਟ ਬਿਕਨੀ ਪਾਣਾ ਇਜ਼ ਔਨ ਕਰੈਕਟਰ ਉਹ ਤੁਹਾਡੀ ਪਹਿਲੀ ਵਾਲੀ ਗੱਲ ਹੀ ਹੈਗੀ ਕਿ ਕੋਈ ਸ਼ਰਾਬੀ ਜਾ ਰਿਹਾ ਹਾਂ ਨਸ਼ੇੜੀ ਸ਼ਰਾਬੀਆਂ ਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਜਦੋਂ ਆਪਾਂ ਬਾਡੀ ਬਿਲਡਿੰਗ ਕਰ ਰਹੇ ਹਾਂ ਤੇ ਆਪਾਂ ਗਲਤ ਕਰ ਰਹੇ ਹਾਂ ਮਤਲਬ ਕੁੜੀਆਂ ਪੰਜਾਬ ਬਹੁਤ ਪਿੱਛੇ ਹੈ ਇਸ ਮਟੀਰੀਅਲ ਤੋਂ ਮਤਲਬ ਜਿਮ ਤੋਂ ਪਤਾ ਕੀ ਮੈਨੂੰ ਅਪੈਰੈਂਟਲੀ ਇਹ ਚੀਜ਼ਾਂ ਰਿਅਲਾਈਜ਼ ਹੋਇਆ ਆਊਟਰ ਇਮੇਜ ਇਨਰ ਇਮੇਜ ਇਜ਼ ਡਿਫਰੈਂਟ ਬਿਲਕੁਲ ਹੁਣ ਮੇਰੀ ਪ੍ਰੋਬਲਮ ਇਹ ਹੈ ਕਿ ਮੈਂ ਸੇਮ ਆ ਅੰਦਰ ਵੀ ਬਾਹਰ ਵੀ ਸੇਮ ਲਾਈਕ ਆਈ ਡੋਂਟ ਐਕਟ ਸਮਥਿੰਗ ਐਲਸ ਮੈਂ ਸੂਟ ਪਾ ਕੇ ਉਹ ਸਤੀ ਸਵਿਤਰੀ ਨਹੀਂ ਬਣ ਸਕਦੀ ਮੈਂ ਹੈ ਹੀ ਨਹੀਂ ਬੋਲਡ ਆ ਮੈਂ ਪ੍ਰੋਫੈਸ਼ਨਲ ਡਾਕਟਰ ਅਸੀਂ ਨਹੀਂ ਡਰਾਮਾ ਕਰ ਸਕਦੇ ਆਮ ਰੀਅਲ ਆਮ ਅਥੈਂਟਿਕ ਐਂਡ ਆਈ ਵਿਲ ਨੈਵਰ ਐਕਟ ਸਮਥਿੰਗ ਇਜ਼ ਬੇਸਡ ਔਨ ਸੋਸਾਇਟੀ ਅਬ ਆਈ ਥਿੰਕ ਇੱਕ ਕੀ ਸੀਗਾ ਮੈਂ 100 ਵਿੱਚੋਂ 1% ਆ ਜੋ ਆਪਣੇ ਲਈ ਕੁਝ ਕਰਨਾ ਚਾਹੁੰਦਾ ਕਈ ਵਾਰੀ ਜਿਵੇਂ ਰਿਲੇਸ਼ਨਸ਼ਿਪ ਦੀ ਗੱਲ ਆਉਂਦੀ ਹੈ ਕਈ ਵਾਰੀ ਦੁੱਖ ਜਾਂਦੀ ਹੈ ਕੋਈ ਚੀਜ਼ ਕਿਸੇ ਨੇ ਹਰਟ ਕਰਤਾ ਜਾਂ ਕਿਸੇ ਨੇ ਕੋਈ ਗੱਲ ਇਹੋ ਜਿਹੀ ਕਹਿਤੀ ਜੋ ਚੁੱਭ ਗਈ ਫਿਰ ਉਹ ਚੀਜ਼ ਤੋਂ ਬਾਹਰ ਆਉਣ ਲਈ ਪਤਾ ਕੀ ਹੁੰਦਾ ਜਦੋਂ ਮੈਂ ਰਨਿੰਗ ਕਰ ਰਹੀ ਦੀਵਾਲੀ ਤੇ ਨਾ ਸਿਰਫ ਮੈਂ ਰਨਿੰਗ ਕਰ ਰਹੀ ਸੀ ਸੜਕ ਤੇ ਇੱਕ ਹੋਰ ਮੁੰਡਾ ਸੀਗਾ ਮੇਰੇ ਵਰਗਾ ਮੈਨੂੰ ਕ੍ਰਾਸ ਕਰਕੇ ਗਿਆ ਮੈਂ ਰਨਿੰਗ ਕਰਦੇ ਘਰੇ ਜਾ ਰਹੀ ਸੀ ਤੇ ਮੇਰੇ ਬਰਥਡੇ ਦੇ ਅਗਲੇ ਦਿਨ ਸੀ ਮੇਰੇ 2 ਚੀਟ ਮੀਲ ਸੀ ਮੈਂ ਕਿਹਾ ਚਲ ਚੀਟ ਮੀਲ ਤਾਂ ਹੈ ਬਟ ਰਨਿੰਗ ਕਰਕੇ ਆਵਾਂਗੇ ਸੋ ਆਈ ਵੈਂਟ ਫॉर ਰਨਿੰਗ ਐਂਡ ਆਈ ਸॉ ਦਿਸ ਅਨਦਰ ਗਾਇ ਮੈਂ ਕਿ ਯੂ ਨੋ ਵਾਟ ਮੈਂ ਆਪਣੇ ਮਨ ਚ ਕਿਹਾ ਆਪਾਂ 1-2% ਇੱਕੋ ਸਨਕੀ ਲੋਕ ਹਨ ਜੋ ਕੁਝ ਕਰਨਾ ਚਾਹੁੰਦੇ ਆ ਬਾਕੀ ਸਾਰੀ ਦੁਨੀਆ ਤਾਂ ਸੁਸਾਇਟੀ ਦੇ ਹਿਸਾਬ ਨਾਲ ਜੀ ਜਾ ਰਹੀ ਹੈ ਤਾਂ ਉਹਨਾਂ ਨੇ ਉਦਾਂ ਹੀ ਰਹਿਣਾ ਯੈਸ ਬਿਲਕੁਲ ਉਹਨਾਂ ਨੇ ਉਹ ਦੀਵਾਰਾਂ 'ਚ ਹੀ ਰਹਿਣਾ ਉਹਨਾਂ ਨੇ ਉਹ ਪ੍ਰਥਾ morals everything they will learn from their parents and they will give it to their kids that's it ਉਹਨਾਂ ਨੂੰ ਪੱਕੇ ਪਕਾਈਆਂ ਰੋਟੀਆਂ ਮਿਲ ਰਹੀਆਂ ਉਹਨਾਂ ਨੇ ਖਾਣੀਆਂ ਫਿਰ ਅੱਗੇ ਉਹੀ ਦੇਣੀਆਂ so that's not the way somebody I'm the black sheep of the family I will change the system after me ਮੇਰੇ ਦਿਮਾਗ 'ਚ ਇਹ ਬੈਠਾ ਹੋਇਆ ਬਿਲਕੁਲ not from the family ਮੈਂ ਇੱਕ ਕਿਤਾਬ ਪੜ੍ਹ ਰਹੀ ਹਾਂ jail diary of Bhagat Singh read it ਜੋ ਤੁਹਾਨੂੰ ਦਿਖ ਰਿਹਾ ਨਾ ਅੱਜ ਦੇ ਟਾਈਮ 'ਚ 1929 'ਚ ਲਿਖਿਆ ਆਪਣੀ ਡਾਇਰੀ 'ਚ ਆਪ ਨਹੀਂ ਲਿਖਿਆ ਡਾਇਰੈਕਟ he have written the quotes of other authors and he have mentioned a lot of things you will be shocked to read okay ਤੇ ਮੈਨੂੰ ਲੱਗਦਾ ਮੈਂ ਗਲਤ ਸਬਜੈਕਟ ਪੜ੍ਹਦੀ ਰਹੀ ਅੱਜ ਤੱਕ ਨਿਊਰੋ ਸਾਇੰਸ ਇਹ ਮੇਰਾ ਸਬਜੈਕਟ ਹੈ ਮੈਨੂੰ ਲੱਗਦਾ ਲਾਈਕ ਹੀ ਇਜ਼ ਦ ਵਨ ਵੀ ਸ਼ੁਡ ਰੀਡ ਭਗਤ ਸਿੰਘ ਕੀ ਸੋਚ ਹੈ ਤੇ ਮੇਰਾ ਸਿੱਧੂ ਮੂਸੇਵਾਲਾ ਦੀਪ ਸਿੱਧੂ these people are new mindset ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਲੈ ਕੇ ਆਇਆ ਦੌਰ ਚ ਚੇਂਜ ਨਾ ਕਾਫੀ ਪੂਰਾ ਉਹਨੇ ਇੰਡਸਟਰੀ ਨੂੰ ਚੇਂਜ ਕੀਤਾ people are proud of turban ਤੁਹਾਨੂੰ ਆਪਣੇ ਹਾਲਾਤ ਆਪਣੀ ਸ਼ਕਲ ਆਪਣੇ ਔਕਾਤ ਇਹ ਚੀਜ਼ਾਂ ਬਾਰੇ ਨਹੀਂ ਸੋਚਣਾ ਚਾਹੀਦਾ ਜੇ ਤੁਸੀਂ ਕਿਤੇ ਪਹੁੰਚਣਾ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਜੇ ਤੁਸੀਂ ਗਰੀਬ ਹੋ ਨਾ ਤੁਸੀਂ ਗਰੀਬ ਹੀ ਹੋ ਉਹਨੇ ਕਿਹਾ ਕਿ ਨਹੀਂ ਤੁਸੀਂ ਉਠੋ ਨਿਕਲੋ ਬਾਹਰ ਯੂ ਆਰ ਟੈਲੈਂਟ ਯੂ ਕੈਨ ਡੂ ਅ ਲੋਟ ਆਫ ਥਿੰਗ ਯੂ ਨੋ ਜੇ ਕੋਲ ਵਾਸ ਦ ਸੇਮ ਜੇ ਕੋਲ ਇਜ਼ ਐਨ ਆਰਟਿਸਟ ਰੈਪਰ ਹੈ US ਬੇਸਡ ਹੀ ਲਿਵਡ ਇਨ ਅ ਰੈਂਟਡ ਹਾਊਸ ਉਹਦੇ ਨਾ ਟੈਲੈਂਟ ਜਿਹੜਾ ਉਹਦਾ ਲੈਂਡਲੋਰਡ ਸੀ ਉਹਨੂੰ ਤੋਂ ਪੈਸੇ ਨਹੀਂ ਲਏ ਸੀ ਜਦੋਂ ਸਕਸੈਸਫੁਲ ਰੈਪਰ ਬਣਿਆ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਪੈਸੇ ਦਿੱਤੇ ਯੂ ਨੋ ਯੂ ਜਸਟ ਨੀਡ ਅ ਰਾਈਟ ਸਪੋਰਟ ਯੂ ਨੀਡ ਰਾਈਟ ਪੀਪਲ ਅਰਾਊਂਡ ਯੂ ਵਨ ਡੇ ਐਂਡ everybody all the artists all the big people in the world ਇਹ ਕਹਿੰਦੇ ਰਹਿੰਦੇ ਆ ਕਿ ਤੁਸੀਂ ਬਸ ਰੁਕਣਾ ਨਹੀਂ ਹੈ ਜੋ ਵੀ ਤੁਸੀਂ ਪਾਥ ਚੂਜ਼ ਕੀਤੀ ਹੈ ਨਾ ਇੱਕ ਦਿਨ ਤੁਹਾਡਾ ਆਏਗਾ ਸਾਰਾ ਦੌਰ ਬਦਲ ਜਾਏਗਾ ਇੱਕ ਦਿਨ ਲਾਈਕ ਯੋਰ ਲਾਈਫ ਵਿਲ ਬੀ ਰਿਵਾਲਵਡ ਲਾਈਕ 0 to 100 ਅੱਛਾ ਦੀਪ ਸਿੱਧੂ ਦੀ ਆਪਾਂ ਗੱਲ ਕਰੀਏ ਨਾ ਉਹਨਾਂ ਨੇ ਵੀ ਇੱਕ ਚੇਂਜ ਲੈ ਕੇ ਆਏ ਨਾ ਕਿਤੇ ਨਾ ਕਿਤੇ ਯੂਥ ਨੂੰ ਪਤਾ ਲੱਗਿਆ ਕਿ ਵੀ ਐਕਚੁਅਲ ਸਾਡੇ ਕੀ ਅਧਿਕਾਰ ਹੈ ਕਿਵੇਂ ਸਾਨੂੰ ਚੱਲਣਾ ਹੈ ਪਤਾ ਲੱਗਿਆ ਕਿਉਂਕਿ ਭੇਡ ਚਾਲ ਦਾ ਹਿੱਸਾ ਨਹੀਂ ਸੀ ਬਿਲਕੁਲ ਵੀ ਉਹ
ਤੁਹਾਨੂੰ ਲੱਗਦਾ ਹੈ ਕਿ ਪਰ ਜਿਨ੍ਹਾਂ ਨੇ ਵੀ ਆਵਾਜ਼ ਚੱਕੀ ਹੈ ਨਾ, ਜਿਹੜੇ ਵੀ ਸੋਚਿਆ ਕਿ ਅਸੀਂ ਅਲੱਗ ਮੈਂ ਤੋਂ ਨਾਮ ਟਰੈਕ, ਕਿਉਂ ਲਿਆ ਭਗਤ ਸਿੰਘ ਮੈਂ ਤੋਂ ਉਹੀ ਕਹਿ ਰਿਹਾ ਬਾਅਦ? ਨਹੀਂ, ਮੈਂ ਉਹੀ ਕਹਿ ਰਿਹਾ, ਉਹ ਜਿਨ੍ਹਾਂ ਨੇ ਵੀ ਸੋਚਿਆ ਨਾ ਅਸੀਂ ਟਰੈਕ ਨੂੰ ਚੇਂਜ ਕਰਾਂਗੇ, ਆਪਣੀ ਲਾਈਫ ਨੂੰ ਚੇਂਜ ਕਰਾਂਗੇ, ਜਾਂ ਸਾਨੂੰ ਦੇਖੋ ਕਿ ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਪੱਗਾਂ ਬਟ ਬੰਨ੍ਹਣੀਆਂ ਉਹਨਾਂ ਸ਼ੁਰੂ ਨੇ ਕਰਤੀਆਂ ਪਤਾ ਕੀ ਸੀਗੀਆਂ। ਲਿਖਿਆ, ਇੱਕ ਹੋਰ ਗੱਲ ਲਿਖਿਆ ਉਹਨਾਂ ਨੇ ਆਪਣੀ ਡੈਥ ਬਾਰੇ ਵੀ ਕੋਈ ਗੱਲ ਲਿਖੀ ਸੀਗੀ, ਦੈਟ ਵਾਜ਼ ਅਬਾਊਟ ਸਮ ਕੋਟ ਕਿ ਉਹਨੂੰ ਮਰੇ ਨੂੰ ਮੈਂ ਮਰਾ ਨਹੀਂ ਮਾਰਦਾ, ਜਿਹੜਾ ਲਾਈਕ ਉਹ ਮਰਨ ਤੋਂ ਬਾਅਦ ਉਹਨੇ ਕੀ ਚੇਂਜ ਕੀਤਾ ਉਹ ਸਭ ਵੀ ਸੀਗਾ, ਕੋਈ ਲਾਈਨ ਸੀਗੀ, ਆਈ ਡੋਂਟ ਰਿਮੈਂਬਰ ਐਗਜ਼ੈਕਟਲੀ, ਕਿ ਜੋ ਉਹ ਬੰਦਾ ਕਹਿੰਦਾ ਮੰਗਣ ਨੂੰ ਮੈਂ ਜ਼ਿੰਦਗੀ ਵੀ ਮੰਗ ਸਕਦਾ ਇੱਥੇ ਬਹਿ ਕੇ, ਬਟ ਨਹੀਂ, ਉਹਨੇ ਕਹਿੰਦਾ ਚਾਹੁੰਦਾ ਮੈਂ ਵੀ ਜੀਣਾ, ਬਟ ਦ ਥਿੰਗ ਇਜ਼ ਕਿ ਉਹਨੇ ਉਹ ਚੀਜ਼ਾਂ, ਉਹਨੂੰ ਪਤਾ ਸੀ ਮੇਰੇ ਜਾਣ ਤੋਂ ਬਾਅਦ ਕੀ ਹੋਊਗਾ, ਤੇ ਇਹੋ ਜਿਹੀ ਮੌਤ ਨੂੰ ਮੰਨਦੇ ਆ, ਮੰਗਦੇ ਆ ਲੋਕੀ ਮੌਤ ਸਿੱਧੂ ਇਹੋ ਮੂਸੇਵਾਲਾ ਉਹਨੇ ਵੀ ਜਿਹੀ। ਆਪਣੇ ਗਾਣੇ ਦੇ ਵਿੱਚ ਕਿਹਾ ਸੀ ਨਾ, ਹਾਂ ਉਹਨੇ ਵੀ ਕਲੀਅਰ ਕੀਤਾ, ਇਹਨਾਂ ਨੂੰ ਪਤਾ ਸੀਗਾ ਕਿ ਕਹਿੰਦਾ ਇੰਪੈਕਟ ਆਇਆ ਤੇ ਆਇਆ, ਤੇ ਇਹ ਚੀਜ਼ਾਂ ਆਉਂਦੀਆਂ ਰਹਿਣਗੀਆਂ, ਸਾਡੇ ਵਰਗੇ ਆਣਗੇ ਜਾਗਰੂਕਤਾ ਲਈ, ਠੀਕ ਹੈ, ਮੇਰੀ ਕਮਿਊਨਿਟੀ ਵੀ ਇਹੀ ਕਹਿੰਦੀ ਆਈ ਹੈ, let's start from Guru Tegh Bahadur ji and then we start Guru Gobind Singh ji, what they did the same thing, Hind di Chadar, they fought for the humanity and ਅੱਜ ਦੇ ਟਾਈਮ 'ਚ ਉਹ ਚੀਜ਼ਾਂ ਅਪਲਾਈ ਹੋ ਰਹੀਆਂ, ਤੇ ਜਦੋਂ ਵੀ ਆਪਾਂ ਕਿਸੇ ਬਾਰੇ ਸੋਚਦੇ ਆ ਸਾਨੂੰ ਯਾਦ ਆ ਜਾਂਦੀਆਂ ਉਹਨਾਂ ਦੀਆਂ ਗੱਲਾਂ, ਹਨਾ, ਕਿ ਕਿਸੇ ਨੇ ਆਪਣਾ ਪੁੱਤ ਵਾਰਤਾ, ਗੁਰੂ ਤੇਗ ਬਹਾਦਰ ਜੀ ਗਏ ਪਹਿਲਾਂ, ਫਿਰ ਉਹਨਾਂ ਨੇ ਆਪਣਾ ਪੁੱਤ ਵਾਰਤਾ, ਗੁਰੂ ਗੋਬਿੰਦ ਸਿੰਘ ਜੀ, ਹਨਾ, ਉਹਨਾਂ ਦੇ ਬੱਚੇ, ਮਤਲਬ ਲਾਈਕ ਹਿਸ ਹੋਲ ਫੈਮਿਲੀ ਸੈਕਰੀਫਾਈਸਡ ਜਸਟ ਫॉर ਅਸ। ਤੇ ਉੱਥੋਂ ਸ਼ੁਰੂ ਕਰਦੇ ਕਰਦੇ ਇਹ ਸਾਡੀ ਕੌਮ ਨੇ ਸਾਨੂੰ ਸਿਖਾਇਆ ਹੈ ਕਿ ਜੇ ਸਾਨੂੰ ਮਰਨਾ ਵੀ ਪੈਂਦਾ ਨਾ ਕਿਸੇ ਚੀਜ਼ ਲਈ, ਤੇ ਆਪਾਂ ਤਿਆਰ ਬੈਠੇ ਆ, ਲਾਈਕ ਦਿਸ ਇਜ਼ ਹਾਊ ਵੀ ਆਰ ਰੇਜ਼ਡ ਅਪ। ਤੇ ਹੁਣ ਜਦੋਂ ਮੈਂ ਕਈ ਵਾਰੀ ਮੇਰਾ ਡਾਊਨਫਾਲ ਆਉਂਦਾ, ਫੋਰ ਐਗਜ਼ਾਮਪਲ, ਮੈਂ ਕਈ ਵਾਰੀ ਬਹੁਤ, ਆਫਕੋਰਸ ਮੈਂ ਇਨਸਾਨ ਆ, ਮੇਰਾ ਵੀ ਬੁਰਾ ਟਾਈਮ ਆਉਂਦਾ, ਮੇਰੇ ਆਪਣੇ ਜਿਹੜੇ ਨਾਲ ਜੁੜੇ ਮਾੜੇ ਚੰਗੇ ਟਾਈਮ ਤੇ ਉਹ ਮੈਨੂੰ ਯਾਦ ਕਰਾਉਂਦੇ, ਮੈਂਡੀ ਸੋ ਮੈਨੀ ਪੀਪਲ ਆਰ ਲੁਕਿੰਗ ਐਟ ਯੂ ਕਾਂਟ ਫਾਲ ਡਾਊਨ। ਤੇ ਆਪਾਂ ਉਹਨਾਂ ਲਈ ਕਰ ਰਹੇ ਹਾਂ ਜਿਹੜੀਆਂ ਵਿਚਾਰੀਆਂ ਘਰਾਂ 'ਚ ਬੈਠੀਆਂ, ਜਿਹਨਾਂ ਨੂੰ ਬਾਹਰ ਨਿਕਲਣਾ ਨਹੀਂ ਅਲਾਉਡ, ਜਿਹਨਾਂ ਨੂੰ ਘਰੋਂ ਨਿਕਲਣਾ ਨਹੀਂ ਅਲਾਉਡ, ਜਿਹੜੇ ਜਿਮ ਜਾਣ ਲਈ ਤਰਸ ਰਹੀਆਂ, ਆਈ ਵਾਂਟ ਟੂ ਬੀ ਲਾਈਕ ਯੂ। ਸਾਨੂੰ ਵੀ ਮੌਕਾ ਮਿਲਦਾ, ਅਸੀਂ ਵੀ ਜਿਮ ਜਾਂਦੇ, ਅਸੀਂ ਵੀ ਏਦਾਂ ਦੇ ਕੱਪੜੇ ਪਾਈਏ, ਨਿਕਲਣਾ ਚਾਹੀਦਾ, ਹਾਂ ਨਿਕਲਣਾ ਚਾਹੀਦਾ, ਯਾ, ਕਿਉਂਕਿ ਕਈ ਏਰੀਆਜ਼, ਕਈ ਕਮਿਊਨਿਟੀਜ਼, ਕਈ ਪ੍ਰੋਬੇਬਲੀ ਦੇ ਆਰ ਗਰੋਨ ਅਪ ਇਜ਼ ਲਾਈਕ ਦੈਟ, ਕਿ ਉਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਜਾਂਦਾ। ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਜਿੱਦਾਂ ਦੇ ਤੁਸੀਂ ਸਵਾਲ ਪੁੱਛੇ ਕਿ ਜਿਮ ਚਾਹੇ ਸਭ ਹੋ ਰਿਹਾ, ਉਹਨਾਂ ਲੋਕਾਂ ਕਰਕੇ ਉਹਨਾਂ ਦੀ ਫੈਮਿਲੀਜ਼ ਅਲਾਉਡ ਨਹੀਂ ਕਰ ਰਹੀਆਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨੂੰ ਕੋਈ ਛੇੜ ਦੂਗਾ, ਉਹਨੂੰ ਕੋਈ ਗਲਤ ਕਹਿ ਦੂਗਾ, ਉਹਦੀ ਲਾਈਫ ਤੇ ਪੂਰਾ ਲਾਈਫ ਟਾਈਮ ਲਈ ਲੇਬਲ ਲੱਗ ਜਾਊਗਾ ਕਿਸੇ ਤਰੀਕੇ ਦਾ, ਗਲਤ ਕੁੜੀ ਨੂੰ ਹੀ ਬੋਲਣਗੇ, ਸੋਸਾਇਟੀ ਹੈ, ਦੇ ਵਿਲ ਬਲੇਮ ਦ ਗਰਲ ਐਨੀਵੇ, ਕੁੜੀ ਦਾ ਵਿਆਹ ਨਹੀਂ ਹੋਊਗਾ, ਕੁਛ ਨਾ ਕੁਛ ਰੀਜ਼ਨ ਬਣਾ ਦੇਣਗੇ, ਤੇ ਪਤਾ ਨਹੀਂ ਵਿਆਹ ਨੂੰ ਇੰਨਾ ਕਿਉਂ, ਕੁੜੀ ਦਾ ਵਿਆਹ ਕਿਉਂ ਨਹੀਂ ਹੋਏਗਾ, ਲਾਈਕ ਜਿਹੜੀ ਚੰਗੀ ਫੈਮਿਲੀਜ਼ ਹੋਏਗੀ ਉਹ ਕਰਨਗੇ। ਲੇਬਲ ਤੁਸੀਂ ਕਰ ਰਹੇ ਹੋ, ਤੁਹਾਡੇ 'ਚ ਕਮੀ ਹੈ, ਜੇ ਤੁਸੀਂ ਕੁੜੀ ਤੇ ਕੋਈ ਇਲਜ਼ਾਮ ਲਾ ਰਹੇ ਹੋ, ਤੁਹਾਨੂੰ ਕਿਉਂ ਨਹੀਂ ਪਤਾ, ਤੁਹਾਡਾ ਮੁੰਡਾ ਕਰਕੇ ਆਇਆ ਹੋਵੇ, ਕਿਆ ਪਤਾ, ਹਨਾ। ਸੋ ਆਈ ਥਿੰਕ ਬਿਕੋਜ਼ ਆਫ ਆਲ ਦਿਸ ਸਿਸਟਮ ਕੁੜੀਆਂ ਨੂੰ ਪ੍ਰੋਬਲਮ ਹੁੰਦੀ ਆ, ਮੁੰਡਿਆਂ ਨੂੰ ਕਦੀ ਕਿਸੇ ਮੁੰਡੇ ਨੂੰ ਕੈਦ ਕਰਿਆ ਦੇਖਿਆ ਕਿ ਤੈਨੂੰ ਬਾਹਰ ਜਾਣਾ ਨਹੀਂ ਅਲਾਉਡ, ਤੂੰ ਘਰੋਂ ਬਾਹਰ ਨਹੀਂ ਨਿਕਲੇਗਾ, ਚਾਹੇ ਕੁੜੀ ਦੀ ਗਲਤੀ ਵੀ ਨਾ ਹੋਵੇ, ਉਹਦੀ ਪੂਰੀ ਲਾਈਫ ਖਰਾਬ ਹੋ ਜਾਂਦੀ ਆ। ਮੁੰਡਾ ਚਾਹੇ ਗਲਤੀਆਂ ਕਰਦਾ ਰਵੇ, ਮਾਂ ਉਹਨੂੰ ਸ਼ਹਿ ਦੇਗੀ, ਪਿਓ ਦੇਗਾ, ਆ ਕਰ ਰੋ ਕਰ। ਪਰ ਜੇ ਮੈਂ ਸੋਚਦਾ ਅਗਰ ਬਾਨੀ ਜੇ ਕਿਦਾਂ ਦੀ ਹੋਏਗੀ ਨਾ, ਤਾਂ ਤੁਹਾਡੇ ਵਰਗੀ ਹੋਏਗੀ, ਬੋਲਡ, that's like a ਠੀਕ ਹੈ, ਮਿਲੇ ਤੁਸੀਂ ਕਦੇ ਮਿਲੇ? compliment in my life, I remember, ਹਾਂ, I met her, ਮੇਰੀ ਫਾਈਨਲ ਡਿਗਰੀ ਦੇ ਨਾ 2018 ਚ ਐਗਜ਼ਾਮ ਚੱਲ ਰਿਹਾ ਸੀ, ਮੈਨੂੰ ਯਾਦ ਹੈ ਮੈਂ ਪ੍ਰੋਸਟੋ ਪੜ੍ਹ ਰਹੀ ਸੀ, ਬੈਠੀ ਸੀ, BTL, coffee bean tea and leaf, so she came for late night coffee and I was studying there, 1:30 ਵਜੇ ਤੱਕ ਖੁੱਲਿਆ ਰਹਿੰਦਾ ਸੀ ਕੈਫੇ, ਉਦੋਂ ਮੈਂ ਉਹਨਾਂ ਨੂੰ ਮਿਲੀ, ਮੈਂ ਕਿਹਾ ਵਾਓ ਇਹ ਬਾਨੀ ਜੇ, and I was just admiring her so much. And yeah, I mean, she was actually so bold. I saw her first at ਉਹਨਾਂ ਦੇ roadies ਦੇ interview 'ਚ, ਤੇ ਉਹਨਾਂ ਨੇ ਉਹਨੂੰ ਇੱਕ ਚੀਜ਼ ਕਹੀ ਸੀ ਕਿ like bro you're too shielded, ਮਤਲਬ I think ਮੈਂ feminine energy ਨੂੰ ਇਹੋ ਜਿਹੀ energy ਦੇਖਦੀ ਹਾਂ। feminine energy ਉਹ ਨਹੀਂ ਹੈ ਜੋ ਥੋੜੀ ਪੂਕੀ ਬਣ ਕੇ ਰਹੇ, ਪੋਲੂ ਕਾਕੀ or something, ਛੂਈ ਮੂਈ types. Feminine energy is who can take care of herself, who can fight if she have to, who can be volcano if she have to, and at the same time she can be calm. ਮੈਂ ਦੱਸ ਰਿਹਾ, ਜਦੋਂ ਮੈਂ ਮੇਰੇ ਦਿਮਾਗ 'ਚ ਜ਼ਹਿਨ 'ਚ ਆਉਂਦਾ, ਮੈਨੂੰ ਵੀ ਬਹੁਤ ਪਸੰਦ ਆ, ਪਰ ਜਦੋਂ ਮੈਂ ਉਹਨੂੰ ਦੇਖਦਾ ਨਾ, ਤੇ ਮੈਂ ਅੱਜ ਤੁਹਾਨੂੰ ਮਿਲਿਆ ਨਾ, ਤਾਂ ਮੈਨੂੰ ਏਦਾਂ ਲੱਗ ਰਿਹਾ ਕਿ ਅਗਰ ਉਹ ਕਿੱਦਾਂ ਦੀ ਹੋਏਗੀ ਨਾ, ਤਾਂ ਤੁਹਾਡੇ ਵਰਗੀ ਹੋਏਗੀ। You saw her video of ਨਵਿੰਦਰ ਨਾਲ, ਬਿੱਲੋ ਮਨੇ something, ਅੱਤ ਤੇਰਾ ਨਖਰਾ,
ਤੇਰੇ ਨਖਰੇ ਤੋਂ ਅੱਤ ਤੇਰਾ ਯਾਰ ਨਹੀਂ, ਐਂਡ ਦੈਨ that was a song I used to watch, ਤੇ ਉਦੋਂ ਮੈਂ ਜਿਮ ਚ ਉਹ ਵਾਲਾ ਗਾਣਾ ਬਹੁਤ ਸੁਣਦੀ ਸੀ ਕਿਉਂਕਿ ਮੈਨੂੰ ਸੀਗਾ ਮੈਂ ਏਦਾਂ ਦੀ ਬੋਡੀ ਬਣਾਣੀ ਹੈ, ਲਾਈਕ ਆਈ ਵਾਂਟ ਟੂ ਵੇਅਰ ਆਊਟਫਿਟ ਲਾਈਕ ਦੈਟ। ਅਗਰ ਮੈਂ ਸਹੀ ਦੱਸਾਂ ਕਿ ਤੁਹਾਡੇ ਟੈਟੂਸ ਕਰਤੇ ਜਾਣ, ਮਤਲਬ ਜਿਹਨਾਂ ਦੀ ਹੋਲ ਬੋਡੀ ਤੇ ਉਹਨਾਂ ਦੇ ਟੈਟੂ ਜਾਣਾ, ਅਗਰ ਕਰਤੇ ਜਾਣ ਤਾਂ ਅਗਰ ਮੈਂ ਕਿਸੇ ਨੂੰ ਤੁਹਾਡੀ ਫੋਟੋ ਦਿਖਾ ਕੇ ਬਣ ਜੇ ਤੁਹਾਨੂੰ ਇੱਕ ਵਾਰ ਇਦਾਂ ਰਿਫਲੈਕਟ ਕਰ ਦਾਂਗਾ ਨਾ, ਤੁਹਾਨੂੰ ਲੱਗੇ ਕਿ ਸ਼ਾਇਦ ਉਹੀ ਹੈ। I've seen her mom, ਮੈਂ ਇੱਕ ਵਾਰੀ ਉਹਨਾਂ ਦੇ ਮੰਮਾ ਨੂੰ ਵੀ ਦੇਖਿਆ ਸੀ ਬਾਨੀ ਜੀ ਦੇ, she also had tattoos, like she passed away due to cancer and I remember ਉਹਨਾਂ ਦੇ ਵੀ ਟੈਟੂ ਸੀਗੇ। even ਉਹਨਾਂ ਨੇ ਬਾਨੀ ਜੀ used to post ਆਪਣੇ podcast ਵੀ, like she used to record, she used to tell her own story about ki like I was so upset, I just wanted to run to gym, like when she lost her mother, कि मैं सिर्फ जिम जाके हैक स्क्वाट ते जाना, अपने स्क्वाट ट्रैक ते जाना चाहती सी, तो वो भी फ्री नहीं मिला। like she was just telling her own feeling about whole situation। ਤੇ I think ਸਾਡੀ like common ਕੀ ਹੈ, I think our mothers has given us wings। ਤੁਹਾਡੀ ਮਾਵਾਂ ਹੀ ਤੁਹਾਨੂੰ ਰਾਹ ਦਿਖਾਉਂਦੀਆਂ ਲਾਈਫ 'ਚ ਕਿ ਤੁਸੀਂ ਕੀ ਕਰ ਸਕਦੇ ਹੋ। ਮੈਂ ਅੱਜ ਵੀ ਜੇ ਆਪਣੀ ਮੰਮੀ ਨੂੰ ਜਾ ਕੇ ਕਿਤੇ, ਵੈਸੇ ਮੈਂ ਇੰਨੀ ਸਟਰੋਂਗ ਹੋ ਚੁੱਕੀ ਹਾਂ ਨਾ ਕਿ ਮੈਂ ਆਈ ਹੈਜ਼ਿਟੇਟ ਅਲੋਟ ਜਦੋਂ ਮੈਂ ਆਪਣੀ ਮਾਂ ਕੋਲ ਜਾ ਕੇ ਕਮਜ਼ੋਰ ਬਣ ਕੇ, ਪਤਾ ਨਹੀਂ ਮੈਂ ਕਿਉਂ ਹੋ ਗਈ, ਮੈਨੂੰ ਵਕਤ ਨੇ ਇੱਦਾਂ ਕਰਤਾ, ਉਮਰ ਨੇ ਕਰਤਾ, ਐਕਸਪੀਰੀਅੰਸ ਨੇ ਕਰਤਾ ਕਿ ਮੈਂ ਆਪਣੇ ਦੁੱਖ ਮੈਂ ਆਪਣੀ ਮਾਂ ਨੂੰ ਵੀ ਨਹੀਂ ਦੱਸਦੀ ਅੱਜ ਦੇ ਟਾਈਮ 'ਚ। ਤੇ ਜਦੋਂ ਮੈਂ ਲਾਈਕ ਜਾ ਕੇ ਖੁੱਲ ਕੇ ਦੱਸਾਂ ਨਾ, ਉਹ ਮੈਨੂੰ ਕੋਈ ਚੀਜ਼ ਯਾਦ ਦਿਲਾ ਦਿੰਦੇ ਆ ਮੇਰੇ ਅੰਦਰ। ਸ਼ੀ ਰਿਮਾਈਂਡਸ ਮੀ ਮਾਈ ਪੋਟੈਂਸ਼ੀਅਲ ਕਿ ਯਾਰ ਮੈਂ ਤਾਂ ਇਹ ਸੀਗੀ, ਮੈਨੂੰ ਕੀ ਹੋ ਗਿਆ ਕਿ ਤੂੰ ਕਦੋਂ ਸੋਚਣ ਲੱਗ ਗਈ, ਤੂੰ ਤਾਂ ਕਦੇ ਸੋਚਦੀ ਨਹੀਂ ਸੀ। ਹੁਣ somebody criticize me for my tattoo, ਕੁਛ ਲੇਬਲ ਦਿੱਤਾ, ਮੈਂ ਫੋਨ ਤੇ ਕਿਹਾ, ਮੈਂ ਕਿਹਾ ਮੇਰੇ ਟੈਟੂ ਲਈ, ਮੰਮਾ ਕਹਿੰਦੇ ਤੂੰ ਹੋਰ ਟੈਟੂ ਨਹੀਂ ਕਰਾਉਣਾ ਸੀਗਾ, ਤੂੰ ਇੰਡੀਆ ਤੂੰ ਟੈਟੂ ਕਰਾ ਹੋਰ। ਮੈਂ ਕਿਹਾ ਯਾਰ that's my mother, why should I care about the rest of the world। ਮੇਰੇ ਮਾਂ-ਬਾਪ ਮੇਰੇ ਲਈ ਕੀ ਚਾਹੁੰਦੇ ਆ, ਮੈਂ ਆਪਣੇ ਮਾਂ-ਬਾਪ ਲਈ ਕੀ ਕਰਨਾ ਚਾਹੁੰਦੀ ਹਾਂ, ਬਸ ਮੇਰੀ ਲਾਈਫ ਇੰਨੀ ਹੈ, ਮੈਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਤੇ ਮੈਂ ਰੋਜ਼ ਬਾਬਾ ਜੀ ਨੂੰ ਇੱਕ ਅਰਦਾਸ ਕਰਦੀ ਹਾਂ ਕਿ ਮੈਨੂੰ ਡੋਲਣ ਨਾ ਦਿਓ, ਤੇ ਜੇ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ ਮੈਨੂੰ ਮਾਫ ਕਰ ਦਿਓ, ਕਿ ਮੈਂ ਜਾਣੇ ਅਣਜਾਣੇ ਚ ਕਿਸੇ ਨਾਲ ਗਲਤ ਕੀਤਾ ਹੋਵੇ। these two things I tell my God every night before going to bed and I thank God for another day in my life ਕਿ ਦਿਨ ਵਧਿਆ। ਤੇ ਜਦੋਂ ਮੈਂ ਜਿਮ ਅੰਦਰ ਵੜ ਰਹੀ ਹੁੰਦੀ ਨਾ, ਮੈਂ ਮੱਥਾ ਟੇਕ ਕੇ ਅੰਦਰ ਵੜਦੀ ਆ ਕਿ ਥੈਂਕ ਗॉड ਮੈਂ ਇੱਥੇ ਪਹੁੰਚ ਗਈ, ਬਿਲਕੁਲ ਕਿ ਮੇਰਾ ਸਰੀਰ ਇੱਥੇ ਤੱਕ ਆ ਗਿਆ, ਮੈਂ ਜਿਮ ਲਾਉਣ ਜਾ ਰਹੀ ਹਾਂ ਤੇ ਮੈਂ ਜਾਂਦੇ ਹੋਏ ਵੀ ਨਿਕਲ, ਥੈਂਕ ਗॉड ਇਟ ਵਾਸ ਅ ਗੁੱਡ ਵਰਕਆਊਟ, ਗੁੱਡ ਔਰ ਬੈਡ ਆਈ ਵਰਕਆਊਟ, ਦੈਟਸ ਇਟ। ਅੱਛਾ, ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਕੁੜੀਆਂ ਨੂੰ ਸਲਾਹ ਕੀ ਦੇਣਾ ਚਾਹੋਗੇ, ਮਤਲਬ ਕਿ ਬਾਡੀ ਬਿਲਡਿੰਗ ਦੇ ਵਿੱਚ ਕੁਝ ਰੱਖਿਆ ਜਾਂ ਕੁਝ ਆਪਾਂ ਅਚੀਵ ਕਰ ਸਕਦੇ ਹਾਂ, ਜਾਂ ਆਪਣੇ ਆਪ ਨੂੰ ਫਿਟ ਰੱਖਣ ਵਾਸਤੇ ਕੁੜੀਆਂ ਨੂੰ? ਬਾਡੀ ਬਿਲਡਿੰਗ ਹਰ ਕਿਸੇ ਲਈ ਨਹੀਂ ਹੈ ਪਹਿਲੀ ਗੱਲ, ਤੇ ਜੇ ਤੁਸੀਂ ਬਾਡੀ ਬਿਲਡਿੰਗ ਕਰਨਾ ਚਾਹੁੰਦੇ ਹੋ ਤਪੱਸਿਆ ਹੈ। ਤੇ ਕੋਈ ਵੀ ਸਪੋਰਟਸ ਹੈ ਤੁਹਾਨੂੰ, ਹੁਣ ਜਿਵੇਂ ਅਭਿਸ਼ੇਕ ਸ਼ਰਮਾ ਹੈ, ਲਾਈਕ ਹੀ ਇਜ਼ ਕ੍ਰਿਕਟਰ ਅਮੇਜ਼ਿੰਗ, ਹੀ ਇਜ਼ ਟੂ ਯੰਗ ਫॉर ਟੀਮ, ਇਮੈਜਿਨ ਉਹਦਾ ਚਾਈਲਡਹੁੱਡ ਕੀ ਹੋਣਾ, ਲੌਕਡ, ਰਾਈਟ। ਯੂ ਹੈਵ ਟੂ ਲੌਕ ਇਨ। ਜੇ ਤੁਹਾਡੀ ਲਾਈਫ 'ਚ ਕੋਈ ਇਹੋ ਜਿਹਾ ਗੋਲ ਹੈ ਨਾ ਜਿਹੜਾ ਲੋਕਾਂ ਲਈ ਅਨਰੀਅਲਿਸਟਿਕ ਹੈ, ਮੇਰੇ ਵੀ ਗੋਲਸ ਬੜੇ ਅਨਰੀਅਲਿਸਟਿਕ ਸੀਗੇ ਅੱਜ ਤੋਂ 10 ਸਾਲ ਪਹਿਲਾਂ, ਮੈਂ ਬਹੁਤ ਕਰੀਬ ਆ, ਮੈਨੂੰ ਲੱਗਦਾ ਕਿ ਮੈਂ ਡਾਕਟਰ ਵੀ ਬਣਨਾ, ਮੈਂ ਬਾਡੀ ਬਿਲਡਰ ਵੀ ਬਣਨਾ, ਮੈਂ ਸਭ ਕੁਛ ਕਰਨਾ, ਮੇਰੀ ਇੱਕੋ ਹੀ ਜ਼ਿੰਦਗੀ ਹੈ, ਮੈਂ ਸਭ ਕੁਛ ਕਰਨਾ ਸਾਰਾ ਦਿਨ। ਤੇ ਜੇ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਜ਼ਿੰਦਗੀ 'ਚ ਚਾਹੀਦੀ ਹੈ, ਤੁਹਾਡੇ ਯਾਰ ਦੋਸਤ ਕੋਈ ਕੰਮ ਨਹੀਂ ਆਏਗਾ, ਜਸਟ ਲੌਕ ਇਨ ਯੋਰਸੈਲਫ। ਤੁਸੀਂ ਕੋਈ ਵੀ ਵਧੀਆ ਐਥਲੀਟ ਦੇਖ ਲਓ, ਉਹਨਾਂ ਦੀ ਲਾਈਫ ਸਟਾਈਲ ਪੜ੍ਹ ਲਓ, ਚਾਹੇ ਕੁਛ ਵੀ ਦੇਖ ਲਓ, ਉਹਨਾਂ ਨੇ ਪੂਰੀ ਜ਼ਿੰਦਗੀ ਦਿੱਤੀ ਉਸ ਚੀਜ਼ ਨੂੰ। ਹੁਣ ਉਹਨਾਂ ਦਾ ਇੱਕ ਦਿਨ ਆਇਆ ਜਦੋਂ ਉਹ ਡਿੱਗ ਗਏ, ਸਾਰਿਆਂ ਦੇ ਇਹੋ ਜਿਹੀ ਹੁੰਦੇ ਆ। ਸੋ ਲੌਕ ਇਨ ਇਜ਼ ਦ ਵਰਡ, ਲੌਕਡ ਇਨ, ਸਟੇ ਲੌਕਡ ਇਨ। ਆਪਣੀ 100% ਪੋਟੈਂਸ਼ੀਅਲ ਨੂੰ ਪਰਖੋ, ਤੁਸੀਂ ਕਿਹੜੀ ਚੀਜ਼ 'ਚ ਵਧੀਆ ਹੋ, ਉਸ ਚੀਜ਼ ਨੂੰ ਅੱਗੇ ਲੈ ਕੇ ਜਾਓ। ਉਹਨੂੰ ਬਸ ਇਹ ਨਾ ਸੋਚੋ। ਮੈਂ ਆਪਣੇ ਬਜ਼ੁਰਗਾਂ ਜਾਂ ਆਪਣੇ ਮਾਂ-ਬਾਪ ਤੋਂ ਇਹ ਚੀਜ਼ਾਂ ਸਿੱਖੀਆਂ। ਸਾਡੇ ਕੋਲ ਮੌਕਾ ਸੀਗਾ, ਸਾਡਾ ਵਿਆਹ ਹੋ ਗਿਆ, ਪੁਰਾਣੇ ਜ਼ਮਾਨੇ ਦੀ ਹੋਰ ਵੀ ਔਰਤਾਂ ਬੋਲਦੀਆਂ ਅਸੀਂ ਆਹ ਕਰਨਾ ਚਾਹੁੰਦੇ ਸੀ, ਮੇਰਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਵੀ ਕਰ ਸਕਦੇ ਹਾਂ ਅਸੀਂ, ਇਹ ਐਕਸਕਿਊਜ਼ ਹੈ, ਰਾਈਟ। ਤੇ ਜੇ ਤੁਸੀਂ ਐਕਸਕਿਊਜ਼ ਤੇ ਜੀਣਾ, ਫਿਰ ਤੁਸੀਂ ਪਹਿਲਾਂ ਵੀ ਕੁਛ ਨਹੀਂ ਕਰਨਾ ਵਿਆਹ ਤੋਂ, ਤੇ ਬਾਅਦ 'ਚ ਵੀ ਕੁਛ ਨਹੀਂ ਕਰਨਾ। ਜੇ ਤੁਸੀਂ ਕੁਛ ਕਰਨਾ, ਤੁਸੀਂ ਵਿਆਹ ਤੋਂ 20 ਸਾਲ ਬਾਅਦ ਵੀ ਕਰ ਲੈਣਾ ਤੇ ਬੱਚਿਆਂ ਤੋਂ ਬਾਅਦ ਵੀ ਕਰ ਲੈਣਾ। ਕਿੰਨੀਆਂ ਲੇਡੀਜ਼ ਕਰ ਰਹੀਆਂ। ਸੋ ਜਸਟ ਮੇਕ ਸ਼ੋਰ ਕਿ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ, ਕੋਈ ਆਪਣੇ ਆਪ ਤੇ ਸੈਲਫ ਡਾਊਟ ਨਹੀਂ ਹੋਣਾ ਚਾਹੀਦਾ। ਜੇ ਜ਼ਿੰਦਗੀ 'ਚ ਠਾਣ ਲਈ ਕੋਈ ਚੀਜ਼ ਕਰਨੀ, ਉਹ ਤੁਹਾਨੂੰ ਮਿਲ ਕੇ ਹੀ ਰਹੇਗੀ। ਤੇ ਜੇ ਬਾਬਾ ਜੀ ਨੇ ਤੁਹਾਡੇ ਅੰਦਰ ਉਹ ਦਿਮਾਗ 'ਚ ਲਿਆਂਦਾ ਨਾ ਥਾਟ, ਉਹ ਕਿਸੇ ਰੀਜ਼ਨ ਲਈ ਲਿਆਂਦਾ ਕਿ ਤੁਸੀਂ ਪਹੁੰਚੋ ਕਿਤੇ। ਜੇ ਤੁਸੀਂ ਐਕਸਕਿਊਜ਼ਿਸ ਦੇਣੇ, ਹਾਂ ਮੈਨੂੰ ਸੀਗਾ ਮੌਕਾ, ਤੁਸੀਂ ਸਪੋਜ਼ ਇਫ ਆਈ ਐਮ ਡਾਇੰਗ ਲਾਸਟ ਡੇ ਆਫ ਮਾਈ ਲਾਈਫ, ਮੈਨੂੰ ਲੱਗਦਾ ਮੈਂ 10 ਅਚੀਵਮੈਂਟ ਲਿਖ ਕੇ ਮਰਨਾ ਚਾਹੁੰਦੀ ਹਾਂ ਕਿ ਮੈਂ ਇਹ ਚੀਜ਼ਾਂ ਕੀਤੀਆਂ ਮਰਨ ਤੋਂ ਪਹਿਲਾਂ,
ਮੇਰਾ ਗੋਲ ਇਹ ਹੈ। ਮੈਂ ਕੋਈ ਮੂਵੀ ਦੇਖੀ ਸੀਗੀ, so it was some Anupam Kher's movie on Netflix, Not Out something, I don't know the movie name but I know the story. ਉਹ ਮਰਨ ਤੋਂ ਪਹਿਲਾਂ ਨਾ ਉਹਨੂੰ ਕੋਈ ਬਿਮਾਰੀ ਆਂਦੀ ਹੈ ਦਿਮਾਗ 'ਚ, ਪਤਾ ਨਹੀਂ he is about to die or something, he is old age, ਤੇ ਉਹ ਪਤਾ ਨਹੀਂ ਉਹਦਾ ਦੋਸਤ ਮਰ ਜਾਂਦਾ ਕਿਸੇ ਬਿਮਾਰੀ ਨਾਲ। ਫਿਰ ਉਹਨੂੰ ਨਾ ਆਪਣੀ ਅਚੀਵਮੈਂਟ ਲਿਖਣ ਲੱਗਦਾ, ਉਹਦੇ ਕੋਲ ਕੋਈ ਅਚੀਵਮੈਂਟ ਨਹੀਂ ਹੁੰਦੀ ਮਰਨ ਤੋਂ ਪਹਿਲਾਂ। ਫਿਰ ਉਹ ਪਤਾ ਕੀ ਕਰਦਾ, ਉਹ ਟਰਾਇਥਲਨ ਕਰਦਾ। ਟਰਾਇਥਲਨ ਇਜ਼ ਸਾਈਕਲਿੰਗ, ਸਵਿਮਿੰਗ ਐਂਡ ਰਨਿੰਗ ਕਾਈਂਡ ਆਫ ਰੇਸ। ਉਹ ਕਰਦਾ, ਉਹ ਜਿੱਤਦਾ, ਫਿਰ ਉਹਨੂੰ ਥੋੜੀ ਸੈਟਿਸਫੈਕਸ਼ਨ ਮਿਲਦੀ ਹੈ। ਐਂਡ ਹੀ ਵਾਜ਼ ਦ ਗਿਨੀ, ਲਾਈਕ ਹੀ ਮੇਕਸ ਅ ਰਿਕਾਰਡ ਆਫ ਦੈਟ ਏਜ, ਓਲਡੈਸਟ ਮੈਨ ਟੂ ਡੂ ਦਿਸ। ਸੋ ਇਹ ਚੀਜ਼ ਹੈ ਕਿ ਤੁਹਾਡੇ ਮਰਨ ਤੋਂ ਪਹਿਲਾਂ ਤੁਹਾਡੀ ਅਚੀਵਮੈਂਟ ਕੀ ਹੋਣੀ ਚਾਹੀਦੀ ਹੈ। ਕੱਲ ਵੀ ਮੈਂ ਆਪਣੇ ਆਪ ਨੂੰ, ਮੈਂ ਕਿਹਾ ਕੱਲ ਚੱਲ ਮੈਂ ਲੱਗੀ ਹਾਂ ਕਿਤੇ, ਲੱਗੀ ਹਾਂ, ਲੋਕੀ ਗਲਤ ਬੋਲਣ, ਬੁਰਾ ਬੋਲਣ, ਗੂਗਲ ਤੇ ਤਾਂ ਮੇਰਾ ਨਾਮ ਆਂਦਾ ਨਾ, ਦੈਟਸ ਇਟ, ਆਂਦਾ ਹੈ ਨਾ, ਬਸ ਆਈ ਐਮ ਸਕਸੈਸਫੁਲ। ਕਿ 4 ਲੋਕ ਜਾਣਦੇ ਹੈ, ਕੱਲ ਕੋਈ ਨਾ ਕੋਈ ਦੇਖੇਗਾ ਕਿ ਕੁੜੀ ਜਿਮ ਗਈ ਸੀ, ਬੋਡੀ ਬਣਾਈ ਹੈ, ਕੁਛ ਕੀਤਾ ਹੈ, ਆਪਣੇ ਲਈ ਜੀ ਰਹੀ ਹੈ। ਕਪਲਸ ਵੀ ਦੇਖਦੀ ਹਾਂ ਮੈਂ ਕਿ ਇਹ ਵੀ ਕਹਿੰਦੇ ਹੋਣੇ, ਮੈਂ ਕਿ ਦੇ ਲੁੱਕ ਐਟ ਮੀ, ਦੇ ਮਸਟ ਬੀ ਵਿਸ਼ਿੰਗ ਕਿ ਮੈਂ ਇਹਦੇ ਵਾਂਗੂ ਰਨਿੰਗ ਕਰਦੀ। ਮੈਂ ਕਿ ਮੈਂ ਉਧਰ ਇਹ ਸੋਚੀ ਜਾ ਰਹੀ ਹੈ ਮੇਰਾ ਚੂੜਾ ਕਦੋਂ ਪਏਗਾ। ਮੈਂ ਕਿ ਉਹ ਨਹੀਂ ਸੋਚ ਰਹੀ ਹੋਣੀ ਮੇਰੇ ਵਾਂਗੂ ਰਨਿੰਗ ਕਰੇ, ਬੋਡੀ ਬਣਾਏ, ਲੈਗਸ ਬਣਾਏ, ਉਹ। ਸੋ ਆਈ ਥਿੰਕ ਇਹ ਫੋਮੋ ਤਾਂ ਹੁੰਦੇ ਹੀ ਰਹਿੰਦੇ ਆ ਕਿ ਤੁਸੀਂ ਦੂਸਰੇ ਨੂੰ ਦੇਖ ਕੇ ਕਾਸ਼। ਮੈਂ ਕਿ ਨਹੀਂ, ਮੇਰਾ ਕੋਈ ਕਾਸ਼ ਨਹੀਂ ਹੈ, ਮੈਨੂੰ ਪਤਾ ਮੈਂ ਇੱਕ I have Olympia goal and I will make it happen. ਮੇਰੇ ਭਰਾਵਾਂ ਵਰਗੇ ਮੁੰਡਿਆਂ ਨੇ, ਬੋਡੀ ਬਿਲਡਰਸ ਨੇ ਉੱਥੇ ਤੱਕ ਅਚੀਵ ਕਰ ਲਿਆ, ਮੇਰੀ ਵਾਰੀ ਵੀ ਆਈ ਜਾਏਗੀ, ਹੈ ਤੇ ਵਧੀਆ। ਲਾਈਕ ਦੇਅਰ ਸਪੋਰਟ ਸਿਸਟਮ, ਟੂ ਬੀ ਓਨੈਸਟ ਥੀਸ ਗਾਈਜ਼ ਆਰ ਲਾਈਕ ਬ੍ਰੋ ਫਿਗਰ ਟੂ ਮੀ। ਇਹਨਾਂ ਨੇ ਅੱਜ ਤੱਕ ਮੇਰੇ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਮੈਨੂੰ ਯਾਦ ਹੈ ਮੈਂ ਆ ਕੇ ਇੱਕ ਬੋਡੀ ਬਿਲਡਰ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਮੈਂ ਅਮਰੀਕਾ ਤੋਂ ਵਾਪਿਸ ਆਈ, ਮੈਂ ਕਿਹਾ ਆਮ ਫੀਲਿੰਗ ਨੋਵੇਅਰ। ਕਹਿੰਦਾ ਵਾਟ ਕਾਈਂਡ ਆਫ ਬਿਹੇਵੀਅਰ ਇਟ ਇਜ਼। ਮੈਂ ਵੀ ਆਪਣੇ ਆਪ ਨੂੰ, ਮੈਂ ਕਿਹਾ what the hell, ਮੈਂ ਕਿਵੇਂ ਸੋਚ ਸਕਦੀ ਆਪਣੇ ਬਾਰੇ, ਹੈ ਨਾ, ਕਿ ਮੈਂ ਕਿਤੇ ਕਿਉਂ ਨਹੀਂ ਫੀਲ। ਮੈਂ ਕਮ ਔਨ ਲੈਟਸ ਡੂ ਇਟ। ਮੈਂ ਉਸ ਦਿਨ ਤਾਂ ਦਿਮਾਗ ਬੰਦ ਕੀਤਾ, ਘੋੜੇ ਦੌੜਾਇਆ, ਬਸ ਕੁਛ ਨਹੀਂ ਸੋਚਣਾ, ਜਸਟ ਸਟੇ ਐਕਟਿਵ। ਸਵੇਰ ਤੋਂ ਅੱਜ ਵੀ ਮੇਰਾ ਬਹੁਤ ਬਿਜ਼ੀ ਰੂਟੀਨ ਸੀ। ਆਈ ਕੇਮ ਹੇਅਰ ਐਂਡ ਮੈਂ ਬੈਠੀ ਨਹੀਂ ਹਾਂ ਸਵੇਰ ਤੋਂ, ਆਮ ਜਸਟ ਡੂਇੰਗ ਮਾਈ ਕਾਰਡੀਓ, ਮਾਈ ਮੀਲਸ ਐਂਡ ਐਵਰੀਥਿੰਗ। ਹੁਣ ਮੈਂ ਇੱਥੋਂ ਜਾ ਕੇ ਫਿਰ ਵਰਕਆਊਟ ਕਰਨਾ। ਲਾਈਫ ਇਜ਼ ਟੂ ਸ਼ਾਰਟ, ਟੇਕ ਦ ਓਪਰਚੁਨਿਟੀ। ਇੱਥੇ ਵੀ ਮੈਂ ਓਪਰਚੁਨਿਟੀ ਹੋਈ ਹੈ, ਬੈਠੀ ਹਾਂ, 4 ਲੋਕ ਸੁਣਨਗੇ, ਕੋਈ ਇੱਕ ਮੋਟੀਵੇਟ ਹੋਏਗਾ, ਉਹਦੀ ਲਾਈਫ ਚੇਂਜ ਹੋਏਗੀ, ਦੈਟਸ ਇਟ, ਹੈ ਨਾ, ਦੈਟਸ ਇਟ। ਇਹ ਪਲੇਟਫਾਰਮ ਹੁੰਦਾ ਸੀ ਰੱਖਿਆ ਤਾਂ ਕਿ ਜਿਵੇਂ ਤੁਹਾਡੀ ਲਾਈਫ ਹੈ, ਬਹੁਤ ਸਾਰੀ ਮਤਲਬ ਸਿੱਖਣ ਨੂੰ ਲੋਕਾਂ ਨੂੰ ਮਿਲੇਗਾ, ਖਾਸ ਕਰ ਕੁੜੀਆਂ ਨੂੰ, ਕਿ ਉਹਨਾਂ ਨੇ ਕਿਵੇਂ ਦੀ ਆਪਣਾ ਲਾਈਫ ਸਟਾਈਲ ਕਰਨਾ, ਕਿਵੇਂ ਦਾ ਉਹਨਾਂ ਨੇ ਜੀਣਾ। ਤਾਂ ਮਤਲਬ ਉਹ 100 ਨਹੀਂ, 100 ਦੇ ਵਿੱਚੋਂ ਅਗਰ ਇੱਕ ਦੀ ਵੀ ਲਾਈਫ ਬਦਲ ਜਾਏ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ, ਖਾਸ ਕਰ ਤੁਹਾਡੀ ਲਾਈਫ ਨੂੰ ਦੇਖ ਕੇ। ਸੋ ਇਦਾਂ ਦੀਆਂ ਹੋਰ ਸਟੋਰੀਜ਼ ਨੂੰ ਦੇਖਣ ਲਈ ਤੁਸੀਂ ਦੇਖਦੇ ਰਹੋ ਪੰਜਾਬ ਪੋਸਟ ਚੈਨਲ। ਮੈਂ ਸ਼ਸ਼ਾਂਕ ਕਲੀਰ।